ਤੋਂ ਆਏ, ਜਿੱਥੋਂ ਮਰਜ਼ੀ ਆਏ, ਇਟਲੀ ਤੋਂ ਆਏ, ਜਦੋਂ ਅਮਰੀਕਾ 'ਤੇ ਆਏ, ਕੈਨੇਡਾ 'ਚ ਆਏ, ਉਹਨਾਂ ਜਿਹੜੇ ਫਸਟ ਜਨਰੇਸ਼ਨ ਆਏ ਉਹਨਾਂ ਦੀਆਂ ਵੀ ਇਹੋ ਜਿਹੀਆਂ ਹੀ ਕੰਸਰਨ ਸੀਗੀਆਂ ਆਪਣੇ ਬੱਚਿਆਂ ਬਾਰੇ। ਜਿਹੜੇ ਪੁਰਾਣੇ ਸਿੱਖ ਪੰਜਾਬ 'ਚ ਵੀ ਆਏ, ਜਿਹੜੇ 1900 'ਚ ਆਏ, ਅਰਲੀ 1900 'ਚ ਆਏ, 1920 'ਚ ਆਏ, 30 'ਚ ਆਏ, ਉਹਨਾਂ ਦੀਆਂ ਵੀ ਸ਼ਾਇਦ ਇਹੋ ਜਿਹੀਆਂ ਕੰਸਰਨ ਦੀ ਸੀਗੀਆਂ ਆਪਣੇ ਬੱਚਿਆਂ ਬਾਰੇ ਵੀ ਸਾਡੇ ਬੱਚੇ ਸਿੱਖੀ ਨਾਲ ਜੁੜੇ ਰਹਿਣ, ਸਾਡੇ ਬੱਚੇ ਸੰਗਤ ਨਾਲ ਪੈਣ। ਤੇ ਉਹ ਗੋਰੇ ਵੀ ਫੇਲ ਹੋਏ ਐਟ ਸਮ ਲੈਵਲ, ਜਿਹੜੇ ਪੁਰਾਣੇ ਪੰਜਾਬੀ ਆਏ ਉਹ ਵੀ ਐਟ ਸਮ ਲੈਵਲ ਫੇਲ ਹੋਏ। ਆਪਾਂ ਦੇਖਦੇ ਹਾਂ ਵੀ ਜੋ ਚੱਲ ਰਿਹਾ, ਭੈਣ ਜੀ ਹੋਰੀ ਦੱਸਦੇ ਸੀਗੇ ਵੀ ਜਿਹੜੇ ਸੈਕਿੰਡ ਜਨਰੇਸ਼ਨ ਹੈਗੇ ਆ ਉਹ ਹੁਣ ਵੈਰੀ ਕਾਮਨ ਹੈਗਾ ਵੀ ਜਿਹੜੇ ਪੰਜਾਬੀ ਸੈਕਿੰਡ ਜਨਰੇਸ਼ਨ ਹੈਗੇ ਨੇ ਉਹ ਮੈਰੀ ਕਰਦੇ ਹੈਗੇ ਆਊਟ ਆਫ ਦਾ ਕਮਿਊਨਿਟੀ, ਕਿਸੇ ਗੋਰਿਆਂ ਨਾਲ ਵਿਆਹ ਕਰਾ ਲਿਆ, ਕਾਲੇ ਨਾਲ ਵਿਆਹ ਕਰਾ ਲਿਆ, ਹਿਸਪੈਨਿਕ ਨਾਲ ਵਿਆਹ ਕਰਾ ਲਿਆ, ਆਲ ਦੈਟ ਇਟ ਗੋਜ਼ ਔਨ। So we are not unique in the sense of worry, right? I mean, we are not unique in the sense that we worry, generations before us worried. What we are unique in the sense that we are in a very specific geopolitical situation, and if we don't talk about that geopolitical situation at home and only focus on ਵੀ ਬੱਚੇ ਸਿੱਖੀ ਨਾਲ ਜੁੜਨ, ਉਹ ਸਿੱਖੀ ਨਾਲ ਜੁੜਨ, but we ignore the geopolitical situation and talk about the geopolitical situation at our home. I strongly feel that is an impediment for them to, because they start identifying themselves as, if we don't talk about our own geopolitical situation, ਉਹ ਜਿਹੜੇ ਬੱਚੇ ਹੈ ਉਹ ਆਪਦੇ ਆਪ ਨੂੰ at a core ਅਮਰੀਕਨ ਆਈਡੈਂਟੀਫਾਈ ਕਰਨ ਲੱਗ ਜਾਂਦੇ ਆ, ਜਾਂ ਕੈਨੇਡੀਅਨ ਆਈਡੈਂਟੀਫਾਈ ਕਰਨ ਲੱਗ ਜਾਂਦੇ ਆ, ਜਾਂ ਆਸਟ੍ਰੇਲੀਅਨ ਆਈਡੈਂਟੀਫਾਈ ਕਰਨ ਲੱਗ ਜਾਂਦੇ ਆ। And once they start identifying themselves at their core as being a Sikh American or an American Sikh or a Australian Sikh or a Canadian Sikh, but they identify themselves as Canadian first or American first, at some point ਚਾਹੇ ਉਹ ਆਪ ਨਹੀਂ ਡੁੱਬਣਗੇ, ਉਹਨਾਂ ਦੇ ਬੱਚੇ ਡੁੱਬ ਜਾਣਗੇ। ਮਤਲਬ it won't carry on for a very long time. And so to sow the seed that they are not an American, but they are at core, there are, I will use the word refugee, but you can use any word, but at a core that they are people without country, and that they are not only carrying the load of being a Sikh themselves, but being a Sikh themselves also makes them carry the flag of their nation which they have lost, and that together keeps them bound to a bigger purpose than their own purpose of being a Sikh. So that is what I don't know ਕਿੰਨੇ ਬੰਦੇ ਨੇ ਉਸ ਚੀਜ਼ ਨੂੰ ਸਮਝੇ ਇਸ ਗੱਲ ਨੂੰ। I'm sure you understood what I'm talking about, and bringing that up in the common parlance ਵੀ ਆਪਾਂ ਇਸ ਬਾਰੇ ਗੱਲ ਕਰੀਏ, ਔਰ ਕਾਮਨ ਪ੍ਰਚਾਰ ਦੇ ਵਿੱਚ ਇਸ ਬਾਰੇ ਗੱਲ ਕਰੀਏ। I feel ਡਾਕਟਰ ਸਾਹਿਬ ਵੀ ਇਸ ਚੀਜ਼ ਨੂੰ ਹੋਰ ਖੋਲ ਸਕਦੇ ਆ। That is what we are kind of trying to kind of bring about. ਤੁਸੀਂ ਗੱਲ ਮਤਲਬ ਇਹ ਗੱਲ ਹੁਣ ਤਾਂ ਕੀਤੀ ਹੈ, ਪਰ ਜਿਹੜੇ ਭੈਣ ਜੀ ਆਪਣੇ ਤੁਹਾਡੇ ਕੋਈ ਵੀ ਸਵਾਲ ਨੇ ਨਾ ਕਿ ਤੁਸੀਂ ਇੱਥੇ ਪਹਿਲਾਂ ਸਾਡੇ ਨਾਲ ਵੀ ਕੀਤੇ ਨੇ, ਪਲੀਜ਼ ਤੁਸੀਂ ਉਹ ਦੁਬਾਰਾ ਵਰਬਲਾਈਜ਼ ਕਰ ਲਓ। ਨਾਲ ਲੱਗਦਾ ਵੀ ਜੇ ਆਪਾਂ ਚਾਹੁੰਦੇ ਹਾਂ। You want to say something about this part? ਵਿਸ਼ਾ ਕਾਫੀ ਵਿਸ਼ਾਲ ਆ, 2 ਸੈਂਟੈਂਸ ਵਿੱਚ ਪੂਰਾ ਆਨਸਰ ਨਹੀਂ ਹੋ ਪਾਣਾ। ਨਹੀਂ ਹੁਣ ਤੇ ਪਰ ਉੱਦਾਂ ਨਿੱਕੀ ਜਿਹੀ ਚੁੰਝ ਮਾਰਾਂ ਤਾਂ ਇੱਕ ਡੈਫੀਨਿਟਲੀ ਮੈਂ ਇੱਕ ਐਸਪੈਕਟ ਦੇਖਿਆ ਆ, ਜਾਂ ਗੁਰਕੀਰਤ ਸਿੰਘ ਜਾਂ ਮੈਂ ਵੀ ਹਾਂ, ਜਾਂ ਹੋਰ ਸਾਡੇ ਜਿਹੜੇ ਜਿੰਨੇ ਆਪਾਂ ਮੈਂ ਦੇਖਦਾ ਸਿੰਘ ਇਕੱਠੇ ਹੋ ਕੇ ਜਿਹੜੀਆਂ ਇਸ ਲੈਵਲ ਦੀਆਂ ਵਿਚਾਰਾਂ ਕਰ ਸਕਦੇ ਹਾਂ। ਕਈ ਸਾਡੀ ਉਮਰ ਦੇ ਅਸੀਂ ਕੋਸ਼ਿਸ਼ ਵੀ ਕਰੀ ਆ, ਦੇ ਡੋਂਟ ਕੇਅਰ, ਉਹਨਾਂ ਨੂੰ ਮਤਲਬ ਨਹੀਂ ਹੈ ਕਿ ਅਸੀਂ ਭਾਵੇਂ ਸਿੱਖੀ ਵਿੱਚ ਇਹ ਬਾਣੀ ਵੀ ਪੜ੍ਹਦੇ ਆ, ਪੰਥਕ ਵਿਚਾਰ ਸਾਡੇ ਪੂਰੇ ਸਮਾਜ ਦਾ ਕੀ ਹੋ ਰਿਹਾ, ਕਿੱਥੇ ਜਾਣਾ ਸੀ ਅਗਲੇ 20 ਸਾਲਾਂ 'ਚ, ਦੇ ਡੋਂਟ ਕੇਅਰ। ਪਰ ਸਾਡਾ ਕਿਉਂ ਆ, ਜਿੱਦਾਂ ਤੁਸੀਂ ਇੱਕ ਗੱਲ ਕੀਤੀ ਆ, ਸਿੱਖ ਅਮਰੀਕਨ ਔਰ ਅਮਰੀਕਨ ਸਿੱਖ, ਜੇ ਤਾਂ ਉਸੇ ਮਾਹੌਲ ਦੇ ਵਿੱਚ ਅਪਬ੍ਰਿੰਗਿੰਗ ਹੋਈ ਆ, ਬੱਚੇ ਨੇ ਐਟ ਸਮ ਪੁਆਇੰਟ, ਯੂਜਲੀ ਅਰਾਊਂਡ the age of 15 to 21, between those ages,
ਉਹਨਾਂ ਨੇ ਆਪਣਾ ਆਲਾ ਦੁਆਲਾ ਦੇਖ ਕੇ ਤੇ ਉਹਨਾਂ ਨੇ ਪ੍ਰੋਬਲਮਸ ਆਈਡੈਂਟੀਫਾਈ ਕਰਨ ਲੱਗ ਪੈਣੀਆਂ ਤੇ ਉਹਨਾਂ ਨੇ ਆਪ ਸੋਚਣਾ ਕਿ ਮੇਰੀ ਜ਼ਿੰਦਗੀ ਦਾ ਪਰਪਸ ਕੀ ਆ, ਕਿਉਂਕਿ ਸਮਾਜ ਨੇ ਵੀ ਫੀਡ ਕੀਤਾ ਕਿ ਚਲੋ ਅੰਦਰੋਂ ਵੀ ਇੱਕ ਚੀਜ਼ ਹੁੰਦੀ ਹੈ ਕਿ ਮੈਂ ਜ਼ਿੰਦਗੀ ਵਿੱਚ ਆ, where do I feel I belong, ਮੈਂ ਕੀ ਕਰਨਾ ਆ, what is the impact I'm going to leave in this world, ਕਿ ਮੇਰੇ ਜਾਣ ਤੋਂ ਬਾਅਦ ਕੀ ਮੈਂ ਕੀਤਾ ਜ਼ਿੰਦਗੀ ਦੇ ਵਿੱਚ। ਬੱਚਾ ਸੋਚਦਾ ਆ, ਆਪਾਂ ਸੋਚਦੇ, ਬੱਚੇ ਨਹੀਂ ਇੰਨਾ ਸੋਚਦੇ, 15-13 ਸਾਲ ਦਾ ਬੱਚਾ ਸੋਚਦਾ ਹੈ ਹਜੇ ਤੇ ਉਸ ਬੱਚੇ ਦੇ ਵਿੱਚ ਜਦੋਂ ਇਹੋ ਜਿਹੀਆਂ ਪ੍ਰੋਬਲਮਸ ਦੇਖਣਗੇ, ਜੇ ਉਹਨਾਂ ਨੇ ਅਮਰੀਕਨ ਪ੍ਰੋਬਲਮਸ ਹੀ ਦੇਖ ਲਈਆਂ ਤੇ ਉਹਨਾਂ ਨੂੰ ਐਕਸਪੋਜ਼ ਹੀ ਉਹੀ ਕੀਤਾ ਕਿ ਆਹ ਸਾਡੀਆਂ ਪ੍ਰੋਬਲਮਸ ਆ, ਫਿਰ ਤਾਂ ਠੀਕ ਹੈ। ਉਹਨਾਂ ਨੇ ਇੱਥੇ ਇੱਕ ਜਿੱਦਾਂ ਦੂਸਰੇ ਪਾਸੇ ਅਮਰੀਕਨ ਆਈਡੈਂਟੀਟੀ ਜਿੱਦਾਂ ਕਰਦੇ, ਉਹਨਾਂ ਅਮਰੀਕਨ ਫਲੈਗ ਦਸਤਾਰ ਸਜਾ ਲਈ ਤੇ ਉਹਨਾਂ ਨੇ ਕਿਹਾ ਆਹ ਸਾਡੀ ਪ੍ਰੋਬਲਮ ਹੈ, ਅਸੀਂ ਸਿੱਖ ਹਾਂ ਸੋ ਅਸੀਂ ਅਮਰੀਕਨ ਫਲੈਗ ਦਸਤਾਰ ਸਜਾ ਲਈ, ਹੈ ਨਾ। ਸੋ ਉਹਨਾਂ ਨੇ ਇੱਦਾਂ ਦੀਆਂ, ਪਰ ਉਹ ਕੋਡ ਤੱਕ ਨਹੀਂ ਗਏ। ਸਾਡੇ ਵਿੱਚ ਮੈਂ ਇੰਨਾ ਕੁ ਦੇਖਦਾ, ਅਸੀਂ ਛੋਟਿਆਂ ਹੁੰਦਿਆਂ ਸਾਡੇ ਮੰਮੀ ਡੈਡੀ ਸਾਨੂੰ ਇੰਡੀਆ ਲੈ ਕੇ ਗਏ। ਇਹ ਨਹੀਂ ਕਿ ਉੱਥੇ ਰਿਸ਼ਤੇਦਾਰਾਂ ਦੇ ਵਿੱਚ ਕੋਕ ਦੇ ਪਕੌੜੇ ਛਕ ਕੇ ਆ ਗਏ, ਅਸੀਂ ਉੱਥੇ ਇਤਿਹਾਸਕ ਸਥਾਨਾਂ 'ਤੇ ਗਏ, ਮਹੀਨਾ ਰਹੇ, ਉੱਥੋਂ ਦੀ ਬੋਲੀ, ਧਰਤੀ ਦੇਖੀ। ਪਿਤਾ ਜੀ ਨੇ ਪਿੰਡ ਦਿਖਾਇਆ ਆਪਦਾ, ਜਿੱਥੇ ਉਹ ਸਕੂਲ 'ਚ ਜਾ ਕੇ ਜਿੱਥੇ ਕੁੱਟ ਪਿੰਡੀ ਹੁੰਦੀ ਸੀਗੀ, ਉਹ ਸਾਰੀਆਂ ਚੀਜ਼ਾਂ ਦਿਖਾਈਆਂ ਸਾਨੂੰ ਇਕੱਲੀਆਂ। ਉਹਦੇ ਵਿੱਚ ਮੇਰੇ ਮਨ ਦੇ ਵਿੱਚ ਆਲਮੋਸਟ ਇੱਕ ਤਰੀਕੇ ਨਾਲ ਵੜ ਗਿਆ that I'm from here not there। ਪਹਿਲਾਂ ਬਣ ਗਿਆ ਕਿ ਮੈਂ ਇੱਥੋਂ ਦਾ ਆ। ਤੇ ਜੇ ਮੇਰੇ ਪਿਤਾ ਜੀ ਉੱਥੇ ਜਾ ਕੇ ਜਰਮਨੀ ਜਾ ਕੇ ਜਿੱਦਾਂ ਹੌਲੀ ਧੱਕੇ ਖਾ ਕੇ ਕੈਨੇਡਾ ਦੇ ਵਿੱਚ ਪੱਕੇ ਨਾ ਹੁੰਦੇ, ਤੇ ਮੇਰੇ ਕਜ਼ਨ ਨੇ ਮੈਨੂੰ ਇੱਕ ਗੱਲ ਕਹੀ ਸੀ, ਉੱਥੇ ਇੰਡੀਆ ਰਹਿੰਦਾ, ਉਹ ਕਹਿੰਦਾ ਜੇ ਤੇਰੇ ਡੈਡੀ ਉੱਥੇ ਨਾ ਜਾਂਦੇ ਅਸੀਂ ਇੱਥੇ ਇੰਗਲਿਸ਼ ਪਾ ਕੇ ਆਹ ਸਕੂਲ 'ਚ ਪੜ੍ਹਨ ਜਾਣਾ ਸੀਗਾ। ਤੇ ਫਿਰ ਮੈਂ ਉਸ ਸਕੂਲ ਦੇ ਤੇ ਮੈਂ ਕਿਹਾ ਮੈਂ ਨਹੀਂ ਇੱਥੇ ਸਕੂਲ 'ਚ ਪੜ੍ਹਨਾ ਸੀਗਾ, ਪਰ ਉਹ ਫਿਰ ਵੀ ਆ ਗੱਲ ਆ ਗਈ ਅਸੀਂ ਹੈ ਇਸ ਧਰਤੀ 'ਤੇ ਹੀ ਹਾਂ। ਦੂਸਰੀ ਗੱਲ, ਗੁਰੂ ਸਾਹਿਬਾਂ ਦਾ ਇਤਿਹਾਸ ਸੁਣਿਆ ਤੇ ਉਹ ਇੱਕ ਘਰ ਦੇ ਵਿੱਚ ਪੰਥਕ ਵਿਚਾਰ ਦੀ ਗੱਲ ਵੀ ਹੁੰਦੀ ਸੀਗੀ। ਘਰ ਦੇ ਵਿੱਚ ਗੁਰਦੁਆਰੇ ਦੀ ਦਰਦ ਕੀ ਆ, ਪੰਥ ਵਿੱਚ ਕੀ, ਸਮਾਜ ਵਿੱਚ ਰਹਿਣਾ, ਅਸੀਂ ਛੋਟੇ ਹੁੰਦੇ ਉਹ ਚੀਜ਼ ਸੁਣਦੇ ਆਏ ਹਾਂ। ਮੇਰੇ ਵਾਸਤੇ ਨਵੀਂ ਚੀਜ਼ ਨਹੀਂ ਸੀਗੀ ਗੁਰਦੁਆਰੇ ਜਾ ਕੇ ਪ੍ਰੋਬਲਮ ਆ, ਹਾਏ ਗੁਰਦੁਆਰੇ 'ਚੋਂ ਨਿਕਲ ਜਾਣਾ। ਕਈ ਬੱਚੇ ਸੀਗੇ 13-17 ਸਾਲ ਉਹ ਕਹਿੰਦੇ ਮੱਥਾ ਮਾਰਦੇ ਇੱਥੇ ਕੁਛ ਨਹੀਂ ਨਿਕਲਦਾ। ਉਹ ਸਾਡੇ ਘਰ ਦੇ ਵਿੱਚ ਸ਼ੁਰੂ ਤੋਂ ਹੀ ਸੀਗਾ। ਕਿ ਮੰਮੀ ਸਾਡੀ ਕਹਿੰਦੇ ਸੀ ਉਹ 20 ਸਾਲ ਹੋ ਗਏ ਲੜਾਈਆਂ ਲੜਦੀਆਂ, ਬਹਿ ਜਾਓ ਹੁਣ ਤੁਸੀਂ, ਮੇਰੇ ਡੈਡੀ ਨੇ ਕਹਿਣਾ ਨਹੀਂ ਕੋਈ ਕਰਨਾ ਪੈਣਾ। ਸੋ ਉਹੀ ਚੀਜ਼ ਚਲੋ ਇੱਕ ਪ੍ਰਚਾਰ ਦੇ ਰੂਪ ਵਿੱਚ ਜਿਹੜੀ ਹੁਣ ਆਪਾਂ ਸੇਵਾ ਕਰ, ਉਹ ਉਸ ਰੂਪ ਵਿੱਚ ਕਰ ਗਏ। ਜੂਇਸ਼ ਦੇ ਵਿੱਚ ਵੀ ਉਹਨਾਂ ਨੇ ਆਹ ਚੀਜ਼ ਆਈਡੈਂਟੀਫਾਈ ਕੀਤੀ। ਉਹਨਾਂ ਨੇ ਯੂਨੀਵਰਸਿਟੀਜ਼ ਰਾਹੀਂ ਸਬਸਿਡੀ ਲੈ ਕੇ ਉਹਨਾਂ ਨੇ ਇੱਕ ਜੂਇਸ਼ ਬਰਥ ਰਾਈਟ ਟ੍ਰਿਪ ਕੀਤਾ ਹੈ ਕਿ ਕੋਈ ਵੀ ਯੂਨੀਵਰਸਿਟੀ ਸਟੂਡੈਂਟ ਜਿਹੜਾ ਜੂਇਸ਼ ਆਈਡੈਂਟੀਫਾਈ ਕਰਦਾ ਆ ਤੇ ਆਪਣੇ ਕਲਾਸਾਂ ਦੇ ਵਿੱਚ ਵਧੀਆ ਪੜ੍ਹਦਾ, ਉਹਨਾਂ ਨੂੰ ਯੂਨੀਵਰਸਿਟੀ ਗਵਰਨਮੈਂਟ ਨਾਲ ਮਿਲ ਕੇ ਸਬਸਿਡੀ ਦੇ ਕੇ ਉਹਨਾਂ ਨੂੰ ਪੇਡ ਟ੍ਰਿਪ ਜਾਂਦਾ ਕਿ ਜਰੂਸਲਮ ਜਾਓ, ਉੱਥੇ ਜਾ ਕੇ ਦਰਸ਼ਨ ਮੇਲੇ ਕਰੋ ਤੇ ਵਾਪਸ ਆਓ, ਮਤਲਬ ਇੱਕ ਸਮੈਸਟਰ ਆਫ build that connection, fill that connection, ਹੈ ਨਾ। ਸੋ ਉਸ ਚੀਜ਼ ਦੇ ਵਿੱਚ ਮਤਲਬ ਇੰਨਾ ਕੁ ਮੈਂ ਚੁੰਝ ਜੀ ਮਾਰ ਸਕਦਾ ਆ, ਉਹਦੇ ਨਾਲ ਇੱਕ ਕਨੈਕਸ਼ਨ ਬਣਾਉਣਾ ਪੈਣਾ ਆ। ਇੱਥੇ ਦੇ ਹੈ ਆ, ਪਰ ਮੈਨੂੰ ਫੀਲ ਹੁੰਦਾ ਹੈ ਕਿ ਹਾਂ ਉੱਥੋਂ ਇੱਕ ਧੁਰਾ ਆ, ਉੱਥੋਂ ਐਕਸਪੈਂਡ ਹੋਏ ਆ, ਜਾਣਾ ਵਾਪਸ ਭਾਵੇਂ 4 ਜਨਰੇਸ਼ਨਸ ਵਿੱਚ ਜਾਈਏ, 10 ਜਨਰੇਸ਼ਨਸ ਵਿੱਚ ਜਾਈਏ, ਜਾਣਾ ਉੱਥੇ ਹੀ ਹੈ। ਚੱਲਣਾ ਸਾਨੂੰ ਉਹਨਾਂ ਨੇ। ਹਾਂ ਸੋ ਇਹ ਪਤਾ ਨਹੀਂ ਮੈਨੂੰ ਹੁਣ ਕੋਈ ਮੈਂ ਕਹਿ ਰਿਹਾ ਵਿਸ਼ਾ ਬਹੁਤ ਖੁੱਲਾ, ਆਪਾਂ ਘੰਟਾ ਹੀ ਗੱਲ ਕਰ ਸਕਦੇ ਹਾਂ। ਤੁਸੀਂ ਗੱਲ ਖੋਲ ਲਿਆ ਬਿਲਕੁਲ, ਬਹੁਤ ਵਧੀਆ ਤਰੀਕੇ ਨਾਲ। ਤੇ ਉਹੀ ਅਸੀਂ ਮਤਲਬ ਮੈਂ ਜਿਹੜਾ ਇੱਥੇ ਜਿਵੇਂ ਹੁਣ ਮੈਂ ਜੇ ਅੱਜ ਇੱਥੇ ਬੱਚਿਆਂ ਨਾਲ ਗੱਲ ਕਰਨ ਲੱਗਾ ਨਾ, if I put them a question about ਤੁਹਾਡੀ ਆਇਡੈਂਟੀਟੀ ਕੀ ਹੈ, I can't guarantee, but I would imagine that majority of them would identify themselves as Americans first, Californians and Americans first, and ਚਾਹੇ ਉਹ ਆਪਦੇ ਨੂੰ ਇੱਥੇ ਹੁਣ ਕਿਉਂਕਿ ਕੈਂਪ 'ਚ ਹੈਗੇ ਨੇ, ਉਹ ਆਪਦੇ ਨੂੰ ਸਿੱਖ ਆਇਡੈਂਟੀਫਾਈ ਕਰਨਗੇ ਐਂਡ ਉਵੇਂ ਮਤਲਬ ਗੱਲਾਂ ਵੀ ਕਰਨਗੇ, ਬਟ ਜਿਵੇਂ ਉਹ ਵੱਡੇ ਹੋਈ ਜਾਣਗੇ ਉਹਨਾਂ ਦੀ ਜਿਹੜੀ ਉਹ ਅਮਰੀਕਨ ਆਇਡੈਂਟੀਟੀ ਹੈ ਉਹ ਮਤਲਬ ਹੋਰ ਪ੍ਰਭਾਵਸ਼ਾਲੀ ਜ਼ਿਆਦਾ ਹੁੰਦੀ ਜਾਂਦੀ ਹੈ। ਸਿੱਖ ਆਇਡੈਂਟੀਟੀ ਜਿਹੜੀ ਹੈ ਉਹ ਬੈਕਗ੍ਰਾਉਂਡ 'ਚ ਚਲੀ ਜਾਂਦੀ ਹੈ। ਇਹਦੇ ਵਿੱਚ ਵੀ ਦੋ ਚੀਜ਼ਾਂ ਨੇ, ਇੱਕ ਬੱਚਿਆਂ ਦੇ ਵਿੱਚ ਨਾ ਇੱਥੇ ਸਪਿਰਿਚੁਅਲ ਚੀਜ਼ ਹੈ, ਉਹਦੇ ਵਿੱਚ ਉਹਨਾਂ ਦਾ ਮੰਨਣਾ ਅਸੀਂ ਕੈਨੇਡੀਅਨ ਹੋਏ ਅਮਰੀਕਨ ਹੋਏ ਜੋ ਮਰਜ਼ੀ ਹੈ, ਜੁੜਨਾ ਤਾਂ ਗੁਰੂ ਨਾਲ ਦੀ ਗੱਲ ਹੈ ਵੀ ਸਹੀ ਹੈ, ਹਾਂਜੀ ਜੁੜਨਾ ਆਪਾਂ ਪਰਮਾਤਮਾ ਨਾਲ ਹੈ। ਦੂਸਰੀ ਜਿਹੜੀ ਆਪਾਂ ਗੱਲ ਕਰਦੇ ਹਾਂ ਇੱਕ ਪੰਥਕ ਗੱਲ ਆ, ਇੱਕ ਸਮਾਜਿਕ ਗੱਲ ਆ, ਉਸ ਚੀਜ਼ ਨਾਲ ਨਹੀਂ ਜੜ ਪਾਉਂਦੇ, ਹੈ ਨਾ। ਸਪਿਰਿਚੁਅਲ ਗੱਲ ਕਹੀਏ ਕਿ ਪਰਮਾਤਮਾ ਨਾਲ ਪ੍ਰੀਤੀ ਪਾਓ, ਤੁਸੀਂ ਆਤਮਿਕ ਸਰੂਪ ਆ, ਸਰੀਰ ਤੁਹਾਡਾ ਝੂਠਾ ਆ, ਉਹ ਅਪਣਾ ਲੈਣਗੇ। ਉਹ ਕਹਿਣਗੇ ਠੀਕ ਹੈ ਅਸੀਂ ਸਿਮਰਨ ਕਰਨ ਲਈ ਤਿਆਰ ਹਾਂ, ਰਹਿਣ ਸਬਾਈ ਕੀਰਤਨ ਕਰਨ ਲਈ ਤਿਆਰ ਹਾਂ ਅਸੀਂ।
ਸਾਰੀ ਰਾਤ ਕੀਰਤਨ ਕਰਾਂਗੇ, ਆਹ ਕਰਾਂਗੇ। ਪੰਥ ਦਾ ਵਿਸ਼ਾ ਉਹ ਸਾਡਾ ਨਹੀਂ, ਕਿਉਂਕਿ ਅਸੀਂ ਬਸ who are we, ਅਸੀਂ ਕੌਣ ਆ ਉਸ ਯੋਗ, ਸਾਨੂੰ ਉਸ ਚੀਜ਼ ਬਾਰੇ ਪਤਾ ਨਹੀਂ ਹੈ। ਤੇ ਜਿਹੜੀ ਚੀਜ਼ ਬਾਰੇ ਪਤਾ ਨਹੀਂ ਹੈ ਉਸ ਚੀਜ਼ ਬਾਰੇ ਉਹ ਇਸ਼ੂ ਫੜ ਨਹੀਂ ਸਕਦੇ। ਹੁਣ ਇੱਥੋਂ ਬੱਚੇ ਪਤਾ ਹੈ ਰਿਪਬਲਿਕਨ ਡੈਮੋਕ੍ਰੈਟਿਕ ਫਲਾਣਾ ਚਿੰਗਾ, ਜਿਉਂ ਉਹਨਾਂ ਦਾ ਦਿਮਾਗ ਘੁੰਮਦਾ ਹੈ ਨਾ, ਇਹੋ ਜਿਹਾ ਦਿਮਾਗ ਘੁੰਮਦਾ ਮੇਰਾ ਵੀ ਨਹੀਂ ਘੁੰਮਦਾ ਉਹਨਾਂ ਦਾ, ਹੈ ਨਾ। ਤੇ ਪਰ ਉਸ ਵਿਸ਼ੇ ਦੇ ਵਿੱਚ ਜਿਹੜੀ ਚੀਜ਼ ਦਾ ਪਤਾ ਨਹੀਂ ਹੈ, ਜਿਹੜੀ ਚੀਜ਼ ਦੀ ਹਿਸਟਰੀ ਦਾ ਨਹੀਂ ਪਤਾ, ਸੋ ਅਸੀਂ ਇਹੀ ਆਈਡੈਂਟੀਫਾਈ ਕੀਤਾ ਹੈ ਜਿਹੜੀ ਅਸੀਂ ਪ੍ਰਚਾਰ ਕਰਦੇ ਹਾਂ। ਮੇਨ ਬੱਚੇ ਨੂੰ ਇੱਕ ਤੇ ਸਪਿਰਿਚੁਅਲ ਚੀਜ਼ ਵਾਸਤੇ ਗੁਰਬਾਣੀ ਨਾਲ ਜੋੜਿਆ ਜਾਵੇ, ਉਹਦੇ ਨਾਲ ਧੁਰਾ ਬੋਲੀ ਫਿਲਾਸਫੀ ਸਾਰੀ ਉਹ ਚੀਜ਼ ਹੈ। ਠੀਕ ਹੈ, ਬੱਚੇ ਦਾ ਮਨ ਕਹਿੰਦਾ ਹੈ ਮੈਨੂੰ ਬਸ ਚੈਪਟਰ ਬਣਾ ਕੇ ਕੱਢੋਗੇ ਗੁਰਬਾਣੀ ਮੌਤ ਬਾਰੇ ਕੀ ਕਹਿ ਰਹੀ ਹੈ, ਚਲੋ ਇੱਕ ਲੈਕਚਰ ਰੂਪ ਵਿੱਚ ਵੀ ਸਿਖਾਉਣਾ ਪੈਂਦਾ। ਮੇਨ ਗੱਲ ਹੈ ਸਿੱਖਾਂ ਨੂੰ ਸਿੱਖੀ ਸਿਖਾਓ। ਸੈਕੰਡ ਇਹ ਚੀਜ਼ ਆ ਗਈ ਹੈ ਕਿ ਜਿਹੜਾ ਪੋਲੀਟੀਕਲ ਐਸਪੈਕਟ ਉਹ ਤਾਂ ਆਉਣਾ ਹੈ ਜਦੋਂ ਬਾਬਾ ਬੰਦਾ ਸਿੰਘ ਤੋਂ ਬਾਅਦ ਲੈ ਕੇ ਮੌਜੂਦੇ ਸਮੇਂ ਤੱਕ ਸਾਰਾ ਡੀਟੇਲ ਵਿੱਚ ਇਤਿਹਾਸ ਕੀਤਾ ਜਾਵੇ। ਠੀਕ ਹੈ, ਇੱਥੇ ਬੱਚੇ ਕਲੋਨੀਅਲਿਜ਼ਮ ਬਾਰੇ, ਡੀਕੋਲੋਨਾਈਜੇਸ਼ਨ ਬਾਰੇ ਬਹੁਤ ਗੱਲਾਂ ਕਰਦੇ, ਬੜੇ ਵੱਡੇ ਯੂਨੀਵਰਸਿਟੀ ਵਿੱਚ ਇਹੋ ਜਿਹੇ ਸ਼ਬਦ ਵਰਤੇ ਜਾਂਦੇ ਆ ਕਿ ਅਸੀਂ ਠੀਕ ਹੈ ਉਸ ਚੀਜ਼ ਨੂੰ, ਫਿਰ ਉਹ ਡੀਕੋਲੋਨਾਈਜ਼ਿੰਗ ਫੈਸ਼ਨ ਵੀ ਆ ਗਿਆ, ਹਾਂਜੀ, ਡੀਕੋਲੋਨਾਈਜ਼ਿੰਗ ਬੋਲੀ ਵੀ ਆ ਗਿਆ, ਡੀਕੋਲੋਨਾਈਜ਼ਿੰਗ ਫੂਡ ਵੀ ਆ ਗਿਆ, ਹਾਂਜੀ। ਹੌਲੀ ਹੌਲੀ ਉਹ ਚੀਜ਼ ਫਿਲਾਸਫੀ ਤੱਕ ਪਹੁੰਚੀ, ਪਰ ਇਟਸ ਨਾਟ ਐਸਪੈਕਟ, ਕਿਉਂਕਿ ਉਸ ਚੀਜ਼ ਬਾਰੇ ਪਤਾ ਨਹੀਂ ਹੈ, ਨੌਲੇਜ ਨਹੀਂ ਹੈ। ਸੋ ਮੇਰੇ ਹਿਸਾਬ ਨਾਲ ਜਿੰਨਾ ਆਪਾਂ ਇਤਿਹਾਸ ਤੇ ਬਾਣੀ ਨਾਲ ਜੋੜਾਂਗੇ, ਦੋਨੇ ਇਤਿਹਾਸ ਤੇ ਬਾਣੀ, ਇਤਿਹਾਸ ਜੋ ਗੁਰਬਾਣੀ ਵਿੱਚ ਪ੍ਰੇਮ ਬਾਰੇ ਜਿਹੜੀ ਚੀਜ਼ ਲਿਖੀ ਹੈ, ਇਤਿਹਾਸ ਉਸ ਚੀਜ਼ ਦਾ ਗਵਾਹ ਆ, ਇਟਸ ਪ੍ਰੂਫ ਆਫ ਦੈਟ। ਜਦੋਂ ਦੋਨੇ ਚੀਜ਼ਾਂ ਨਾਲ ਜੁੜਨਗੇ ਤੇ ਅੱਜ ਨਹੀਂ ਸਮਝ ਲੱਗੂਗੀ, ਕੱਲ੍ਹ ਨੂੰ ਨਹੀਂ ਸਮਝੂਗੀ, ਦੇ ਪਾਸ ਔਨ ਸਿੱਖੀ ਇਤਿਹਾਸ ਗੁਰਬਾਣੀ, ਫਿਰ ਉਹ ਅਗਲੀ ਜਨਰੇਸ਼ਨ ਤੱਕ ਵੀ ਉਹ ਚੀਜ਼ ਜੁੜੀ ਰਹੂਗੀ। ਜੇ ਅਗਲੀ ਜਨਰੇਸ਼ਨ ਤੱਕ ਉਹ ਹੌਲੀ ਹੌਲੀ ਮਤਲਬ ਕਿਸੇ ਨੇ ਪੰਥ ਵਿੱਚ ਰੌਲਾ ਪਾਉਣਾ, ਹੁਣ ਅਸੀਂ ਵੱਡੇ ਹੋਏ ਸਾਨੂੰ ਠੀਕ ਹੈ ਪਰਿਵਾਰ ਦੇ ਵਿੱਚ ਪੰਜਾਬ ਦੇ ਪਾਣੀ ਕ੍ਰਾਈਸਿਸ, ਇਹ ਚੀਜ਼ਾਂ ਉਹ ਚੀਜ਼ਾਂ ਸਾਨੂੰ ਜ਼ਿਆਦਾ ਨਹੀਂ ਪਤਾ ਸੀਗਾ, ਠੀਕ ਆ, ਪਤਾ ਸੀਗਾ ਖਾਲਿਸਤਾਨ 'ਚ ਜਰਨੈਲ ਸਿੰਘ ਜੀ, ਬਾਕੀ ਆ ਸਾਰੀਆਂ ਚੀਜ਼ਾਂ ਇਹ ਵਿਸ਼ੇ ਚੱਲ ਰਹੀ ਆ, ਸਮਝ ਨਹੀਂ ਸੀਗੀ, ਪਰ ਪਤਾ ਸੀਗਾ ਇਟਸ ਨੈਸੈਸਰੀ। ਗੁਰਦੁਆਰੇ ਜਾ ਕੇ ਅਸੀਂ ਇੰਨੀ 84 ਦੀਆਂ ਗੱਲਾਂ ਹੋ ਰਹੀਆਂ ਆ। ਹਰੇਕ ਸਾਲ ਸਾਡੇ ਉੱਥੇ ਬਲੂ ਸਟਾਰ ਆਪਰੇਸ਼ਨ ਦੀ ਉਹ ਡਾਕੂਮੈਂਟਰੀ ਦਿਖਾਈ ਜਾਂਦੀ ਸੀਗੀ, ਜਿਹੜੀ BBC ਡਾਕੂਮੈਂਟਰੀ, ਹਰੇਕ ਸਾਲ ਗੁਰਦੁਆਰੇ ਸੀ, ਹਰੇਕ ਸਾਲ ਜਾਣਾ ਉੱਥੇ, ਜਾ ਕੇ ਨਿਆਣੇ ਨੇ ਬਹਿ ਜਾਣਾ। ਤੇ ਹੁਣ ਮੇਰੀ ਸਿੰਘਣੀ ਇੰਡੀਆ ਤੋਂ ਆ, ਉਹ ਕਹਿੰਦੇ ਸਾਡਾ ਕਦੇ ਨਹੀਂ ਅਸੀਂ ਸੁਣਿਆ ਤੱਕ, ਆ ਬਾਹਰ ਆ ਕੇ ਪਹਿਲੀ ਵਾਰੀ ਇਹ ਸੁਣਿਆ ਕਿ 84 ਜਰਨੈਲ ਸਿੰਘ ਆ ਚੀਜ਼ਾਂ ਚ, ਚਲੋ ਆਪ ਮੰਨਦੇ ਹਾਂ ਦਬਾਅ, ਹੋਰ ਚੀਜ਼ਾਂ ਇਹੋ ਜਿਹੀਆਂ ਰਿਅਲਾਈਜ਼ੇਸ਼ਨ ਹੁੰਦੀਆਂ, ਹੋਰ ਇਮੀਗ੍ਰੇਸ਼ਨ ਹੋ ਰਹੀ ਹੈ, ਉਸ ਚੀਜ਼ ਬਾਰੇ ਹੋਰ ਸਿੱਖਿਆ, ਇੱਕ ਵਿਚਾਰ ਉਪਜਦੀ ਆ। ਪਰ ਮੇਨ ਗੱਲ ਇਹ ਹੈ ਕਿ ਉਸ ਚੀਜ਼ ਨੂੰ ਮਨ ਸੁਣਨ ਵਾਸਤੇ ਤਿਆਰ ਆ, willing to open understand ਕਿ ਉਹ ਪ੍ਰੋਬਲਮ ਬਾਰੇ ਪਤਾ ਨਹੀਂ ਹੈ, but we're willing to identify that problem ਕਿ ਇੱਕ ਪੰਥਕ ਦਰਦ ਅੰਦਰ ਪੈਦਾ ਹੋਇਆ। ਜੇ ਤਾਂ ਤੁਸੀਂ ਇਕੱਲੇ ਸਪਿਰਿਚੁਅਲ ਪੱਖ ਦੇ ਵਿੱਚ ਲਾ ਫਿਰ ਉਹ ਦੂਸਰੇ ਪਾਸੇ ਚੱਲ ਜਾਂਦਾ, ਫਿਰ ਤੇ ਠੀਕ ਹੈ, ਕੇਸ ਰੱਖਣ ਦੀ ਵੀ ਨਹੀਂ ਲੋੜ, ਗਾਰਵਰੀ ਦੀ ਰੱਖਣ ਦੀ ਲੋੜ ਆ। ਜਿਹੜਾ ਹਿੱਪੀ ਮੂਵਮੈਂਟ ਚੱਲ ਰਿਹਾ, ਬੈਠ ਕੇ ਆਪਾਂ ਓਮ ਜਪ ਕੇ, ਠੀਕ ਹੈ, ਉਹ ਕਹਿੰਦੇ ਉਹਨਾਂ ਨੇ ਉੱਧਰ ਚੱਲ ਜਾਣਾ ਜੇ ਪੰਥ ਨਾ ਰਿਹਾ, ਹੈ ਨਾ। ਸੋ ਉਹ ਦੋਨੇ ਚੀਜ਼ਾਂ ਕਿਸੇ ਤਰੀਕੇ ਨਾਲ ਇਤਿਹਾਸ ਤੇ ਗੁਰਬਾਣੀ ਮਿਕਸ ਕਰਨਾ ਪੈਣਾ ਹੈ। ਗਦਰੀ ਬਾਬਿਆਂ ਦੀ ਕੀ ਮੂਵਮੈਂਟ ਸੀਗੀ, ਇਹਦੇ ਬਾਰੇ ਬੱਚੇ ਨੂੰ ਕੁਛ ਨਹੀਂ ਪਤਾ। So that is what I was coming to, ਵੀ ਜਿਹੜੀ ਮੈਜੋਰਟੀ, ਕਿਉਂਕਿ ਅਸੀਂ ਆਈਡੈਂਟੀਫਾਈ ਕੀਤਾ ਵੀ ਅਸੀਂ ਬੱਚਿਆਂ ਨੂੰ ਸਿੱਖੀ ਨਾਲ ਜੋੜਨਾ ਚਾਹੁੰਦੇ ਹਾਂ, ਪਰ ਜੇ ਆਪਾਂ ਇਕੱਲੇ ਉੱਥੇ ਹੀ ਖੜ ਜਾਂਦੇ ਵੀ ਅਸੀਂ ਬੱਚੇ, ਬੜੀ ਵਧੀਆ ਖਿਆਲ ਹੈ, ਬੜੀ ਵਧੀਆ ਥਾਟ ਹੈ, ਬਟ ਉਹ ਆਪਦੇ ਆਪ 'ਚ ਫਿਕਰ ਚੋਂ ਨਿਕਲ ਰਹੀ ਹੈ, ਡਰ ਚੋਂ ਨਿਕਲ ਰਹੀ ਹੈ। ਉਹਦਾ ਬੜਾ ਸਪੈਸੀਫਿਕ ਜਿਹਾ ਇੱਕ ਐਂਡ ਪੁਆਇੰਟ ਹੈ ਵੀ ਹਾਂ ਯਾਰ ਸਿੱਖੀ ਨਾਲ ਜੋੜਨਾ ਚਾਹੁੰਦੇ ਹਾਂ ਕਿਸੇ ਨੂੰ, ਆਪਣੇ ਬੱਚੇ ਨੂੰ, ਬਟ ਉਹ ਕਿਉਂਕਿ ਉਹ ਕਿਸੇ ਮਤਲਬ ਰਿਐਕਟਿਵ ਹੈ, ਉਹਦਾ ਐਂਡ ਪੁਆਇੰਟ ਬੜਾ ਸ਼ਾਰਟ ਟਰਮ ਤੇ ਖੜ ਜਾਣੀ ਆ ਉਹ, ਤੇ ਉਹ ਅੱਗੇ ਨਹੀਂ ਜਾਣੀ ਗੱਲ। ਜਦੋਂ ਹੀ ਬੱਚੇ ਨੂੰ ਮਾੜੀ ਜੀ ਵੀ ਅੱਗੋਂ ਪ੍ਰੋਬਲਮ ਆਈ, ਉਹਨੇ ਉਹ ਛੱਡ ਦੇਣੀ ਹੈ। ਇਹਦਾ ਪੱਖ ਇਹ ਵੀ ਹੈ, ਜਦੋਂ ਆਪਾਂ ਪ੍ਰਚਾਰ ਸੁਣਦੇ ਹਾਂ ਦਰਬਾਰ ਦੇ ਵਿੱਚ, ਬਾਣੀ ਪੜ੍ਹਦੇ ਹਾਂ, ਤੇ ਉੱਥੇ ਇੱਕ ਗੱਲ ਜਦੋਂ ਆਪਾਂ ਕਹਿੰਦੇ ਹਾਂ ਵੀ ਇਹ ਲਿਖਿਆ ਹੈ ਸਾਰਾ ਕੁਛ ਝੂਠ ਹੈ, ਤੇ ਇੱਥੇ ਬੱਚੇ ਨੇ, ਨੌਜਵਾਨ ਹੋ ਗਏ ਨੇ ਹੁਣ, ਉਹ ਹੁਣ 6 ਸਾਲ ਹੋ ਗਏ ਕੈਂਪ ਲੱਗਦੇ ਨੇ, 6ਵਾਂ ਕੈਂਪ ਹੈ। ਅਸੀਂ ਇਹਦੇ ਵਿੱਚ ਕਦੇ ਰਾਜ ਭਾਗ ਦੀ ਗੱਲ ਨਹੀਂ, ਸਾਡਾ ਚੈਲੰਜ ਹੋਰ ਸੀ ਜਿਹੜਾ ਆਪਾਂ ਹੁਣ ਗੱਲ ਕਰਦੇ, ਉਹ ਵਾਲਾ ਮੇਨ ਚੈਲੰਜ ਸੀ। ਤੇ ਪਿਛਲੇ ਸਾਲ ਕੋਵਿਡ ਕਰਕੇ ਕੈਂਪ ਨਾਲ ਲੱਗਿਆ ਸੀ, ਮੀਟਿੰਗ ਕੀਤੀ, ਉੱਥੇ ਬੱਚੇ ਨੌਜਵਾਨ ਇਕੱਠੇ ਹੋਏ, ਤੇ ਉੱਥੇ ਮੈਂ ਇਹ ਮਸਲਾ ਛੇੜ ਦਿੱਤਾ। ਤੁਸੀਂ ਹੈਰਾਨ ਹੋਵੋਗੇ, ਅੰਮ੍ਰਿਤਧਾਰੀ ਬੱਚੇ, ਤੁਸੀਂ ਸ਼ਾਇਦ ਉੱਥੇ ਸੀ, ਉਹਨਾਂ ਦਾ ਰਿਸਪੌਂਸ ਇਹ ਸੀਗਾ, ਦਿਸ ਇਜ਼ ਮਾਇਆ, ਰਾਜ ਭਾਗ ਇਜ਼ ਮਾਇਆ, ਇਹਦੇ 'ਚ ਅਸੀਂ ਕਿਉਂ ਉਲਝੀਏ?
ਨੋਬਡੀ ਸਟਾਪਿੰਗ ਅਸ ਨਾ ਅੰਮ੍ਰਿਤ ਛਕ ਗਿਆ ਖਾਣੇ ਮੈਂ 2 ਵਜੇ ਉੱਠੀਏ ਸੀ ਆ ਜੋ ਮਰਜ਼ੀ ਕਰੀਏ ਅਸੀਂ ਰੁਕਦਾ ਨਹੀਂਗਾ ਪਰ ਰਾਜਪਾਲ ਸਮਾਇਆ ਮੇਰੇ ਵਾਸਤੇ ਉਹ ਇੱਕ ਬਹੁਤ ਜ਼ਿਆਦਾ ਮਤਲਬ ਇੱਕ ਖਤਰੇ ਦੀ ਘੰਟੀ ਸੀ ਵੀ ਜੋ ਅਸੀਂ ਇਹਨਾਂ ਨੂੰ ਜਿਹੜਾ ਰਾਹ ਅਸੀਂ ਦਿਖਾ ਰਹੇ ਹਾਂ ਇਹ ਤਾਂ ਸੈਲਫ ਅਨਹਾਈਲੇਸ਼ਨ ਵਾਲਾ ਪਾਥ ਹੈ ਇਹਦੇ 'ਚ ਮੈਂ ਇਸ ਗੱਲ 'ਚ ਬਿਲਕੁਲ ਕਿੰਤੂ ਨਹੀਂ ਕਰੂੰਗਾ ਵੀ ਬਾਜਾਂ ਵਾਲੇ ਪਾਤਸ਼ਾਹ ਨੇ ਜਿੱਥੇ ਜਿਹਨੂੰ ਜਦੋਂ ਜਿਵੇਂ ਲਿਆ ਕੇ ਖੜਾ ਕਰਕੇ ਤੇ ਸਾਹਮਣੇ ਦੁਨੀਆ ਭਾਵੇਂ ਸਾਰੀ ਖੜੀ ਹੋਵੇ ਉਹ ਵੀ ਨਿਭੂਗੀ ਮੈਂ ਇਸ ਗੱਲ ਨੂੰ ਬਿਲੀਵ ਕਰਦਾ ਪਰ ਜਿਹੜਾ ਸਾਡਾ ਅੱਜ ਦਾ ਫਰਜ਼ ਹੈ ਇਸ ਜਨਰੇਸ਼ਨ ਤੋਂ ਅਗਲੀ ਜਨਰੇਸ਼ਨ ਤੱਕ ਚਲੇ ਜਾਣਾ ਉਹਦੇ ਵਿੱਚ ਹੁਣ ਜਿਹੜੀ ਪੰਜਾਬੀ ਬੋਲੀ ਆ ਸਿੱਖੀ ਜਿਹੜੀ ਹੈ ਪੰਜਾਬੀ ਬੋਲੀ ਨਾਲ ਲਿਮਿਟਡ ਨਹੀਂ ਹੈਗੀ ਕੋਈ ਵੀ ਮਤਲਬ ਸਿੱਖ ਬਣ ਸਕਦਾ ਪਰ ਸਿੱਖੀ ਨੂੰ ਪ੍ਰੀਜ਼ਰਵ ਕਰਨ ਵਾਸਤੇ ਇਸ ਪਰੰਪਰਾ ਨੂੰ ਇਸ ਸਿਧਾਂਤ ਨੂੰ ਇੱਕ ਜਨਰੇਸ਼ਨ ਤੋਂ ਅਗਲੇ ਜਨਰੇਸ਼ਨ ਜਾਣ ਵਾਸਤੇ ਪੰਜਾਬੀ ਦਾ ਬਹੁਤ ਵੱਡਾ ਇੱਕ ਅਹਿਮ ਹਿੱਸਾ ਹੈ ਜਿਹਨੂੰ ਅਸੀਂ ਚਾਹੁੰਦੇ ਹੋਏ ਵੀ ਅੱਜ ਮਤਲਬ ਪੂਰਾ ਜ਼ੋਰ ਲਾਉਣ ਦੇ ਬਾਵਜੂਦ ਵੀ ਅਸੀਂ ਉਹਨੂੰ ਰੋਕ ਨਹੀਂ ਸਕਦੇ ਉਹ ਸਾਨੂੰ ਸੋ ਐਨੀਵੇ ਮਤਲਬ ਇਹ ਗੁੱਡ ਮੈਨੂੰ ਲੱਗਦਾ ਵੀ ਇਹ ਸਟਾਰਟ ਸੀਗਾ ਆਪਾਂ ਬੈਕਵਰਡ ਚੱਲੀਏ ਹੁਣ ਇੱਥੋਂ ਮੈਨੂੰ ਲੱਗਦਾ ਸੌਖਾ ਰਹੂਗਾ ਹੁਣ ਬੈਟਰ ਹੋਊਗਾ ਆਪਾਂ ਨੂੰ ਸਾਰੀ ਗੱਲ ਦੀ ਸਮਝ ਮੈਨੂੰ ਲੱਗਦਾ ਸੌਖੀ ਪਊਗੀ ਬਈ ਇਸ ਮਾਹੌਲ ਦੇ ਵਿੱਚ ਜਿੱਥੇ ਆਪਾਂ ਅੱਜ ਬੈਠੇ ਹਾਂ ਅਸੀਂ ਸਾਰੇ ਪੇਰੈਂਟਸ ਹਾਂ ਕੱਲ ਨੂੰ ਗ੍ਰੈਂਡ ਪੇਰੈਂਟਸ ਬਣਾਂਗੇ ਕੋਈ ਗ੍ਰੈਂਡ ਪੇਰੈਂਟਸ ਬੈਠੇ ਹੈ ਉਹਨਾਂ ਨੂੰ ਅੱਜ ਕਿਹੜੀ ਚੀਜ਼ ਤੁਹਾਨੂੰ ਲੱਗਦਾ ਹੈ ਬਈ ਬਿਗੇਸਟ ਥ੍ਰੈਟ ਹੈ ਇੰਪੈਂਡਿੰਗ ਕੈਟਾਸਟ੍ਰੋਫੀ ਇੱਕ ਹੈਗਾ ਵੀ ਆਪਣੇ ਬੱਚਿਆਂ ਨੂੰ ਇਸ ਚੀਜ਼ ਤੋਂ ਬਚਾ ਲਓ ਜੇ ਤੁਸੀਂ ਇਸ ਚੀਜ਼ ਤੋਂ ਨਾ ਬਚਾਇਆ ਤੇ ਸਮਝੋ ਕਿ ਆਪਾਂ ਉਹਨਾਂ ਵਾਲੀ ਵਾਰ ਸਕੂਲ ਇਹ ਆਪਣਾ ਕੰਸਰਨ ਹੈਗਾ ਪੈਸਾ ਕਿ ਨਹੀਂ ਹੈਗਾ ਸਰ ਵੀ ਕਿਹੜੀ ਕੋਈ ਇਹੋ ਚੀਜ਼ ਤੁਹਾਨੂੰ ਦੱਸੋ ਵੀ ਜਿਹੜੀ ਤੁਸੀਂ ਐਨਾਲਾਈਜ਼ ਕੀਤੀ ਹੋਵੇ ਵਿੱਚ ਆਪਾਂ ਤਾਂ ਬੈਠੇ ਆ ਵੀ ਸਿੱਖੀ ਬਿਠਾਵਾਂਗੇ ਅੰਮ੍ਰਿਤ ਛਕਾਵਾਂਗੇ ਇਹਨਾਂ ਨੂੰ ਨਿਤਨੇਮ ਕਰਨਗੇ ਇਤਿਹਾਸ ਤੋਂ ਜਾਣੂ ਹੋਣਗੇ ਪਰ ਇਹ ਮਾਹੌਲ ਦੇ ਵਿੱਚ ਅੱਜ ਕੀ ਮਤਲਬ ਕਹਾਣੀ ਚੱਲ ਰਹੀ ਹੈ ਵੀ ਜਿਹਦਾ ਸਾਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ ਜਿਹਦੇ ਕਰਕੇ ਸਾਡੇ ਆ ਜਿਹੜੇ ਕੀਤੇ ਕੰਮ ਨੇ ਇਹਨਾਂ ਦਾ ਕੋਈ ਸਾਰਥਕ ਕੋਈ ਇੱਕ ਪੋਜ਼ਿਟਿਵ ਕੋਈ ਕੰਸਿਸਟੈਂਟ ਕੋਈ ਇੱਕ ਲੌਂਗ ਲਾਸਟਿੰਗ ਕੋਈ ਇਹਦਾ ਇੰਪੈਕਟ ਬਣ ਸਕਦਾ ਜਿਹਦੇ ਤੋਂ ਇਲਾਵਾ ਕਿਸੇ ਦਾ ਕੋਈ ਸਵਾਲ ਹੋਵੇ ਮੈਨੂੰ ਲੱਗਦਾ ਤੁਸੀਂ ਸਾਰੇ ਐਗਰੀ ਕਰਦੇ ਮੇਰੇ ਸਵਾਲ ਨਾਲ ਕਿ ਨਹੀਂ ਕਰਦੇ ਸਾਰੇ ਆਪਾਂ ਮਤਲਬ ਚਾਹੁੰਦੇ ਅਸੀਂ ਵੀ ਸਾਨੂੰ ਇਸ ਗੱਲ ਦਾ ਪਤਾ ਹੋਵੇ ਸਾਰਿਆਂ ਨੂੰ ਜਿਹੜਾ ਆਪਾਂ ਭਾਜੀ ਉਹਨਾਂ ਨੇ ਜਿੱਦਾਂ ਸਵਾਲ ਕੀਤੇ ਹਰਮਨਵੀਰ ਜੀ ਉਹਨਾਂ ਨੇ ਬਹੁਤ ਵਧੀਆ ਜਵਾਬ ਦਿੱਤਾ ਵੀ ਇੰਡੀਆ ਜਾਣਾ ਚਾਹੀਦਾ ਕਨੈਕਸ਼ਨ ਬਣਿਆ ਰਹਿੰਦਾ ਹੋ ਸਕਦਾ ਮੈਂ ਪੂਰਾ ਕੁਐਸਚਨ ਨਾ ਸਹੀ ਆਪਦਾ ਕਰ ਸਕਾਂ ਥੋੜਾ ਅੰਡਰਸਟੈਂਡ ਕਰਿਓ ਆਪਾਂ ਜਾਣਾ ਜ਼ਰੂਰੀ ਆ ਆਪਣੀਆਂ ਰੂਟਸ ਉੱਥੇ ਨੇ ਜੋੜਨਾ ਜ਼ਰੂਰੀ ਆ ਪਰ ਆਪਾਂ ਕੱਲ੍ਹ ਨੂੰ ਮੰਨ ਲਓ ਆਪਾਂ ਨੂੰ ਕੋਈ ਆਪਣਾ ਮੁਲਕ ਮਿਲ ਵੀ ਜਾਂਦਾ ਕਿਤੇ ਨੇਮ ਕਰ ਖਾਲਿਸਤਾਨ ਕਹਿੰਦੇ ਆਪਾਂ ਤੇ ਆਪਣੇ ਤੋਂ ਉੱਥੇ ਕਿੰਨੇ ਜਾਣੇ ਜਾਊਗੇ ਕੋਈ ਜਾਊਗਾ ਕੋਈ ਨਹੀਂ ਜਾਊਗਾ ਕਿਉਂਕਿ ਸਾਰਿਆਂ ਦਾ ਆਪੋ ਆਪਣਾ ਕੰਮ ਦਾ ਸਾਰਾ ਕੁਝ ਹੈਗਾ ਆਪਣਾ ਜਿੱਦਾਂ ਹੁਣ ਜਿੱਦਾਂ ਹਾਲੇ ਲੱਗ ਰਿਹਾ ਆਪਣੀ ਇਹ ਉਹ ਲੰਬੀ ਲੜਾਈ ਆ ਚੱਲਣੀ ਆ ਜਿਹੜੀ ਆਪਣੇ ਦੇਸ਼ ਦੀ ਆ ਉਹ ਲੰਬੀ ਲੜਾਈ ਆ ਪਰ ਇਨ ਦ ਮੀਨ ਟਾਈਮ ਜਿੱਦਾਂ ਹੁਣ ਆਪਾਂ ਇੱਥੇ ਰਹਿੰਦੇ ਆ ਵੀ ਕੈਲੀਫੋਰਨੀਆ ਜਾਂ ਕੈਨੇਡਾ 'ਚ ਜਿੱਦਾਂ ਵੀ ਕੈਨੇਡਾ 'ਚ ਹੁਣ ਆਪਣੀ ਇੰਨੀ ਆਬਾਦੀ ਹੋ ਗਈ ਆਪਾਂ ਇਹਦੇ ਵਿੱਚ ਕੋਈ ਲੂਪ ਹੋਲ ਕੋਈ ਲੱਭ ਕੇ ਵੀ ਆਪਾਂ ਇੱਥੇ ਉਹ ਚੀਜ਼ ਜਿਹੜੀ ਭਾਜੀ ਹੁਣੀ ਕਹਿ ਰਹੇ ਨੇ ਫੀਲ ਹੋ ਰਹੀ ਆ ਆਪਾਂ ਇੱਥੇ ਉਹਨੂੰ ਕਿਉਂ ਨਹੀਂ ਚਲਾ ਸਕਦੇ ਉਹਦੇ ਬਾਰੇ ਜੇ ਮਤਲਬ ਜਿਹੜੀ ਉਹ ਕੁਐਸਚਨ ਸਮਝ ਗਿਆ ਮੈਨੂੰ ਸਮਝਾਉਣਾ ਔਖਾ ਹੋਣਾ ਮੈਂ ਨਹੀਂ ਪਹਿਲਾਂ ਹੋਇਆ ਇਹ ਯੂਜ਼ ਨੇ ਗੈਟੋਸ ਦੇ ਵਿੱਚ ਕੀਤਾ ਇਹ ਉਹ ਰਹਿੰਦੇ ਨਿਊਯਾਰਕ ਵਿੱਚ ਸੀਗੇ ਪਰ ਉਹ ਹੁੰਦਾ ਸੀ ਐਂ ਵੀ ਜਿੱਦਾਂ ਟੋਟਲੀ ਆਈਸੋਲੇਟਡ ਨੇ ਅਮਰੀਕਾ ਦੇ ਕਲਚਰ ਤੋਂ ਪਰ ਅੱਜ ਕੱਲ੍ਹ ਤਾਂ ਇੰਡੀਆ ਵੀ ਇਸ ਚੀਜ਼ ਤੋਂ ਬਚਿਆ ਨਹੀਂ ਹੋਇਆ ਪੰਜਾਬ ਵੀ ਇਸ ਗੱਲ ਤੋਂ ਬਚਿਆ ਹੋਇਆ ਸਾਰਾ ਕੁਝ ਹੀ ਮਤਲਬ ਇੰਨਾ ਸੋਸ਼ਲ ਮੀਡੀਆ ਨੇ ਇੱਕ ਵਨ ਮਤਲਬ ਵਰਲਡ ਬਣਾਤਾ ਉਹਨਾਂ ਨੇ ਸੋ ਇਹ ਕਿੰਨਾ ਕੁ ਪੋਸੀਬਲ ਹੋਊਗਾ ਕਿੰਨੇ ਪਰ ਮੈਨੂੰ ਲੱਗਦਾ ਮੇਨ ਸਾਡਾ ਇਸ ਵੇਲੇ ਜਿੱਥੇ ਆਪਾਂ ਕ੍ਰਾਸ ਰੋਡ ਤੇ ਖੜੇ ਹਾਂ ਕਿਸੇ ਦਾ ਬੱਚਾ 10 ਸਾਲ ਦਾ ਹੈ ਕਿਸੇ ਦਾ 12 ਦਾ ਹੈ ਕੱਲ੍ਹ ਉਹਨੇ 13 ਦਾ ਹੋ ਜਾਣਾ ਹੈ ਤੇ ਉਹਨੇ ਫਿਰ ਕੱਲ੍ਹ ਨੂੰ ਯੂਨੀਵਰਸਿਟੀਆਂ ਜਾਣਾ ਸ਼ੁਰੂ ਕਰਨਾ ਹੈ ਉਹਨੇ ਪੜ੍ਹਨਾ ਘਰੋਂ ਬਾਹਰ ਜਾਊਗਾ ਉਹਨੇ ਕਹਿਣਾ ਬਈ ਮੈਂ ਜੀ ਜਿਵੇਂ ਸਾਡਾ ਬੇਟਾ ਸੀਗਾ ਮੈਂ UCLA ਜਾ ਮੈਂ ਇਸ ਲੌਂਗ ਸਟੋਰੀ ਮੈਂ ਤਾਂ ਜਾਣਾ ਨਹੀਂ ਚਾਹੁੰਦਾ ਪਰ ਮਿਹਨਤਾਂ ਤਰਲੇ ਕੀਤੇ ਪਰਿਵਾਰ ਨੇ ਰਲ ਕੇ ਮਿਹਨਤਾਂ ਤਰਲੇ ਕੀਤੇ ਪੁੱਤ ਨਾ ਜਾਏ ਪੁੱਤ ਨਾ ਜਾ ਤੈਨੂੰ ਡੇਰਸ ਤੋਂ ਇੱਥੇ ਰਹਿ ਲਾ ਤੂੰ ਘਰ ਰਹਿ ਲਾ ਅੱਜ ਉਹ ਬੱਚਾ ਲੋਕੀ ਜਦੋਂ ਉਹਨੂੰ ਸਲਾਹ ਪੁੱਛਦੇ ਨੇ ਇਹਦੇ ਘਰ ਛੱਡ ਕੇ ਨਾ ਜਾ ਘਰੋਂ ਦੂਰ ਨਾ ਜਾ ਤੁਸੀਂ ਮਾਰੇ ਜਾਓ
ਤੁਸੀਂ ਘਰ ਛੱਡ ਕੇ ਉਹੀ ਬੱਚਾ ਜਿਹੜਾ ਮੈਨੂੰ ਕਹਿੰਦਾ ਗੁੱਸੇ ਹੋ ਕੇ ਮੈਂ ਜਾਣਾ ਗੁੱਸੇ ਚੱਲੇ ਜਾਣਾ ਅੱਜ ਉਹ ਕਹਿੰਦਾ ਨਾ ਮੈਂ ਇੱਥੇ ਸੋ ਇਹ ਜਿਹੜਾ ਸਾਡਾ ਇੰਪੈਂਡਿੰਗ ਹੁਣ ਜਿਹੜੇ ਮਤਲਬ ਅਗਲੇ ਜਿਹੜੇ ਚੈਲੰਜਸ ਸਾਨੂੰ ਆਉਣਗੇ ਲੌਂਗ ਕੁਐਸਚਨ ਦਾ ਜਵਾਬ ਬਹੁਤ ਵੱਡਾ ਹੈ ਇਸ ਚੀਜ਼ ਦਾ ਵੀ ਕਿਉਂਕਿ 13 ਸਾਲ ਦੇ ਬੱਚੇ ਨੂੰ ਕੁਝ ਹੋਣਗੇ 10 ਸਾਲ ਦੇ ਨੂੰ ਕੁਝ ਹੋਰ ਹੋਣਗੇ ਉਹਨਾਂ ਪਰਿਵਾਰਾਂ ਨੂੰ ਜਿਹੜੇ ਯੂਨੀਵਰਸਿਟੀ ਜਾਣ ਲੱਗੇ ਨੇ ਬੱਚੇ ਉਹਨਾਂ ਨੂੰ ਕੁਝ ਹੋਰ ਤਰ੍ਹਾਂ ਦੀਆਂ ਮਤਲਬ ਚੁਣੌਤੀਆਂ ਹੋਣਗੀਆਂ ਇਹਨਾਂ ਬਾਰੇ ਤੁਸੀਂ ਕਿਵੇਂ ਇਸ ਗੱਲ ਨੂੰ ਆਪਾਂ 2 ਦਿਨ ਲੱਗ ਜਾਣੇ ਜਵਾਬ ਦਾ ਸਵਾਲ ਦਾ ਜਵਾਬ ਲੱਭੇ ਤਾਂ ਵੀ ਕੋਈ ਗੱਲ ਨਹੀਂ। ਮੈਂ ਜੀ ਪਿਛਲੇ ਮਹੀਨੇ ਇੰਗਲੈਂਡ ਜਾ ਕੇ ਆਇਆ ਉੱਥੇ ਵੀ ਕੈਂਪ ਸੀਗਾ ਸਿੱਖ ਟੂ ਇੰਸਪਾਇਰ ਕੈਂਪ ਦਾ ਨਾਂ ਸੀ ਤੇ ਉਹਨਾਂ ਨੇ ਆਪਣਾ ਕੈਂਪ ਵੰਡਿਆ ਹੋਇਆ ਸੀ ਏਜ ਮੁਤਾਬਕ ਛੋਟੇ ਬੱਚੇ ਵੀ ਸੀਗੇ ਤੇ ਅਡਲਟਸ ਵੀ ਸੀਗੇ ਜਿਵੇਂ ਆਪਾਂ ਇੱਥੇ ਬੈਠੇ ਹਾਂ ਤੇ ਕਾਫੀ ਨੇ ਚਿੱਟੀਆਂ ਦਾੜੀਆਂ ਵੀ ਸੀਗੀਆਂ ਤੇ ਜੋ ਮੈਂ ਬੋਲਣ ਲੱਗਿਆ ਪੰਜਾਬੀ ਸ਼ੁਰੂ ਕੀਤਾ ਮੈਂ 5-6 ਮਿੰਟ ਪੰਜਾਬੀ 'ਚ ਬੋਲਿਆ ਉਹਨੇ ਆਪ ਹੱਥ ਖੜਾ ਕਰਕੇ ਮੈਨੂੰ ਕਿਹਾ ਕਿ ਪਲੀਜ਼ ਸਪੀਕ ਇੰਗਲਿਸ਼ ਜਿਹੜੇ ਉੱਥੋਂ ਦੇ ਅਡਲਟਸ ਨੇ ਮਾਂ-ਬਾਪ ਨੇ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਉਹਨਾਂ ਦੀ ਦੇ ਬੋੜੀ ਉਹ ਉੱਥੋਂ ਤੱਕ ਪਹੁੰਚ ਗਏ ਕਿ ਉਹਨਾਂ ਨੂੰ ਆਪਣੇ ਗ੍ਰੈਂਡ ਕਿਡਸ ਪੋਤੇ ਪੋਤੀਆਂ ਨੂੰ ਉਹ ਅੰਗਰੇਜ਼ੀ 'ਚ ਬੋਲਦੇ ਆ ਸਾਰੇ ਗੱਲ ਅੰਗਰੇਜ਼ੀ 'ਚ ਕਰਦੇ ਆ ਪੰਜਾਬੀ ਤੱਕ ਉਹਨਾਂ ਨੂੰ ਕੋਈ ਕਨੈਕਸ਼ਨ ਹੈ ਨਹੀਂ 1-2 ਪੀੜ੍ਹੀਆਂ ਤੱਕ ਮੈਨੂੰ ਲੱਗਦਾ ਸਾਡਾ ਵੀ ਉਹ ਹਾਲ ਇੱਥੇ ਬਣ ਜਾਣਾ ਕੈਨੇਡਾ ਵਿੱਚ ਇੰਗਲੈਂਡ ਇੱਥੇ ਅਮਰੀਕਾ ਵਿੱਚ ਕਿ ਸਾਡੇ ਕੋਲੋਂ ਵੀ ਉਹ ਪੰਜਾਬੀ ਭਾਸ਼ਾ ਵਿਛੜ ਜਾਣੀ ਹੈ ਸਰੂਪ ਹੋਊਗਾ ਪਰ ਮੇਨ ਗੱਲ ਇਹ ਹੁੰਦੀ ਆ ਮੈਂ ਵੀ ਇਸ ਗੱਲ ਦਾ ਦੋਸ਼ੀ ਹਾਂ ਕਿ ਜਿਹੜੀ ਸਾਡੀ ਸੋਚ ਉਹ ਕਿਹੜੀ ਭਾਸ਼ਾ 'ਚ ਹੋ ਰਹੀ ਆ ਮੈਂ ਇੰਗਲਿਸ਼ ਵਿੱਚ ਸੋਚ ਰਿਹਾ ਜਾਂ ਪੰਜਾਬੀ ਵਿੱਚ ਸੋਚ ਰਿਹਾ ਜਦੋਂ ਮੈਂ ਆਪਣੇ ਆਪ ਨਾਲ ਗੱਲ ਕਰ ਰਿਹਾ ਮੈਂ ਪੰਜਾਬੀ 'ਚ ਗੱਲ ਕਰ ਰਿਹਾ ਜਾਂ ਮੈਂ ਇੰਗਲਿਸ਼ 'ਚ ਗੱਲ ਕਰ ਰਿਹਾ ਤੇ ਜਿਹੜੇ ਸਾਡੇ ਇੱਥੇ ਬੱਚੇ ਆ ਉਹ ਸਭ ਇੰਗਲਿਸ਼ ਵਿੱਚ ਆਪਣੇ ਆਪ ਨਾਲ ਗੱਲ ਕਰਦੇ ਆ ਸੋਚਦੇ ਇੰਗਲਿਸ਼ ਵਿੱਚ ਆ ਤੇ ਉਹਨੂੰ ਸਟਰੈਂਥ ਉਹਨੂੰ ਪੰਜਾਬੀ 'ਚ ਲਿਆਉਣਾ ਇੱਕ ਬਹੁਤ ਜ਼ਿਆਦਾ ਵੱਡਾ ਆਬਸਟਕਲ ਆ ਜਿਵੇਂ ਸਿੰਘਾਂ ਨੇ ਇੱਥੇ ਉਦਮ ਕੀਤਾ ਕਿ ਸਾਰਿਆਂ ਨੂੰ ਤੇ ਪੰਜਾਬੀ ਨਾਲ ਜੋੜਨਾ ਇਹ ਇਸ ਤਰੀਕੇ ਨਾਲ ਨਹੀਂ ਹੋਣਾ ਪਰ ਜਿੰਨਾ ਚਿਰ ਸਾਡੀ ਸੋਚ ਪੰਜਾਬੀ 'ਚ ਨਹੀਂ ਹੁੰਦੀ ਰਾਈਟ ਤੇ ਅੱਜ ਨਹੀਂ ਤੇ ਕੱਲ੍ਹ ਨੂੰ ਨਹੀਂ ਤੇ ਸਾਡੇ ਬੱਚਿਆਂ ਨੇ ਉੱਧਰ ਨੂੰ ਹੋ ਜਾਣਾ ਤੇ ਉਹ ਸਾਡੀ ਲੈਂਗੁਏਜ ਨਾਲ ਸਾਡੀ ਭਾਸ਼ਾ ਨਾਲ ਸਾਡੇ ਸੱਭਿਆਚਾਰ ਸਾਡੀ ਰਹਿਣੀ ਬਹਿਣੀ ਉੱਠਣੀ ਸਭ ਕੁਝ ਕਨੈਕਟਡ ਆ ਇੱਕ ਪਹਿਲਾ ਮਤਲਬ ਇਹ ਮਸਲਾ ਜਿਹੜਾ ਆਪਾਂ ਸੋਨਾ ਨੂੰ ਰੇਸ ਕੀਤਾ ਵੀ ਜਿਹੜਾ ਸਭ ਤੋਂ ਪਹਿਲਾ ਜਿਹੜਾ ਸਾਡਾ ਮਤਲਬ ਫਰਜ਼ ਬਣਦਾ ਹੈ ਇੱਕ ਮਾਂ-ਬਾਪ ਹੋਣ ਦੇ ਨਾਤੇ ਕਿ ਸਾਡੇ ਪਰਿਵਾਰ ਦੇ ਵਿੱਚ ਕਿਹੜੀ ਭਾਸ਼ਾ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ ਤੇ ਕਿਹੜੀ ਨੂੰ ਜ਼ਹਿਰ ਸਮਝਿਆ ਜਾਂਦਾ ਹੈ ਜੇ ਅਸੀਂ ਸਿੱਖੀ ਦੇ ਪ੍ਰਤੀ ਮਤਲਬ ਸਾਡਾ ਇੱਕ ਮਤਲਬ ਕੋਈ ਜਿਹੜਾ ਛੋਟੇ ਬੱਚੇ ਉਹਨਾਂ ਵਾਸਤੇ ਕੰਮ ਸੌਖਾ ਹੈ ਉਹ ਇਸ ਚੀਜ਼ ਨੂੰ ਮਤਲਬ ਸਮਝ ਕੇ ਤੇ ਇਹਨੂੰ ਇੰਪਲੀਮੈਂਟ ਕਰ ਸਕਦੇ ਅੱਜ ਇਹਨਾਂ ਦੇ ਵੱਡੇ ਹੋ ਗਏ ਉਹਨਾਂ ਵਾਸਤੇ ਹੋਰ ਗੱਲਾਂ ਆਉਣਗੀਆਂ ਅੱਗੇ ਜਾ ਹੁਣ ਆਪਾਂ ਮਹਾਰਾਜਾ ਦਲੀਪ ਸਿੰਘ ਦੇ ਜੀਵਨ ਨਾਲ ਵੇਖੀਏ ਉਹਨਾਂ ਨਾਲ ਕੀ ਹੋਇਆ ਉਹਨਾਂ ਨਾਲ ਤਾਂ ਜ਼ਬਰਦਸਤੀ ਹੋਇਆ ਉਹਨਾਂ ਨੂੰ ਪੰਜਾਬ ਤੋਂ ਖਿੱਚ ਕੇ ਇੰਗਲੈਂਡ ਲਿਆਂਦਾ ਗਿਆ ਉਹਨਾਂ ਦੇ ਕੇਸ ਕਤਲ ਕੀਤੇ ਗਏ ਉਹਨਾਂ ਦੀ ਭਾਸ਼ਾ ਬਦਲੀ ਗਈ ਉਹਨਾਂ ਦਾ ਧਰਮ ਬਦਲ ਕੀਤਾ ਗਿਆ ਸਭ ਕੁਝ ਹੋਇਆ ਵਿਆਹ ਉਹਨਾਂ ਦਾ ਹੋਰ ਕੋਈ ਧਰਮ ਨਾਲ ਈਜਿਪਟ ਤੋਂ ਬੀਬੀ ਸੀ ਉਹਦੇ ਨਾਲ ਕਰਾਇਆ ਗਿਆ ਸਭ ਕੁਝ ਉਹਨਾਂ ਦਾ ਨਾਮੋ ਨਿਸ਼ਾਨ ਮੇਟਦਾ ਸੀਗਾ ਇੱਕ ਇੰਨੇ ਵੱਡੇ ਰਾਜ ਭਾਗ ਦੇ ਜਿਹੜੇ ਸੀਗੇ ਮਾਲਕ ਤੇ ਉਹੀ ਸਾਡੇ ਬੱਚਿਆਂ ਨਾਲ ਸਾਡੇ ਨਾਲ ਅਸੀਂ ਆਪ ਕਰ ਰਹੇ ਹਾਂ ਸਾਡੇ ਬੱਚੇ ਅੱਜ ਇਹ ਕਰ ਨਹੀਂ ਰਹੇ ਤਾਂ ਹੋਣ ਦੇ ਰਹੇ ਹਾਂਜੀ ਹੋਣ ਦੇ ਰਹੇ ਹਾਂ ਇੱਥੇ ਮਾਮ ਦੇਖਦਾ ਕਿ ਕਿਸੇ ਨੇ ਮੈਕਸੀਕਨ ਨਾਲ ਵਿਆਹ ਕਰਾ ਲਿਆ ਇੰਟਰਫੇਥ ਮੈਰਿਜ ਦੀ ਗੱਲ ਹੁੰਦੀ ਹੈ ਇੱਥੋਂ ਤੱਕ ਅਜੀ ਸਿੱਖੀ ਸਰੂਪ ਵਿੱਚ ਲੋਕ ਜ਼ਹਿਰ ਉਗ ਰਹੇ ਨੇ ਕਿ ਇੰਟਰਫੇਅਰ ਮੈਰਿਜ ਓਕੇ ਕਰ ਸਕਦੇ ਹਾਂ ਮੈਂ ਕੱਲ ਭਾਈ ਹਰਮਨ ਸਿੰਘ ਨਾਲ ਗੱਲ ਕਰ ਰਿਹਾ ਸੀਗਾ ਇੱਕ ਬੰਦਾ ਪਤਾ ਨਹੀਂ ਇੱਥੇ ਸਾਡੇ ਅਮਰੀਕਾ ਦਾ ਉਹਨੇ ਵੀਡੀਓ ਪਾਈ ਆਨਲਾਈਨ ਮੈਂ ਵੇਖੀ ਕਹਿੰਦਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਇੰਟਰਫੇਸ ਮੈਰਿਜ ਸੀ ਕਹਿੰਦਾ ਉਦੋਂ ਕਿਹੜਾ ਕੋਈ ਸਿੱਖ ਸੀਗੇ ਇਹ ਜੀ ਤਰਕ ਪੈਦਾ ਕੀਤੀ ਮਾਤਾ ਸੁਲੱਖਣੀ ਜੀ ਤਾਂ ਸਿੱਖ ਹੀ ਨਹੀਂ ਸੀਗੇ ਉਹਨਾਂ ਦੀ ਇੰਟਰਫੇਸ ਮੈਰਿਜ ਹੋਈ ਤੇ ਅਸੀਂ ਕਿਉਂ ਨਹੀਂ ਕਰਾ ਸਕਦੇ ਇਹ ਜੇ ਤਰਕ ਸਾਡੇ ਬੱਚਿਆਂ ਨੂੰ ਦੱਸ ਰਹੇ ਇੰਗਲਿਸ਼ ਵਿੱਚ ਹਨਾ ਤੇ ਹੁਣ ਜਿੱਥੇ ਸਾਡੇ ਬੱਚੇ ਜਿੱਥੋਂ ਸਾਨੂੰ ਗਿਆਨ ਮਿਲ ਰਿਹਾ ਸਿੱਖਿਆ ਮਿਲ ਰਹੀ ਆ ਸਾਨੂੰ ਵੀ ਸੁਚੇਤ ਹੋਣਾ ਪੈਣਾ ਪੇਰੈਂਟਸ ਨੂੰ ਜੇ ਪੇਰੈਂਟਸ ਸੀਰੀਅਸ ਆ ਤੇ ਉਹਨਾਂ ਦਾ ਬੱਚਾ ਬਚ ਸਕਦਾ ਜੇ ਪੇਰੈਂਟਸ ਸੀਰੀਅਸ ਨਹੀਂ ਉਹ ਬੱਚਾ ਨਹੀਂ ਬਚ ਸਕਦਾ ਜੇ ਮਾਂ-ਬਾਪ ਨੂੰ ਇੱਥੋਂ ਤੱਕ ਕੀ ਹੈ ਕਿ ਜੀ ਇਹਨੂੰ ਨਾਨਾ ਨਾਨੀ ਕਹਿਣਾ ਆ ਜਾਵੇ ਤੇ ਥੋੜੇ ਰੋਟੀ ਤੇ ਪਾਣੀ ਤੇ ਦੁੱਧ ਇੰਨਾ ਕਹਿਣਾ ਸਿੱਖ ਲਿਆ ਬੱਚੇ ਨੇ ਤੇ ਬਹੁਤ ਆ ਤੇ ਬਾਕੀ ਜੀ ਹੁਣ ਕੈਨੇਡਾ 'ਚ ਰਹਿੰਦੇ ਆ ਅਮਰੀਕਾ 'ਚ ਰਹਿੰਦੇ ਆ ਸਾਡੇ ਇੱਥੇ ਬਿਜ਼ਨਸ ਆ ਅਸੀਂ ਹੋਰ ਸਭ ਸਾਰਿਆਂ ਨਾਲ ਮਿਲਣਾ ਵਰਤਣਾ ਤੇ ਤੁਹਾਡੀ ਪਨੀਰੀ ਤੇ ਗਈ ਜਿਹੜੀ ਬੱਚਿਆਂ ਦੀ ਪਾਲਣਾ ਹੋ ਰਹੀ ਹੈ ਨਾ ਉਹ ਮੋਹ ਕਰਕੇ ਹੋ ਰਹੀ ਹੈ ਨਾ ਕਿ ਪੰਥਕ ਦਰਦ ਵਾਸਤੇ ਇਹ ਵੱਡੀ ਗੱਲ ਹੈ ਸਾਡੇ ਬੱਚੇ ਪਾਲਣ ਤਾਂ ਕਿ ਡਰੱਗਸ ਤੋਂ ਬਚਣ ਵਧੀਆ ਪੜ੍ਹ ਲਿਖ ਜਾਣ ਦੇ ਬਿਕਮ ਆਵਰ ਕਾਪੀ ਸਾਡੀ ਕਾਪੀ ਬਣ ਜਾਣ ਬਸ ਉਹਨਾਂ ਦੀ ਸੈਲਰੀ ਥੋੜੀ ਜਿਹੀ ਵੱਧ ਹੋਵੇ
ਇੰਨਾ ਕੁ ਆ। ਇਹ ਨਹੀਂ ਹੈ ਕਿ ਮੇਰੇ ਬੱਚੇ ਵੱਡੇ ਪਲਣ ਤੇ ਜਾ ਕੇ ਪੰਥ ਵਾਸਤੇ ਬਹੁਤ ਜ਼ਿਆਦਾ ਕੁਝ ਕਰਨ, ਪੰਥ ਫੈਲੇ ਹੋਰਾਂ ਦਾ। ਇਹ ਪੇਰੈਂਟਸ ਦੀ ਸੋਚਣੀ ਜਿੰਨਾ ਚਿਰ ਨਹੀਂ ਬਦਲਦੀ, ਇਟਸ ਵੈਰੀ ਡਿਫਿਕਲਟ। ਹੁਣ ਮੈਨੂੰ ਪਤਾ ਹੈ, ਚਲੋ ਮੈਂ ਮਾਫੀ ਚਾਹੁੰਦਾ ਤੁਹਾਡੇ ਸਾਰਿਆਂ ਦੇ ਚਰਨਾਂ 'ਚ। ਇੱਥੇ ਨਹੀਂ ਮੈਂ ਗੱਲ ਕਰ ਰਿਹਾ, ਬਾਕੀ ਸਾਰਿਆਂ ਦੀ ਕਹਿ ਰਿਹਾ। ਕਈ ਵਾਰੀ ਪ੍ਰਚਾਰ ਕਰਦਿਆਂ ਹੌਂਸਲਾ ਡਿੱਗ ਜਾਂਦਾ ਕਿ ਮਾਤਾ ਪਿਤਾ ਗੱਲ ਸਾਡੀ ਆਵਾਜ਼ ਨਹੀਂ ਪਹੁੰਚਦੀ, ਵੀ ਗਿਵ ਅਪ। ਅਸੀਂ ਕਹਿਣਾ ਮਾਤਾ ਪਿਤਾ ਨੂੰ ਸਮਝਾਇਆ ਹੀ ਨਹੀਂ ਸਕਦਾ, ਇਹ ਆਪਣੀ ਆਪਣੇ ਜ਼ਿੰਦਗੀ ਇਹਨਾਂ ਨੇ ਜੀ ਲਈ ਆ, ਇਹ ਹੁਣ ਰਿਟਾਇਰਮੈਂਟ ਵੱਲ ਦੇਖ ਰਹੇ ਆ, ਠੀਕ ਹੈ 401 ਪਾ ਕੇ ਪੈਸੇ ਲੈ ਕੇ, ਠੀਕ ਹੈ ਜੀ ਸਦਕੇ ਨਾਮ ਜਪੋ। ਹੁਣ ਬੱਚਿਆਂ ਵੱਲ ਧਿਆਨ ਆ ਕਿ ਇਹਨਾਂ ਦੀ ਸੋਚ ਨਹੀਂ ਬਦਲੀ ਜਾ ਸਕਦੀ ਹੈ, ਬਿਕਾਜ਼ ਇਟਸ ਟੂ ਡਿਫਿਕਲਟ ਟੂ ਰੀਚ ਦ ਪੇਰੈਂਟਸ, ਹੈ ਨਾ। ਜਿਹੜੀ ਗੱਲ ਭਾਈ ਸਾਹਿਬ ਨੇ ਵੀ ਕੀਤੀ ਆ, ਹਾਂ ਇੰਗਲੈਂਡ ਦੇ ਵਿੱਚ ਉਹ ਗੱਲ ਆ ਕਿ ਇੱਕ ਹੋਰ ਫਰਕ ਆ, ਉਹਨਾਂ ਦੀ ਜਿਹੜੀ ਭਾਸ਼ਾ ਵਿੱਚ ਸੋਚਦੇ ਆ ਉਸ ਚੀਜ਼ ਦੀ ਉਹਨਾਂ ਦੀ ਆਈਡੀਓਲੋਜੀ ਚੇਂਜ ਹੋ ਜਾਂਦੀ ਆ, ਉਹਨਾਂ ਦੀ ਸੋਚਣੀ ਬਦਲ ਜਾਂਦੀ ਆ। ਤੇ ਉਹਨਾਂ ਦੇ ਇੱਕ ਜਿਹੜਾ ਆਪਾਂ ਗੱਲ ਪੰਥਕ ਜਜ਼ਬੇ ਦੀ ਗੱਲ ਕਰਦੇ ਆ, ਪੰਥਕ ਜਜ਼ਬਾ ਉੱਥੇ ਕਈ ਥਾਵਾਂ ਤੇ ਹੈ ਹੀ ਨਹੀਂ। ਕਿਉਂ? ਕਿਉਂਕਿ ਜਿਸ ਭਾਸ਼ਾ ਵਿੱਚ ਬੋਲਦੇ ਆ, ਕਈ ਭਾਸ਼ਾ ਦੇ ਵਿੱਚ ਉਹ ਕਲਚਰ ਇਹੋ ਜਿਹੇ ਥੋੜ੍ਹੇ ਡਰਪੋਕ ਜਿਹੇ ਆ। ਹੁਣ ਆਪਾਂ ਜਿਹੜਾ ਪੁਰਾਣੇ ਸਮੇਂ 'ਚ ਇਤਿਹਾਸ ਵਿੱਚ ਲਿਖਿਆ, ਜਿਹੜਾ ਪੰਜਾਬ ਸੀ ਜੱਟਾਂ ਦਾ ਆ, ਬੜੇ ਕੜਮ ਸੀਗੇ, ਲੜਾਕੇ ਸੀਗੇ, ਚੰਡੀ ਦਾ ਬੋਲੀ ਵੀ ਹੈ ਕਿ ਡੱਡੇ ਆ ਢੱਡੇ ਆ, ਇਹੋ ਜਿਹੇ ਸ਼ਬਦ ਵਰਤੇ ਜਾਂਦੇ, ਥੋੜ੍ਹੇ ਕੜਮ ਬੋਲੀ ਆ ਆਪਣੀ ਉੱਥੋਂ ਦੀ। ਤੇ ਉੱਥੇ ਕਰ ਸਕਦੇ ਨਹੀਂ ਕਰ ਸਕਦੇ, ਇੱਦਾਂ ਬੜੇ ਉਹ ਚੀਜ਼ ਉਹ ਜਿੱਦਾਂ ਸੋਚਦੇ ਆ, ਉਹਨਾਂ ਦੇ ਪਰਸਨੈਲਿਟੀ ਚੀਜ਼ ਵਿੱਚ ਵੜ ਗਈ ਆ। ਹੁਣ ਕਿਤੇ ਜਜ਼ਬੇ ਦੀ ਗੱਲ ਕਰੋ ਨਾ, ਤੇ ਨਿਊਯਾਰਕ ਦੇ ਵਿੱਚ ਉੱਥੇ ਮੈਂ ਭਾਈ ਤਾਰੂ ਸਿੰਘ ਜੀ ਦੀ ਇਤਿਹਾਸ ਸੁਣਾਇਆ ਜਿੱਦਾਂ ਰਤਨ ਸਿੰਘ ਨੇ ਜੀ ਨੇ ਲਿਖਿਆ, ਖੋਪੜੀ ਲੱਥੀ, ਖੂਨ ਦਾ ਫੁਹਾਰਾ ਨਿਕਲਿਆ, ਦਾੜਾ ਲਾਲ ਹੋ ਗਿਆ, ਤੇ 22 ਦਿਨ ਉਹਨਾਂ ਨੇ ਜਪਜੀ ਸਾਹਿਬ ਦਾ ਪਾਠ ਕੀਤਾ। ਕਸ਼ਹਿਰਾ ਜਦੋਂ ਭਾਈ ਸੁਬੇਗ ਸਿੰਘ ਨੇ ਲਾਇਆ ਤੇ ਉਹਨਾਂ ਦੇ ਚਮੜੀ ਦੇ ਨਾਲ ਜੁੜਿਆ ਸੀਗਾ। ਇਹ ਸਾਰਾ ਸੁਣਾ, ਬੱਚੇ ਬੜੇ ਖੁਸ਼। ਮਾਂ ਪਿਓ ਕਹਿੰਦੇ ਸਾਡੇ ਬੱਚੇ ਨੂੰ ਨਾਈਟਮੇਅਰਸ ਆਉਣਗੇ। ਉਹਨਾਂ ਨੇ ਕੰਪਲੇਨ ਕੀਤੀ ਕੈਂਪ ਵਾਲਿਆਂ ਨੂੰ ਕਿ ਇਹੋ ਜਿਹੇ ਬੰਦੇ ਨੂੰ ਨਹੀਂ ਸੱਦਣਾ ਜਿਹੜਾ ਸਾਡੇ ਬੱਚੇ ਨੂੰ ਨਾਈਟਮੇਅਰਸ ਦਊਗਾ। ਚਲੋ ਕੈਂਪ ਵਾਲੇ ਚੰਗੇ ਸੀ, ਉਹਨਾਂ ਨੇ ਨਾਲ ਸਾਥ ਦਿੱਤਾ। ਉਹ ਕਹਿੰਦੇ ਜੇ ਤੁਸੀਂ ਬੱਚਿਆਂ ਨੂੰ ਟੈਲੀਟਬੀਜ਼ ਦਿਖਾਓਗੇ ਫਿਰ ਤਾਂ ਉਹਨੇ ਟੈਲੀਟਬੀਜ਼ ਬਣ ਜਾਣਾ। ਸੋ ਜੋ ਚੀਜ਼ ਦੇਖਦੇ ਆ, ਸਪਾਈਡਰਮੈਨ ਵਿੱਚ ਖੂਨ ਆ, ਆਪਾਂ ਉਹ ਦੇਖ ਲੈਣ ਦਿੰਦੇ ਆ। ਉੱਥੇ ਲਿਖਿਆ PG-13 rated E for everybody। ਭਾਈ ਤਾਰੂ ਸਿੰਘ ਦਾ ਬੜਾ ਇਟ ਬਿਕਮਸ ਗੋਰੀ। ਸੋ ਗੱਲ ਪ੍ਰੋਬਲਮ ਇਹ ਹੈ ਕਿ ਮਾਂ ਪਿਓ ਕੋਲ ਜਜ਼ਬਾ ਨਹੀਂ ਹੈ, ਉਹਨਾਂ ਕੋਲ ਦਿਲ ਨਹੀਂ ਹੈ, ਉਹਨਾਂ ਨੂੰ ਸਿੱਖੀ ਬਾਰੇ ਨਹੀਂ ਪਤਾ। ਮੋਹ ਵਾਲੀ ਸਿੱਖੀ ਆ ਨਾ, ਮੋਹ ਵਾਲੀ ਸਿੱਖੀ ਹੈ। ਹਾਂ ਤੇ ਹਾਂਜੀ, ਮੈਂ ਤੁਹਾਨੂੰ ਸਾਡੇ ਵੈਨਕੂਵਰ ਦੀ ਹਾਲਤ ਦੱਸ ਦਿੰਦਾ ਜੀ। ਸਾਡੇ ਉੱਧਰ ਦੇ ਬੱਚੇ ਬਹੁਤ ਜ਼ਿਆਦਾ ਗੈਂਗਾਂ ਵੱਲ ਜਾ ਰਹੇ। ਮੈਨੂੰ ਇੱਥੇ ਨਹੀਂ ਪਤਾ ਕਿ ਤੁਹਾਡਾ ਇੱਥੇ ਕੀ ਕੱਲ ਵੀ ਹੋਈ ਆ ਮਤਲਬ ਸ਼ੂਟਿੰਗ, ਕੱਲ ਵੀ ਸ਼ੂਟਿੰਗ ਹੋਈ ਆ। ਮੇਰੇ ਆਪ ਦੇ ਵਿਦਿਆਰਥੀ ਜਿਹੜੇ ਮੇਰੇ ਤੋਂ ਗੱਤਕਾ ਸਿੱਖੇ ਆ, ਸੰਥਿਆ ਪੜ੍ਹੇ ਆ, ਉਹਨਾਂ ਨੇ ਵੀ ਗੋਲੀ ਦੇ ਸ਼ਿਕਾਰ ਬਣੇ ਆ। ਮੇਰੇ ਨਾਲ ਦੇ ਨਾਲ ਪੜ੍ਹਨ ਵਾਲੇ ਇੱਕ ਮੁੰਡਾ ਸੀਗਾ, ਉਹਦਾ ਨਾਂ ਸੀ ਵਰਿੰਦਰਪਾਲ। ਉਹਨੇ 19 ਸਾਲ ਤੋਂ ਪਹਿਲਾਂ 8 ਮੁੰਡੇ ਆਪ ਮਾਰੇ ਤੇ 19 ਸਾਲ ਦੀ ਉਮਰ ਜਾ ਕੇ ਉਹਦੇ ਗੋਲੀ ਵੱਜੀ ਤੇ ਆਪ ਮਾਰਿਆ। ਸਟੇਜ ਤੇ ਖੜ੍ਹ ਕੇ ਕਵੀਸ਼ਰੀ ਗਾਉਂਦਾ ਹੁੰਦਾ ਸੀਗਾ ਤੇ ਸੰਥਿਆ ਵੀ ਕੀਤੀ ਸੀ ਮਹਾਰਾਜ ਦੀ। ਪਰ ਕਾਰਨ ਕੀ ਆ ਕਿ ਮਾਂ-ਬਾਪ ਦਿਨ ਰਾਤ ਵੱਡੀਆਂ ਮੋਰਗਾਂ ਚੱਕ ਕੇ ਕੰਮ ਤੇ ਰਹਿੰਦੇ ਆ, ਬੱਚੇ ਦਾਦਾ ਦਾਦੀ ਪਾਲਦੇ। ਹਾਂ ਬਿਲਕੁਲ ਸਹਾਰਾ ਹੁੰਦਾ ਦਾਦਾ ਦਾਦੀ ਦਾ, ਪਰ ਉਹਦੇ ਵਿੱਚ ਬਹੁਤ ਵੱਡਾ ਗੈਪ ਪੈ ਜਾਂਦਾ। ਇੱਕ ਜਨਰੇਸ਼ਨਲ ਗੈਪ, ਇੱਕ ਕਲਚਰਲ ਗੈਪ, ਇੱਕ ਲੈਂਗੁਏਜ ਗੈਪ, ਸਾਰੇ ਗੈਪ ਪੈ ਜਾਂਦੇ। ਹਾਂ ਦਾਦਾ ਦਾਦੀ ਕਵਰ ਕਰਦੇ ਆ ਪਰ ਬੱਚਿਆਂ ਤੱਕ ਪਹੁੰਚ ਨਹੀਂ ਜਾਂਦੀ। ਨਾ ਮਾਂ ਦਾਦਾ ਦਾਦੀ ਕੋਲ ਨਹੀਂ ਹਿੰਮਤ ਹੁੰਦੀ ਆਪਣੇ ਬੱਚਿਆਂ ਨੂੰ ਪਿੱਛੇ ਭੱਜਣਾ, ਵੇਖਣਾ ਕਿ ਸਕੂਲੋਂ ਬਾਅਦ ਇਹ ਕੀ ਕਰ ਰਹੇ ਆ, ਕਿਹਨਾਂ ਨੂੰ ਮਿਲ ਰਿਹਾ, ਕਿਹਨਾਂ ਨਾਲ ਗੱਲ ਕਰ ਰਹੇ ਆ। ਉਹਨਾਂ ਨੂੰ ਫੋਨਾਂ ਬਾਰੇ, ਸੋਸ਼ਲ ਮੀਡੀਆ ਬਾਰੇ ਬਿਲਕੁਲ ਜਾਣਕਾਰੀ ਨਹੀਂ ਹੈਗੀ। ਮਾਂ-ਬਾਪ ਮੋਰਗੇਜਾਂ ਪੇ ਕਰਦੇ ਆ, ਘਰ-ਬਾਰ ਬਣਾ ਰਹੇ ਆ, ਵੱਡੀਆਂ ਗੱਡੀਆਂ ਰੱਖ ਰਹੇ ਆਪਣੇ ਸਾਹਮਣੇ। ਤੇ ਇਹ ਨਹੀਂ ਕਿ ਬੱਚੇ ਕੋਈ ਗਰੀਬ ਘਰਾਂ ਦੇ ਨਸ਼ਿਆਂ ਜਾਂਦੇ, ਜਿਵੇਂ ਇੱਥੋਂ ਦੇ ਕਾਲੇ ਲੋਕ ਆ ਜੇ ਪ੍ਰੋਜੈਕਟਸ ਹੁੰਦੇ ਆ। ਵੱਡੇ ਘਰਾਂ ਦੇ ਤਕੜੇ ਮੁੰਡੇ ਦੇ ਘਰੇ ਬੱਚੇ ਤੇ ਉਹ ਨਸ਼ਿਆਂ, ਡਰੱਗਾਂ ਤੇ ਗੈਂਗਾਂ 'ਚ ਪੈ ਰਹੇ ਆ। ਇਹ ਸਾਡੇ ਵਾਸਤੇ ਬਹੁਤ ਇੱਕ ਖਤਰਨਾਕ ਤੇ ਚਿੰਤਾ ਦੀ ਗੱਲ ਆ। ਉੱਥੇ ਮੈਨੂੰ ਇੱਥੋਂ ਦਾ ਨਹੀਂ ਪਤਾ ਤੁਹਾਡਾ ਕੀ ਆ, ਹੈ ਨਾ, ਪਰ ਉੱਥੇ ਮੇਨ ਕਾਰਨ ਇਹੀ ਹੈ ਕਿ ਮਾਂ-ਬਾਪ ਆਪਣੇ ਬੱਚਿਆਂ ਦੇ ਲਾਈਫ ਵਿੱਚ ਨਹੀਂ ਹੈਗੇ। ਤੇ ਜੇ ਬੱਚਿਆਂ ਦੇ ਲਾਈਫ ਵਿੱਚ ਮਾਂ-ਬਾਪ ਹੋਣਗੇ, ਪ੍ਰੈਜ਼ੈਂਟ ਹੋਣਗੇ, ਉਹਨਾਂ ਨੂੰ ਸਿੱਖਿਆ ਦੇਣਗੇ, ਤੇ ਜਿਵੇਂ ਭਾਈ ਸਾਹਿਬ ਨੇ ਕਿਹਾ ਕਿ ਆਪ ਬੈਠ ਕੇ ਰਹਿਰਾ ਸਾਹਿਬ ਕਰਨਗੇ। ਗੁਰਦੁਆਰੇ ਲੈ ਜਾਣਾ, ਨਗਰ ਕੀਰਤਨ ਤੇ ਲੈ ਜਾਣਾ ਇਜ਼ ਨਾਟ ਅਨਫ। ਇਹ ਅਨਫ ਨਹੀਂ। ਸਿੱਖੀ ਕਿੱਥੋਂ ਸ਼ੁਰੂ ਹੁੰਦੀ ਹੈ? ਘਰ ਵਿੱਚੋਂ, ਹੈ ਨਾ। ਇਤਿਹਾਸ ਵਿੱਚ ਪੰਕਤੀਆਂ ਆਉਂਦੀਆਂ, ਰਤਨ ਸਿੰਘ ਜੀ ਲਿਖਦੇ ਨੇ, ਪ੍ਰਾਤः ਕਾਲ ਇਸ਼ਨਾਨ ਕਰਾਵਾ, ਜਪਜੀ ਕਾ ਪਾਠ ਪੜਾਵਾ।
ਜਦੋਂ ਮਾਤਾਵਾਂ ਆਪਣੇ ਸਵੇਰੇ ਉੱਠ ਕੇ ਬੱਚਿਆਂ ਦਾ ਇਸ਼ਨਾਨ ਕਰਾਉਂਦੀ ਸੀ, ਨਾਲ ਨਾਲ ਜਪਜੀ ਸਾਹਿਬ ਦਾ ਪਾਠ ਸੁਣਾਉਂਦੀ ਸੀ। ਉੱਥੋਂ ਜਾ ਕੇ ਗਾਂਹ ਜਾ ਕੇ ਸੁੱਖਾ ਸਿੰਘ, ਮਤਾਬ ਸਿੰਘ ਵਰਗੇ ਸੂਰਮੇ ਪੈਦਾ ਹੋਏ। ਪਰ ਸਾਡਾ ਕੀ ਹੈ ਕਿ ਜੀ ਟੀਵੀ ਲਾ ਲਓ, ਬ੍ਰੈਕਫਾਸਟ ਖਾਈ ਜਾਂਦਾ ਬੱਚਾ ਤੇ ਉੱਥੋਂ ਚੱਲ ਕੇ ਚਲਿਆ ਗਿਆ ਸੀ। ਆਲਰੇਡੀ ਉੱਠਣ ਸਾਰੀ ਬੱਚੇ ਨੂੰ ਆਪਣੇ ਕਲਚਰ ਤੋਂ ਬਿਲਕੁਲ ਆਪਣੀ ਗੁਰਬਾਣੀ ਤੋਂ ਦੂਰ ਕਰ ਦਿੱਤਾ। ਜੇ ਸਾਡੇ ਸਿੱਖੀ ਘਰ ਵਿੱਚ ਸਿੱਖੀ ਆ, ਜੇ ਅਸੀਂ ਆਪਣੀ ਸਿੱਖੀ ਨੂੰ ਵੱਧਦੇ ਫਲਾਉਂਦੇ ਆਪਣੇ ਘਰ ਵਿੱਚ, ਮੈਂ ਤੁਹਾਨੂੰ ਐਗਜ਼ਾਮਪਲ ਆਪਣੇ ਪਰਿਵਾਰ ਦੇ, ਮੇਰੇ ਪਰਿਵਾਰ 'ਚ ਕੋਈ ਸਿੱਖੀ ਨਹੀਂ ਸੀ ਜੀ। ਮੇਰੇ ਦਾਦਾ ਜੀ ਨੇ 7 ਸਾਲ ਤੱਕ ਸ਼ਰਾਬ ਪੀਤੀ ਆ, ਸਾਰੇ ਮੋਨੇ ਸੀਗੇ। ਪਰ ਸਾਡੇ ਜੋ ਖਾੜਕੋਂ ਦਾ ਸਮਾਂ ਚੱਲ ਰਿਹਾ ਸੀ, ਸਾਡੇ ਘਰੇ ਖਾੜਕੋਂ ਦਾ ਆਉਣਾ ਜਾਣਾ ਸੀ ਥੋੜਾ ਬਹੁਤਾ। ਅਸੀਂ ਬਾਗੇ ਪੁਰਾਣੇ ਇਲਾਕੇ ਦੇ ਤੇ ਗੁਰਜੰਟ ਸਿੰਘ, ਬੁੱਧ ਸਿੰਘ ਵਰਗੇ ਉਹ ਸਾਡੇ ਘਰੇ ਆਉਂਦੇ ਜਾਂਦੇ ਸੀ ਥੋੜਾ ਬਹੁਤਾ। ਸਾਡੇ ਘਰੇ ਇੱਕ ਫੋਟੋ ਲੱਗੀ ਸੀ ਗੁਰਜੰਟ ਸਿੰਘ, ਬੁੱਧ ਸਿੰਘ ਵਾਲੇ ਦੀ, ਤੇ ਮੈਨੂੰ ਛੇਤੀ, ਮੈਂ ਛੋਟਾ ਜਿਹਾ ਸੀਗਾ, 2-2.5 ਸਾਲਾਂ ਦਾ ਹੋਗਾ, 3 ਸਾਲਾਂ ਦਾ। ਵਨ ਆਫ ਮਾਈ ਅਰਲੀਐਸਟ ਮੈਮਰੀਜ਼, ਮੈਂ ਬਹੁਤ ਜ਼ਿਆਦਾ ਬਿਮਾਰ ਹੋ ਗਿਆ। ਜੇ ਪਹਿਲਾਂ ਹਰਮਨ ਸਿੰਘ ਨੇ ਗੱਲ ਸੁਣੀ ਪਈ, ਡਾਕਟਰ ਸਾਹਿਬ ਜੀ ਨੇ, ਮੈਂ ਬਹੁਤ ਜ਼ਿਆਦਾ ਬਿਮਾਰ ਹੋ ਗਿਆ। ਤੇ ਮੇਰੇ ਤਾਇਆ ਜੀ ਨੇ ਕੀ ਕੀਤਾ ਸੀ, ਜੁਆਇੰਟ ਫੈਮਿਲੀ ਰਹਿੰਦੇ ਸੀਗੇ, ਉਹਨਾਂ ਨੇ ਮੇਰੇ ਕਮਰੇ 'ਚ ਜਾ ਕੇ ਫੋਟੋ ਲਾਤੀ ਤੇ ਨਾਲ ਢਾਡੀ ਵਾਰਾਂ ਲਾਤੀਆਂ ਤੇ ਕਹਿੰਦੇ ਕਿ ਇਹ ਸ਼ਹੀਦ ਸਿੰਘ ਹੁੰਦੇ ਆ, ਰਾਖੀ ਕਰਦੇ ਹੁੰਦੇ ਆ, ਤੇ ਇਹਨਾਂ ਨੂੰ ਦੇਖੋ ਤੇ ਨਾਲ ਢਾਡੀ ਵਾਰਾਂ ਲਾਓ। ਉਹਨਾਂ ਨੂੰ ਆਪ ਮੋਨੇ ਸੀਗੇ, ਸਿੱਖੀ ਬਾਰੇ ਕੋਈ ਗਿਆਨ ਨਹੀਂ ਸੀਗਾ, ਕੋਈ ਨੌਲੇਜ ਨਹੀਂ ਸੀ, ਪਰ ਸ਼ਰਧਾ ਇੰਨੀ ਕੁ ਸੀਗੀ ਘਰ 'ਚ, ਸ਼ਰਧਾਵਾਨ ਪਰਿਵਾਰ ਸੀਗਾ। ਤੇ ਉਸ ਦਿਨ ਤੋਂ ਫੋਟੋ ਲੱਗੀ, ਅੱਜ ਤੱਕ ਉਹ ਫੋਟੋ ਮੇਰੇ ਕਮਰੇ 'ਚ ਲੱਗੀ ਹੈ ਗੁਰਜੰਟ ਸਿੰਘ, ਬੁੱਧ ਸਿੰਘ ਵਾਲੀ। ਉਹਦੇ ਬਾਰੇ ਜੋ ਵੱਡੇ ਹੋਏ, ਜ਼ਿਆਦਾ ਸਿੱਖਿਆ, ਹੋਰ ਸਿੱਖਿਆ, ਪਤਾ ਲੱਗਿਆ ਉਹਨਾਂ ਦੇ ਘਰੇ ਇੰਡੀਆ। ਫਿਰ ਮੇਰੇ ਮਨ 'ਚ ਇੱਛਾ ਸੀ, ਮੈਂ 15 ਸਾਲ ਦਾ ਸੀ, ਕਿ ਮੈਂ ਇਹਨਾਂ ਦੇ ਘਰੇ ਜਾ ਕੇ ਇਹਨਾਂ ਦੇ ਮਾਤਾਵਾਂ ਨੂੰ ਮਿਲਾਂ, ਇਹਨਾਂ ਦੇ ਭਰਾ ਨੂੰ ਮਿਲਾਂ, ਉਹਨਾਂ ਨੂੰ ਜਾ ਕੇ ਮਿਲ ਕੇ ਉਹਨਾਂ ਦੇ ਪੈਰੀ ਹੱਥ ਲਾਏ। ਤੇ ਉਹ ਫਿਰ ਗਾਂਹ ਜਾ ਕੇ ਰੋਲ ਮਾਡਲ ਬਣਦੇ ਆ ਸਾਡੇ। ਜੋ ਸਾਡੇ ਘਰਾਂ 'ਚ ਹੀ ਹੁਣ ਅੱਜ ਕੱਲ੍ਹ, ਇੱਕ ਮੈਂ ਭਾਈ ਸਾਹਿਬ ਜੀ ਨਾਲ ਗੱਲ ਕਰ ਰਿਹਾ ਸੀਗਾ ਕਿ ਹੁਣ ਸਿੱਧੂ ਮੂਸੇਵਾਲਾ ਮਰਿਆ, ਉਹਨੂੰ ਸਾਡੇ ਬੱਚਿਆਂ ਅੱਗੇ ਪੇਸ਼ ਕੀਤਾ ਗਿਆ ਜੀ ਕਿ ਬਹੁਤ ਵੱਡਾ ਹੀਰੋ ਆ, ਇਹਨੇ ਬਹੁਤ ਵੱਡਾ ਕੁਝ ਗਾਣੇ ਦੇਖੇ, ਇੱਕ ਗਾਣੇ ਪਿੱਛੇ ਉਹਨੂੰ ਬਹੁਤ ਵੱਡਾ ਇੱਕ ਸ਼ਹੀਦ ਹੀ ਕਈਆਂ ਨੇ ਮੰਨ ਦਿੱਤਾ, ਹਨਾ। ਪਰ ਉਹ ਇੱਕ ਗਾਇਕ ਸੀ, ਉਹ ਸਾਡਾ ਕੋਈ ਰੋਲ ਮਾਡਲ ਨਹੀਂ ਸੀ। ਉਹਨੇ ਇੱਕ ਆਪਣੀ ਢਿੱਡ ਦੀ ਪੂਰਤੀ ਵਾਸਤੇ ਉਹਨੇ ਗਾਣੇ ਗਾਏ, ਲੈਕਚਰ ਵੀ ਗਾਇਆ, ਇੱਧਰ ਉੱਧਰ ਵੀ ਗਾਇਆ, ਹਥਿਆਰਾਂ ਬਾਰੇ ਗਾ ਕੇ, ਆਪਣਾ ਹੰਕਾਰ ਬਾਰੇ ਵੀ ਉਹਨੇ ਗਾਇਆ। ਉਹਦੇ 'ਚ ਕੋਈ ਸਿੱਖਾਂ ਦਾ ਪੁੱਤ ਸੀ, ਪੰਜਾਬ ਦਾ ਪੁੱਤ ਸੀ, ਮਰਿਆ ਮਾੜਾ ਹੋਇਆ, ਜੋ ਵੀ ਹੋਇਆ, ਸਾਡੇ ਪੁੱਤ ਇੱਦਾਂ ਨਹੀਂ ਮਰਨੇ ਚਾਹੀਦੇ। ਪਰ ਅਸੀਂ ਉਹ ਜਿਹੇ ਵਰਗੇ ਨੂੰ ਅਸੀਂ ਆਪਣੇ ਹੀਰੋ ਸਾਡੇ ਬੱਚਿਆਂ ਅੱਗੇ ਪੇਸ਼ ਹੋ ਰਹੇ ਆ। ਅੱਜ ਵੇਖੋ ਸਾਡੇ ਬੱਚਿਆਂ ਦੇ ਸੋਸ਼ਲ ਮੀਡੀਆ ਤੇ ਹਰੇਕ ਨੇ ਸਿੱਧੂ ਮੂਸੇਵਾਲੇ ਦੀ ਫੋਟੋ ਲਾਈ ਹੈ, ਸਿੱਧੂ ਮੂਸੇਵਾਲੇ ਦੇ ਗਾਣੇ ਹਰ ਥਾਂ ਚੱਲਦੇ ਆ। ਪਰ ਸਾਨੂੰ ਜਿੰਨਾ ਚਿਰ ਅਸੀਂ ਉਹਨਾਂ ਦੇ ਪੈਰਾਂ ਨਾਲ ਅਸਲ ਹੀਰੋ ਨਹੀਂ ਰੱਖ ਰਹੇ ਕਿ ਸਾਡਾ ਅਸਲ ਹੀਰੋ ਕੌਣ ਹੈ, ਕਿ ਸੰਤ ਜਰਨੈਲ ਸਿੰਘ ਜੀ ਮਹਾਂਪੁਰਸ਼ਾਂ ਨੇ ਕੀ ਕੁਰਬਾਨੀ ਦਿੱਤੀ। ਜਿਹੜੇ ਭਾਈ ਸਾਹਿਬ ਨੇ ਪਹਿਲਾਂ ਸੰਤਾਂ ਦੇ ਬਚਨ ਸੀਗੇ ਕਿ ਜਿੰਨਾ ਚਿਰ ਘਰ ਘਰ ਇਹ ਦ੍ਰਿੜ ਨਹੀਂ ਹੋ ਜਾਂਦਾ ਕਿ ਅਸੀਂ ਗੁਲਾਮ ਆ, ਉਹਨਾਂ ਚਿਰ ਸਾਡਾ ਨਾ ਘਰ ਮਿਲਣਾ ਤੇ ਨਾ ਸਾਨੂੰ ਕੋਈ ਹੋਰ ਚੀਜ਼ ਮਿਲਣੀ। ਅਸੀਂ ਸਿਰਫ ਇੰਡੀਆ ਨਹੀਂ ਗੁਲਾਮ, ਅਸੀਂ ਇੱਥੇ ਵੀ ਗੁਲਾਮ ਆ। ਜਿੰਨਾ ਚਿਰ ਸਾਡੇ ਪੰਥ ਵਿੱਚ, ਸਾਡੀ ਸਿੱਖੀ ਅਸੀਂ ਵਧਣ ਫੁੱਲਣ ਤੋਂ ਸਾਨੂੰ ਕੋਈ ਰੁਕਾਵਟ ਨਹੀਂ, ਕੋਈ ਰਿਸਟ੍ਰਿਕਸ਼ਨ ਨਹੀਂ, ਉਹਨਾਂ ਚਿਰ ਅਸੀਂ ਗੁਲਾਮ ਆ। ਇੱਥੇ ਸਾਨੂੰ ਹੋਰ ਵੀ ਵੱਡੀ ਗੁਲਾਮੀ ਆ ਕਿ ਜੋ ਅੱਜ ਕੱਲ੍ਹ, ਮੈਨੂੰ ਇੱਥੇ ਦਾ ਫਿਰ ਵੀ ਇਤਨਾ ਨਹੀਂ ਪਤਾ, ਉੱਥੇ ਸਾਡੇ BC ਵਿੱਚ ਸਾਡੇ ਸਕੂਲ ਸਿਲੇਬਸਾਂ 'ਚ ਕੀ ਪੜ੍ਹਾਇਆ ਜਾਂਦਾ ਬਚਪਨ ਵਿੱਚ। ਮੈਨੂੰ ਹੁਣ, ਮੈਂ ਹਜੇ ਮੇਰੇ ਬੱਚਾ ਨਹੀਂ ਹੋਇਆ, ਪਰ ਮੈਨੂੰ ਡਰ ਹੈ ਕਿ ਮੈਂ ਆਪਣੇ ਬੱਚੇ ਨੂੰ ਕਿੱਦਾਂ ਪਬਲਿਕ ਸਕੂਲ ਵਿੱਚ ਭੇਜਾਂ। ਮੈਂ ਸਿੱਖੀ ਉਹਨੂੰ ਦ੍ਰਿੜ ਕਰਾਉਣੀ ਹੈ ਤੇ ਮੈਂ ਪਬਲਿਕ ਸਕੂਲ 'ਚ ਭੇਜ ਕੇ ਜਿੱਥੇ ਉਹਨੇ 6-7 ਘੰਟੇ ਬਤੀਤ ਕਰਨੇ ਆ, ਤੇ ਮੈਂ ਕਿੱਦਾਂ ਉਹਨੂੰ ਚੈਲੰਜ ਆ ਕਿ ਕਿੱਦਾਂ ਇੱਕ ਬੱਚੇ ਨੂੰ ਪਬਲਿਕ ਸਕੂਲ 'ਚ ਭੇਜ ਕੇ ਉਹ ਸਿੱਖੀ 'ਤੇ ਖੜਾ ਹੋ ਸਕਦਾ। ਜਿਹੜੀ ਲਿਬਰਲ ਸੋਚ ਆ, LGBTQ ਦੀ ਸੋਚ ਆ, ਇਹ ਸਾਰੀਆਂ ਸੋਚਾਂ ਇਹ ਸਾਡੇ ਬੱਚਿਆਂ ਨੂੰ, ਸਾਡੇ ਪੰਥ ਨੂੰ, ਸਾਰੀ ਦੁਨੀਆ ਨੂੰ ਨਿਪੁੰਸਕ ਬਣਾ ਰਹੀ ਆ। ਜਿਹੜੀ ਦ੍ਰਿੜਤਾ ਤੇ ਸਾਡੇ ਗੁਰਸਿੱਖਿਆ ਵਿੱਚ ਹੋਣੀ ਚਾਹੀਦੀ ਆ, ਉਹ ਸਭ ਕੁਝ ਚੱਕ ਰਹੀ ਆ ਤੇ ਇੱਕ ਪੈਰਾਂ ਨਾਲ ਇੱਕ ਹੋਰ ਚੀਜ਼ ਖੜੀ ਕਰ ਰਹੀ ਆ। ਤੇ ਬੱਚਿਆਂ ਨੂੰ, ਜਿੱਥੇ ਸਾਡੇ ਕਲਚਰ ਵਿੱਚ ਇਹ ਹੈ ਕਿ ਬੱਚੇ ਮਾਤਾ ਪਿਤਾ ਦੇ ਆਗਿਆਕਾਰੀ ਹੋਣ, ਹਨਾ, ਸਾਰਿਆਂ ਦਾ ਸਤਿਕਾਰ ਕਰਨਾ, ਸਾਡੇ ਸਕੂਲਾਂ 'ਚ ਇਹ ਪੜ੍ਹਾਇਆ ਜਾ ਰਿਹਾ ਕਿ ਬੱਚੇ ਇੰਡੀਪੈਂਡੈਂਟ ਹੋਣ। ਇੰਡੀਪੈਂਡੈਂਸ ਸਾਡੇ ਇਜ਼ ਵੈਰੀ ਡੇਂਜਰਸ ਟੂ ਟੀਚ। ਛੋਟੇ ਬੱਚੇ ਨੂੰ ਇਹ ਸਿਖਾ ਦੇਣਾ ਕਿ ਆਪਣੇ ਮਾਂ-ਬਾਪ ਦੇ ਵੀ ਡਿਪੈਂਡੈਂਟ ਨਹੀਂ ਹੋਣਾ, ਦਾਦਾ ਦਾਦੀ ਤੇ ਵੀ ਹੋਣਾ, ਆਪਣੇ ਜੀਵਨ ਸਾਥੀ ਤੇ ਵੀ ਨਹੀਂ ਹੋਣਾ। ਸਾਨੂੰ ਸਾਡੇ ਸਿੱਖੀ ਵਿੱਚ ਇਹ ਹੈ ਕਿ ਅਸੀਂ ਇੰਟਰਡਿਪੈਂਡੈਂਟ ਆ, ਅਸੀਂ ਕਿਸੇ ਦੇ ਗੁਲਾਮ ਵੀ ਨਹੀਂ, ਪਰ ਸਾਡੇ ਰੋਜ਼ ਨੇ ਇੱਕ ਦੂਜੇ ਦੇ। ਸਾਡੇ ਮਾਂ-ਬਾਪ ਦਾ ਵੀ ਇੱਕ ਰੋਲ ਆ, ਭੈਣ ਭਰਾ ਦਾ ਵੀ ਇੱਕ ਰੋਲ ਆ। ਮਹਾਰਾਜ ਨੇ ਸਾਰੀਆਂ ਉਦਾਹਰਨਾਂ ਗੁਰਮਤਿ ਤੇ ਭਾਈ ਗੁਰਦਾਸ ਨੇ ਸਿੱਖੀ ਵਿੱਚ ਦਿੱਤੀਆਂ, ਪਰ ਇਹ ਬੱਚਿਆਂ ਨੂੰ ਛੋਟੀ ਉਮਰ ਦੱਸੀ ਜਾਂਦੇ ਕਿ ਇੰਡੀਪੈਂਡੈਂਟ ਬਣੋ। ਫਿਰ ਮਾਂ-ਬਾਪ ਦੇ ਅੱਗੇ ਬੱਚੇ ਬੋਲਦੇ ਆ, ਉਹੀ ਗੱਲਾਂ ਇਹਨਾਂ ਨੂੰ TV ਤੇ ਮਿਲਦੀਆਂ,
ਸ਼ੋਆਂ 'ਚ ਮਿਲਦੇ ਆ। ਮੈਂ ਹੈਰਾਨ ਹੁੰਦਾ ਕਿ ਮੈਂ ਕਈ ਵਾਰੀ ਵੇਖਦਾ ਕਿ ਕਿੱਦਾਂ ਸ਼ੋਆਂ 'ਚ ਬੱਚੇ, ਕਾਰਟੂਨ ਸ਼ੋਆਂ 'ਚ ਬੱਚੇ ਆਪਣੇ ਮਾਂ-ਬਾਪ ਦੇ, ਆਪਣੇ ਰਿਸ਼ਤੇਦਾਰ ਦੇ ਕਿੱਦਾਂ ਬੋਲਦੇ, ਕਿੱਦਾਂ ਉਹਨਾਂ ਨੂੰ ਪਿੱਠ ਵਿਖਾਉਂਦੇ, ਕੀ ਕੁਛ ਵਿਖਾਇਆ ਜਾਂਦਾ ਬੱਚੇ ਨੂੰ ਛੋਟੀ ਉਮਰ 'ਚ। ਤੇ ਜਿਹੜੀ ਕਾਮ ਦੀ ਗੱਲ ਹੈ, ਰਿਲੇਸ਼ਨਸ਼ਿਪ ਦੀ ਗੱਲ ਆ, ਅੱਜ ਕੱਲ੍ਹ PG ਜਾਂ G ਮੂਵੀਆਂ ਵਿੱਚ ਵੀ ਜੇ YouTube ਤੇ ਚਲੇ ਜਾਓ, ਜਿੱਥੇ ਇੱਕ YouTube ਚਿਲਡਰਨ ਵਾਸਤੇ ਬਣਿਆ ਹੋਇਆ ਜੀ, ਹਨਾ, YouTube ਚਿਲਡਰਨ ਸਿਰਫ ਬੱਚਿਆਂ ਵਾਸਤੇ ਬਣਾਇਆ ਹੋਇਆ ਕਿ ਉਹਨਾਂ ਨੂੰ ਹੋਰ ਕੋਈ ਚੀਜ਼ ਨਾ ਦੇਖੇ। ਉਹ ਤੇ ਉੱਥੇ ਚਲੇ ਜਾਓ, ਉੱਥੇ ਵੀ ਉਹੀ ਗਰਲਫ੍ਰੈਂਡ ਬॉयਫ੍ਰੈਂਡ ਰਿਲੇਸ਼ਨਸ਼ਿਪ ਸਭ ਕੁਝ ਚੱਲ ਰਿਹਾ। ਮੈਂ ਇੱਕ ਸਾਡੇ ਉੱਥੇ ਜੀ ਸਕੂਲ ਅਸੀਂ ਵੀ ਗੁਰਮਤ ਸੈਂਟਰ ਉੱਥੇ ਚਲਾਉਂਦੇ ਆ। ਅਸੀਂ ਇੱਕ ਬੱਚਿਆਂ ਨੂੰ ਵਿਖਾ ਕਿਹਾ ਕਿ ਜੇ ਡਰਾਇੰਗ ਬਣਾਓ ਕਿ ਹਨਾ, ਤੁਹਾਡੀ ਕੋਈ ਡਰਾਇੰਗ ਬਣਾਓ। ਇੱਕ ਬੱਚੀ ਨੇ ਡਰਾਇੰਗ ਬਣਾਈ, ਉਹ ਤੇ ਇੱਕ ਮੁੰਡਾ ਜਿਹੜਾ ਉਹਨੂੰ ਪਸੰਦ ਕਰਦੀ ਆ, 7-8 ਸਾਲਾਂ ਦੀ ਆ। ਅਸੀਂ ਗੁਰੂ ਘਰ ਡੇਟ ਤੇ ਚੱਲੇ ਆ। ਹੁਣ ਉਹ ਥਾਟ ਇੱਕ ਬੱਚੀ ਦੇ ਦਿਮਾਗ 'ਚ ਕਿੱਥੋਂ ਪਿਆ ਤੇ ਕਿਵੇਂ ਪਾਇਆ ਗਿਆ? ਮਾਂ-ਬਾਪ ਨੇ ਤਾਂ ਪਾਇਆ ਨੀ। ਮਾਂ-ਬਾਪ ਨੇ ਤਾਂ ਪਾਇਆ ਨਹੀਂ। ਜਿਹੜੇ ਬਾਹਰੋਂ ਇੰਟਰਫੇਰੈਂਸਸ ਹੋ ਰਹੇ ਆ, ਇਨਫਲੂਐਂਸ ਹੋ ਰਹੇ ਆ, ਸਾਨੂੰ ਆਪਣੇ ਸਿੱਖੀ ਨੂੰ ਬਚਾਉਣ ਵਾਸਤੇ ਬਹੁਤ ਵੱਡਾ ਹੱਲਾ ਮਾਰਨਾ ਪੈਣਾ। ਸਾਨੂੰ ਹੁਣ ਬੱਚੇ ਕਾਰਟੂਨ ਦੇਖਦੇ ਆ, ਸਾਰਿਆਂ ਦੇ ਵੇਖਦੇ ਆ, ਪਰ ਸਾਡੇ ਕੋਲ ਹੁਣ ਸਾਨੂੰ 100 ਸਾਲ ਤੋਂ ਵੱਧ ਹੋ ਗਏ ਇੱਧਰ ਬਾਹਰਲੇ ਦੇਸ਼ਾਂ ਜਾ ਕੇ, ਪਰ ਇੱਕ ਗੁਰਮਤ ਬੇਸਡ ਜਿਹੜਾ ਬੈਕਬੋਰਡ ਗੁਰਮਤ ਦਾ ਹੋਵੇ, ਉਹ ਜੀ ਕੋਈ ਚੀਜ਼ ਸਾਨੂੰ ਬੱਚਿਆਂ ਤੱਕ ਦਿੱਤੀ ਨਹੀਂ ਹਜੇ ਤੱਕ। ਇੱਕ ਬੁੱਕਾਂ ਵੀ ਨਹੀਂ ਦਿੱਤੀਆਂ ਗਈਆਂ, ਕੁਛ ਨਹੀਂ ਦਿੱਤਾ ਗਿਆ। ਹਾਂ, ਸਾਡੇ ਜਿਵੇਂ ਪਾਸਟਰ ਸਾਹਿਬ ਜੀ ਨੇ ਕਿਹਾ ਕਿ ਸਾਡਾ ਸਿੱਖੀ ਜੀ ਸਾਖੀ ਪ੍ਰਣਾਲੀ ਇਹ ਮੁੱਖ ਆ, ਜਿਹੜੇ ਬੱਚਿਆਂ ਨੂੰ ਰਾਤ ਨੂੰ ਅਸੀਂ ਬੈਠ ਕੇ ਜਿਵੇਂ ਜਨਮ ਸਾਖੀ ਸੁਣਾਉਣੀ, ਜਾਂ ਹੁਣ ਹਰੇਕ ਪੁਰਾਣਾ ਇਤਿਹਾਸ ਪੜ੍ਹੋ ਜੀ। ਸਾਡੇ ਘਰੇ ਵੀ ਬੇਸ਼ੱਕ ਸਾਡਾ ਸਿੱਖੀ ਨਹੀਂ ਸੀ ਸਾਡੇ ਵਿੱਚ, ਪਰ ਜਨਮ ਸਾਖੀ ਗੁਰੂ ਨਾਨਕ ਦੇਵ ਜੀ ਦੀ ਹੁੰਦੀ ਸੀਗੀ। ਪਤਾ ਨਹੀਂ ਮੇਰੇ ਦਾਦਾ ਜੀ ਨੇ ਕਿੱਥੋਂ ਲਿਆਂਦੀ ਸੀ, ਪਰ ਘਰੇ ਪਈ ਹੁੰਦੀ ਸੀਗੀ, ਤੇ ਕਿਤੇ ਕਿਤੇ ਖੋਲ ਕੇ ਉਹਨਾਂ ਨੇ ਸੁਣਾ ਦੇਣੀ ਇੱਕ ਅੱਧੀ ਸਾਖੀ। ਜਸਟ ਦੈਟ ਮਚ ਕਿ ਸਿੱਖੀ, ਸਾਖੀ, ਗੁਰੂ ਨਾਨਕ ਦੇਵ ਜੀ ਦਾ ਇਤਿਹਾਸ, ਇਹ ਬਹੁਤ ਜਾ ਕੇ ਪਤਾ ਨਹੀਂ ਕੀ ਇਹ ਵੱਧਦਾ ਫੁੱਲ। ਪੁਰਾਣੇ ਰਾਜਿਆਂ ਦੀ ਇੱਕ ਰਾਜਾ ਸਾਰੰਗ ਤੇ ਟੁੰਡਾ ਸਰਾਜਾ, ਉਹਨਾਂ ਉਸ ਸਮੇਂ ਦੀ ਚੱਲਦੀ ਆ ਰਹੀ ਹੈ ਇੱਕ ਰੀਤੀ ਕਿ ਪਹਿਲਾਂ 12 ਸਾਲ ਪੂਰੀ ਵਿੱਦਿਆ ਤੇ ਜ਼ੋਰ ਦਿੱਤਾ ਜਾਂਦਾ ਸੀਗਾ, ਸਭ ਕੁਝ ਪੜ੍ਹਾਇਆ ਜਾਂਦਾ ਸੀਗਾ। ਫਿਰ ਅਗਲੇ 12 ਸਾਲ ਪੂਰੇ ਅਭਿਆਸ ਦੇ ਸੀਗੇ। ਹੁਣ ਕੀ ਕੀਤਾ ਜਾਂਦਾ ਕਿ ਸਿੱਖੀ ਇੱਕ ਸਰਟਨ ਏਜ ਦਾ ਕਿਹਾ ਕਿ ਇਸ ਟਾਈਮ ਤੇ ਤੂੰ ਹਲੇ ਮੈਥ ਸਿੱਖ, ਬਾਅਦ ਚੋਂ ਚੀਜ਼ਾਂ ਤੈਨੂੰ ਵੱਡੇ ਹੋਇਆ ਤੈਨੂੰ ਆਹ ਚੀਜ਼ਾਂ ਸਿਖਾਈਆਂ ਜਾਣਗੀਆਂ। ਪਰ 12 ਸਾਲ ਤੋਂ ਬਾਅਦ, 13 ਸਾਲ ਦੀ ਉਮਰ ਤੋਂ ਬਾਅਦ ਇਟਸ ਆਲਮੋਸਟ ਟੂ ਲੇਟ ਨਾ। ਉਸ ਚੀਜ਼ ਤੋਂ ਬਾਅਦ ਉਹਨਾਂ ਬੱਚੇ ਨੇ ਇੱਕ ਮਾਈਂਡ ਬਣਾ ਲਿਆ, ਉਹਦੀ ਆਈਡੀਓਲੋਜੀ ਬਣ ਗਈ ਆ। ਜਿਹੜੀਆਂ ਭਾਈ ਸਾਹਿਬ ਨੇ ਉਹਨੇ ਗੱਲਾਂ ਸੁਣਾਈਆਂ, ਸਿੰਡਰੈਲਾ ਸਟੋਰੀ ਕੁੱਟ ਕੇ ਬੱਚੇ ਦੇ ਮਨ ਵਿੱਚ ਪਾਈ ਗਈ ਹੈ। ਹਰੇਕ ਬੱਚੇ ਨੂੰ ਸਿੰਡਰੈਲਾ ਬਾਰੇ ਪਤਾ ਆ ਸੌਰੀ, ਤੇ ਕਿੰਨੀਆਂ ਬੱਚੀਆਂ 12-13 ਸਾਲ ਦੀਆਂ ਉਸ ਉਮਰ 'ਚ ਸ਼ੁਰੂ ਹੋ ਜਾਂਦੀਆਂ ਕਿ ਮੇਰਾ ਇੱਕ ਦਿਨ ਵਿਆਹ ਹੋਊਗਾ ਤੇ ਮੈਂ ਆਹ ਆਊਟਫਿਟ ਪਾ ਕੇ ਤੇ ਮੈਂ ਡਾਊਨ ਦਾ ਆਇਲ ਤੁਰੂੰਗੀ, ਮੇਰਾ ਕੋਈ ਪ੍ਰਿੰਸ ਚਾਰਮਿੰਗ ਆਊਗਾ, ਮੇਰਾ ਜੀਵਨ ਦਾ ਮਨੋਰਥ ਹੋ ਬਣ ਗਿਆ। ਹਾਂਜੀ, ਫਿਰ ਜਾ ਕੇ ਉਹ ਬਾਅਦ ਦੀ ਗੱਲ ਆਪਾਂ ਬਿਊਟੀ ਸਟੈਂਡਰਡਸ ਬੱਚੀਆਂ ਕੀ ਇਸ ਕਾਤੋਂ ਰੱਖਦੇ, ਇਹ ਰਿਐਕਸ਼ਨਰੀ ਆ। ਦੈਟਸ ਆਫਟਰ। ਜਦੋਂ ਪਹਿਲਾਂ ਹੀ ਉਹ ਗੱਲ ਕਹਿ ਦਿੱਤੀ, ਪਹਿਲੇ 12 ਸਾਲ ਜੋ ਕੁੱਟ ਬੱਚੇ ਦੇ ਮਨ ਵਿੱਚ ਪਾਇਆ। ਕੱਲ੍ਹ ਹੀ ਮੈਨੂੰ ਭਾਈ ਹਰਪ੍ਰੀਤ ਸਿੰਘ ਦੱਸ ਰਹੇ ਸੀ ਕਿ ਬੱਚਾ ਜਿਹੜਾ 3 ਤੇ 4 ਸਾਲ ਦਾ, ਉਹ ਤੁਹਾਡੇ ਅੱਗੇ ਜਵਾਬ ਨਹੀਂ ਦੇ ਰਿਹਾ। 5 ਸਾਲ ਦੀ ਉਮਰ ਤੋਂ ਬਾਅਦ 'ਚ ਪੁੱਛਣਾ ਸ਼ੁਰੂ ਕਰਦਾ, ਇਹ ਕਿਉਂ, ਉਹ ਕਿਉਂ, ਆਹ ਕਿਉਂ। ਆਪਾਂ ਚਲੋ ਉਸ ਉਮਰ 'ਚ ਵੀ ਕਹਿੰਦੇ ਬਸ ਕਰ, ਉਹ ਬੱਚੇ ਨੂੰ ਸਾਰੀ ਚੀਜ਼ ਦੀ ਰੀਜ਼ਨਿੰਗ ਦੇਣੀ ਹੈ, ਹਰੇਕ ਚੀਜ਼ ਦਾ। ਜੇ ਸਾਨੂੰ ਨਹੀਂ ਪਤਾ, ਆਪਣੇ ਆਦਤ ਹੈ ਜੇ ਸਾਨੂੰ ਨਹੀਂ ਪਤਾ, ਚੁੱਪ ਕਰ, ਜ਼ਿਆਦਾ ਸਵਾਲ ਨਹੀਂ ਪੁੱਛੀਦੇ। ਪਰ ਹਰੇਕ ਚੀਜ਼ ਦਾ ਜਵਾਬ ਦੇਈ ਜਾਣਾ, ਆਨਸਰ ਦੇਈ ਜਾਣਾ, ਸਿੱਖੀ ਪ੍ਰਤੀ ਕਿਉਂ, ਤੇ ਬੱਚੇ ਨੂੰ ਦੱਸ ਦਿਓ। ਲੁਕਾ ਨਹੀਂ ਰੱਖਣਾ ਕਿ ਇਹ ਮਤਲਬ ਨਹੀਂ, ਉਹ ਚਲੋ ਠੀਕ ਹੈ ਗੁਰੂ ਸਾਹਿਬ ਆਪਣੇ ਕੋਲ ਨਹੀਂ, ਕਹਿ ਦਿਓ ਸ਼ਹੀਦ ਹੋ ਗਏ, ਉਹਨਾਂ ਨੇ ਆਪਣੀ ਜਾਨ ਵਾਰ ਦਿੱਤੀ ਸੀਗੀ, ਹੈ ਨਾ। ਬੱਚੇ ਦੇ ਮਨ ਦੇ ਵਿੱਚ ਸਾਰੀਆਂ ਚੀਜ਼ਾਂ ਘਰ ਕਰਨੀਆਂ ਸ਼ੁਰੂ ਹੋ ਗਏ। 3 ਤੇ 4 ਜਿਹੜਾ 2, 3, 4 ਸਾਲ ਦਾ ਬੱਚਾ ਆ, ਉਹਨੇ ਸਵਾਲ ਵੀ ਨਹੀਂ ਪੁੱਛਣੇ। ਉਹਨੇ ਘਰ ਦੇ ਵਿੱਚ ਕੀ ਮਾਹੌਲ ਆ, ਜਿੱਦਾਂ ਆਪਾਂ ਤੁਹਾਡੇ ਕਿਹਾ ਕਿ ਉਹਨਾਂ ਨੇ ਕਵੀਸ਼ਰੀ ਸੁਣੀ, ਗੁਰੂ ਸਾਹਿਬ ਦੀ ਫੋਟੋ ਦੇਖੀ, ਜਾਂ ਤੁਹਾਡਾ ਉਹਨਾਂ ਨੇ ਜੀਵਨ ਦੇਖਿਆ, ਕੱਲੀ ਚੀਜ਼ ਦੇਖਣੀ ਹੈ। ਜਦੋਂ ਉਹਨਾਂ ਨੇ ਇੱਕ ਪਾਸਿਓਂ ਕਿਤੇ ਧੱਕਾ ਵੱਜਦਾ ਬੱਚੇ ਨੂੰ, ਉਹਨੇ ਕਿਤੇ ਆਸਰਾ ਲੱਭਣਾ ਹੈ। ਹਰੇਕ ਚੀਜ਼ ਜੀਵ ਦੇ ਮਨ ਦੇ ਵਿੱਚ ਵੀ ਵਾਂਟ ਬਿਲੋਂਗਿੰਗ, ਕਿ ਕਿਤੇ ਅਸੀਂ ਅਪਣਾਈ ਜਾਈਏ। ਉਹਨਾਂ ਨੇ ਘਰੋਂ ਦੇਖਿਆ, ਅੱਛਾ ਮੰਮੀ ਡੈਡੀ ਲੜ ਪਏ ਆ, ਚਾਚਾ ਤਾਇਆ ਦੇ ਨਾਲ ਲੜ ਗਿਆ ਆ, ਗਾਲਾਂ ਕੱਢੀਆਂ ਗਈਆਂ, ਤੁਸੀਂ ਕਹੋ ਨਾ ਕਹੋ, ਬੱਚੇ ਨੇ ਕਹਿਣਾ ਅੱਛਾ ਆਹ ਸਿੱਖੀ ਹੁੰਦੀ ਆ। ਹਾਂਜੀ, ਫਿਰ ਕੱਲ੍ਹ ਨੂੰ ਜਦੋਂ ਉਹਨਾਂ ਨੇ, ਜੇ ਤੁਸੀਂ ਕਹਿਣਾ ਸਿੱਖੀ ਆਪਣਾ, ਉਹਨੇ ਕਿਹਾ ਮੈਂ ਤਾਂ ਤੁਹਾਡੀ ਸਿੱਖੀ ਦੇਖ ਲਈ ਹੈ, ਸਿੱਖੀ ਦੇਖ ਲਈ ਆ। ਉਹਨੂੰ ਜੇ ਇੱਥੋਂ ਨਹੀਂ ਸਿੱਖੀ ਤੇ ਹਾਂ ਇਹ ਦਿਖਾ ਦਿਓ, ਇਹ ਸਾਡੇ ਔਗਣ ਆ, ਪਰ ਸੱਚੀ ਸਿੱਖੀ ਕੀ ਆ ਜੇ ਆਪਾਂ ਨਹੀਂ ਦਿਖਾਈ ਤੇ ਫਿਰ ਕਿਸੇ ਹੋਰ ਨੇ ਆਪਣਾ ਵਰਜ਼ਨ ਆ ਕੇ ਦਿਖਾ ਦੇਣਾ ਆ। ਪਹਿਲੇ 12 ਸਾਲਾਂ 'ਚ ਉਹ ਆਪਾਂ ਦੇਣਾ ਪੈਣਾ ਆ। ਉਸ ਦੇ ਬੇਸ ਤੇ ਉਹਨਾਂ ਨੇ ਅਗਲੇ 12 ਸਾਲਾਂ ਦੇ ਵਿੱਚ ਆਪਣੀ ਆਈਡੀਓਲੋਜੀ ਬਣਾ ਕੇ
ਫਿਰ 24 ਸਾਲ ਦੀ ਉਮਰ ਦੇ ਵਿੱਚ ਜਾ ਕੇ ਉਹਨਾਂ ਨੇ ਆਪ ਦੀ ਡਿਸੀਜਨ ਲੈਣੀ ਕਿ ਮੈਂ ਸਿੱਖੀ ਵਾਸਤੇ ਕੁਝ ਕਰਨਾ ਆ, ਸਿੱਖ ਬਣਨਾ ਆ, ਜਾਂ ਮੈਂ 24-23 ਸਾਲ ਦੀ ਵਿੱਚ ਉਮਰ ਜਾ ਕੇ ਨਹੀਂ, ਮੈਂ ਹੁਣ ਜਾ ਕੇ ਅਕਾਲੀ ਦੇ ਨਾਲ ਵਿਆਹ ਕਰਨਾ ਹੈ, ਹਾਂਜੀ। ਉਦੋਂ ਉਹਨਾਂ ਦਾ ਬੇਸ ਬਣਨਾ ਹੈ। ਸੋ ਪੇਰੈਂਟਸ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੈ ਮਾਹੌਲ ਦੇ। ਪੰਜਾਬ ਵਿੱਚ ਇਹ ਗੱਲ ਇਦਾਂ ਹੁੰਦੀ ਨਹੀਂ ਸੀਗੀ ਉਸ ਜ਼ਮਾਨੇ 'ਚ। ਪੰਜਾਬ ਵਿੱਚ ਇਸ ਤਰ੍ਹਾਂ ਗੱਲ ਹੁੰਦੀ ਨਹੀਂ ਸੀਗੀ, ਕਿਉਂਕਿ ਉਦੋਂ ਸਾਰਾ ਕੁਝ ਹੀ ਇੱਕ ਇਕੱਠ ਵਿੱਚੋਂ ਨਿਕਲਦਾ ਸੀ। ਚਾਚੇ ਤਾਏ ਇਕੱਠੇ ਹੁੰਦੇ ਸੀਗੇ, ਦਾਦਾ ਘਰੇ ਹੁੰਦਾ ਸੀਗਾ, ਉਹਦੀ ਚੌਧਰ ਚੱਲਦੀ ਸੀ, ਉਹਦੀ ਟੌਰ ਹੁੰਦੀ ਸੀ, ਲੋਕੀ ਸਾਰੇ ਮਿਲਦੇ ਸੀ। ਉਥੋਂ ਹੀ ਗੱਲਾਂ, ਕਈ ਗੱਲਾਂ ਜਿਹੜੀ ਤੁਸੀਂ ਗੱਲਾਂ ਕੀਤੀਆਂ ਨੇ ਸਮਾਜਿਕ ਪੱਖ ਰੱਖਦੀਆਂ ਨੇ। ਹੁਣ ਕਿਉਂਕਿ ਅਸੀਂ ਇੱਕ, ਮਾਫ ਕਰਿਓ, ਨਿਊਕਲੀਅਰ ਫੈਮਿਲੀ ਬਣ ਗਈ ਹੈ, ਤੇ ਅਸੀਂ ਕਹਿੰਦੇ ਅਸੀਂ ਚੰਗੇ ਆ, ਤੇ ਮੇਰੇ ਭਰਾ ਦੇ ਜਿਹੜੇ ਜਵਾਕ ਨੇ ਉਹ ਜੋ ਮਰਜ਼ੀ ਕਰਨ, ਉਹ ਆਪਦਾ ਲੈ ਕੇ ਬੈਠਾ ਪਰੇ, ਤੇ ਉਹ ਕਹਿੰਦਾ ਚੰਗਾ ਜੀ। ਹੁਣ ਉਹ ਆਪਣੀਆਂ ਜਿਹੜੀਆਂ ਘਰ ਵਾਲੀਆਂ ਨੇ ਉਹ ਕਹਿੰਦੀ ਦੇਖੋ ਜੀ ਉਹ ਤੇਰੇ ਭਰਾ ਦੀ ਉਹਨਾਂ ਨੇ ਤੈਅ ਕੀਤਾ, ਤੂੰ ਕਿਉਂ ਨਹੀਂ ਕਰਦਾ? ਉਹ ਬਸ ਅਸੀਂ ਉਸੇ ਚੱਕਰਾਂ 'ਚ ਮਤਲਬ ਆਪ ਦਾ ਉਹਨੂੰ ਫਸਾਇਆ। ਅੱਗੇ ਇਸ਼ੂ ਨਹੀਂ ਸੀ ਹੁੰਦਾ। ਇਹਦੇ 'ਚ ਭਾਈ ਸਾਹਿਬ ਨੇ ਬੜੀ ਵੱਡੀ ਗੱਲ ਕੀਤੀ ਹੈ, ਆਪਾਂ ਪਹਿਲਾਂ ਵੀ ਗੱਲ ਕੀਤੀ ਹੈ, ਜਵਾਬ ਦੇਣ ਦੀ ਜਾਂ ਸੈਲਫ ਰਿਸਪੈਕਟ ਦੀ। ਇੱਥੇ ਪਤਾ ਨਹੀਂ ਉੱਧਰ ਕੈਨੇਡਾ ਕੀ ਵਰਡ ਯੂਜ਼ ਹੁੰਦਾ, ਇੱਥੇ ਵਰਡ ਯੂਜ਼ ਹੁੰਦਾ ਸੈਲਫ ਸਟੀਮ, ਰਾਈਟ। ਜਦੋਂ ਬੱਚਾ ਕਿੰਡਰਗਾਰਟਨ ਤੋਂ ਅੱਗੇ ਨਿਕਲਦਾ ਹੈ, ਹੌਲੀ ਹੌਲੀ ਫਸਟ ਗ੍ਰੇਡ, self esteem is something that is given, like, is taught to them all the time. Like, you have to build your self esteem, build your self esteem, build your self esteem. You have to stand up for yourself. Self esteem is humble, right? Ego है ना, yeah. सिक्खी जो उठा है, सिक्खी जो है हमें मारो. I mean, it is the opposite of self esteem. I mean, you have to stand up for yourself in Sikhi, but with the asra of the group, right? Not your own. ਜੇ ਸ਼ਹੀਦਾਂ ਦਾ ਮਾਣ ਰੱਖਣਾ, ਉਹਨਾਂ ਨੇ ਕੀ ਕੀਤਾ, ਉਹ ਇੱਕ ਸਾਡੇ ਵਾਸਤੇ ਇੱਕ ਚਾਨਣ ਮੁਨਾਰਾ ਬਣ ਕੇ ਸਾਡੇ ਸਾਹਮਣੇ ਖੜਦਾ। ਅਸੀਂ ਉਹਨੂੰ ਸੈਲਫ ਸਟੀਮ ਸਮਝਦੇ, ਪਰ ਇਹਨਾਂ ਨੂੰ ਉਦਾਂ ਨਹੀਂ ਪੜਾਇਆ ਜਾਂਦਾ ਵੀ ਸੈਲਫ ਸਟੀਮ ਕੀ ਹੁੰਦੀ। ਇਹ ਤਾਂ ਆਪਦੇ ਮਤਲਬ ਹਉਮੈ ਬਿਲਡ ਕਰਦੇ ਇਹਨਾਂ ਦੀ, ਵੀ ਤੁਸੀਂ ਇੰਡੀਪੈਂਡੈਂਟ ਵਾਲੀ ਗੱਲ ਵੀ ਈਗੋ ਹੀ ਹੈ, ਸੇਮ ਚੀਜ਼ ਹੀ ਹੈ। ਯਾਰ ਦੀ ਹਉਮੈ ਨੂੰ ਬਿਲਡ ਕਰੋ, ਈਗੋ ਨੂੰ ਬਿਲਡ ਕਰੋ। ਯਾਰ ਈਗੋ ਸਟਰੈਂਥ ਵਰਡ ਹੀ ਹੁੰਦਾ, ਸਾਈਕ ਦਾ ਵਰਡ ਹੀ ਉਹਦੇ ਹੁੰਦਾ ਵੀ ਈਗੋ ਸਟਰੈਂਥ ਨੂੰ ਬਿਲਡ ਕਰੋ। ਯਾਰ ਈਗੋ ਸਟਰੈਂਥ ਸ਼ੁੱਡ ਬੀ ਇਨਫ ਦੈਟ ਯੂ ਸ਼ੁੱਡ ਬੀ ਸਟੈਂਡਿੰਗ ਅਪ ਫॉर योरसेल्फ ਆਲ ਦ ਟਾਈਮ। ਤੇ ਉਹ ਜਿਹੜਾ ਕਲਚਰਲ ਐਸਪੈਕਟ ਜਿਹੜਾ ਆਪੋਜ਼ਿਟ ਆਫ ਸਿੱਖੀ ਚੱਲ ਰਿਹਾ ਹੈ, ਉਹ ਪ੍ਰਭਾਵ ਦੇ ਅਗੇਂਸਟ ਤੁਸੀਂ ਕਿਵੇਂ ਫਾਈਟ ਕਰਨੀ ਹੈ, ਉਹ ਬਹੁਤ ਔਖਾ ਕੰਮ ਹੈ। ਇਹ ਵੱਡੇ ਬੱਚਿਆਂ 'ਚ ਜਾ ਕੇ ਰਿਲੇਸ਼ਨਸ਼ਿਪਸ ਵੀ ਬੜੀਆਂ ਪ੍ਰੋਬਲਮਸ ਬਹੁਤ ਵੱਡੀ ਪ੍ਰੋਬਲਮ। ਈਵਨ ਜਿਹੜੇ ਅੰਮ੍ਰਿਤਸਰੀ ਬੱਚੇ ਹੋਣਗੇ, ਬਾਣੇ ਵਾਲੇ ਬੱਚੇ ਹੋਣਗੇ, ਉਹਨਾਂ ਵਿੱਚ ਵੀ ਇਹ ਬਹੁਤ ਵੱਡੀ ਪ੍ਰੋਬਲਮ ਆਊਗੀ, ਕਿਉਂਕਿ ਉਹਨਾਂ ਦੀ ਈਗੋ ਸਟਰੈਂਥ ਇੰਨੀ ਜ਼ਿਆਦਾ ਬਿਲਡ ਅਪ ਕੀਤੀ ਹੁੰਦੀ ਹੈ, ਉਹ ਕੰਪਰੋਮਾਈਜ਼ ਨਹੀਂ ਕਰ ਪਾ ਰਹੇ। ਜਿਹੜਾ ਵਿਆਹ ਹੁੰਦਾ, ਡਿਵੋਰਸ ਹੋ ਰਹੇ ਨੇ, ਵਿਆਹ ਹੁੰਦਾ, ਡਿਵੋਰਸ ਹੋ ਰਹੇ ਨੇ, ਇਸੇ ਕਰਕੇ ਹੋ ਰਹੇ ਨੇ, ਜਾਂ ਵਿਆਹ ਨਹੀਂ ਹੋ ਰਹੇ, ਉਹ ਵੀ ਇਸੇ ਦਾ ਹੀ ਨਤੀਜਾ। ਕਿਉਂਕਿ ਉਹਨਾਂ ਦੀ ਜਿਹੜੀ ਸਿੱਖੀ ਹੈ ਉਹ ਵੀ ਇੱਥੋਂ ਹੀ ਮਤਲਬ ਜਿਹੜੀ ਬਿਲਡ ਅਪ ਹੋ ਰਹੀ ਹੈ। ਇਹ ਬੰਦੋ ਬਾਣੇ 'ਚ ਨੇ, ਇਹ ਬੰਦੋ ਸਾਰਾ ਕੁਝ ਹੈਗਾ, ਪਰ ਜਿਹੜੀ ਈਗੋ ਸਟਰੈਂਥ ਇੰਨੀ ਮਤਲਬ ਫੈਲਾ ਦਿੱਤੀ ਜਾਂਦੀ ਹੈ, ਉਹ ਕੰਪਰੋਮਾਈਜ਼ ਨਹੀਂ ਕਰਨ ਦਿੰਦੀ ਬਿਲਕੁਲ ਵੀ। ਉਹ ਉਸ ਚੀਜ਼ ਦੇ ਅਗੇਂਸਟ ਫਲੋ ਕਰਨਾ ਬਹੁਤ ਔਖਾ, ਬਹੁਤ। ਇੱਕ ਹੋਰ ਸੀਗਾ ਜੀ, ਜਿਵੇਂ ਡਾਕਟਰ ਸਾਹਿਬ ਉੱਥੇ ਟ੍ਰੇਸੀ ਆਏ ਸਾਡੇ ਉੱਥੇ, ਮਤਲਬ ਬੱਚਿਆਂ ਦੇ ਵਿੱਚ ਜਿਵੇਂ ਤੁਸੀਂ ਇੰਡੀਪੈਂਡੈਂਸ ਦੀ ਗੱਲ ਕੀਤੀ ਆ, ਉਹ ਅੱਜ ਕੱਲ੍ਹ ਬੱਚਿਆਂ ਦੇ ਵਿੱਚ ਜਿਵੇਂ ਛੋਟੀ ਉਮਰ ਤੋਂ ਹੀ ਬੱਚਿਆਂ ਦੇ ਮਨ 'ਚ ਹੈਗਾ ਵੀ ਅਸੀਂ ਜੀ ਮਤਲਬ ਸੈਲਫ ਡਿਪੈਂਡੈਂਟ। ਜਿਵੇਂ ਅੱਜ ਕੱਲ੍ਹ ਉੱਥੇ ਇੱਕ ਸਵਾਲ ਪੁੱਛਿਆ ਸੀ ਬੱਚਿਆਂ ਨੂੰ ਵੀ ਤੁਸੀਂ ਮਤਲਬ ਇਨਫਲੂਐਂਸਰ ਕੌਣ ਬਣਨਾ ਚਾਹੁੰਦਾ, ਸੋ ਆਲਮੋਸਟ ਸਾਰੇ ਬੱਚਿਆਂ ਦਾ ਹੱਥ ਖੜਾ ਸੀ ਵੀ ਅਸੀਂ ਇਨਫਲੂਐਂਸਰ ਬਣਨਾ ਚਾਹੁੰਦੇ ਹਾਂ। ਕਾਰਨ ਉਹਦਾ ਕੀ ਹੈ, ਈਜ਼ੀ ਮਨੀ ਹੈ, ਵੀ ਜੇ ਮੇਰੇ ਇੰਨੇ ਚੈਨਲ ਦੇ ਵਿੱਚ ਇੰਨੇ ਸਬਸਕ੍ਰਾਈਬਰ ਨੇ, ਇੰਨੇ ਵਿਊ ਨੇ, ਮੈਨੂੰ ਇੰਨੇ $1000 ਪਰ ਮੰਥ ਮੈਨੂੰ ਆ ਰਿਹਾ। ਸੋ ਉਹਨਾਂ ਦੇ ਮਨ ਦੇ ਵਿੱਚ ਉਹ ਚੀਜ਼ ਹੈਗੀ ਆ ਵੀ ਪੜ੍ਹਾਈ ਪੜ੍ਹੀ ਦੀ ਕੀ ਲੋੜ ਆ। ਉੱਥੇ ਸਵਾਲ ਪੁੱਛਿਆ ਸੀਗਾ ਵੀ ਜੇ ਸਾਰੇ ਇਨਫਲੂਐਂਸਰ ਬਣ ਗਏ, ਜੇ ਕੱਲ੍ਹ ਨੂੰ ਤੁਸੀਂ ਬਿਮਾਰ ਹੋ ਗਏ, ਤੁਸੀਂ ਕਿਹੜੇ ਡਾਕਟਰ ਕੋਲ ਜਾਓਗੇ? ਉਹ ਕਹਿੰਦੇ ਅਸੀਂ ਜੀ YouTube ਤੋਂ ਆਪਦੇ ਆਪ ਦਾ ਇਲਾਜ ਕਰਨ ਦੀ ਵੀਡੀਓ ਲੱਭ ਲਾਂਗੇ ਕੋਈ। ਮਤਲਬ ਉਹ ਜਵਾਕਾਂ ਦੇ ਮਨ ਦੇ ਵਿੱਚ ਉਹ ਚੀਜ਼ਾਂ ਹੈਗੀਆਂ ਵੀ ਸਾਰੇ ਇਹ ਰਿਸੋਰਸ ਸਾਨੂੰ ਰੈਡਲੀ ਅਵੇਲੇਬਲ ਨੇ, ਸਾਨੂੰ ਉਹ ਕਰਨ ਦੀ ਕੀ ਲੋੜ। ਉਹਨਾਂ ਦੇ ਮਨ ਦੇ ਵਿੱਚ ਉਹ ਜਿਹੜਾ ਪੈਸਾ ਬਣਾਉਣ ਦੀ ਜਿਹੜੀ ਈਜ਼ੀ ਮਨੀ ਆ, ਵੀ ਉਹਨਾਂ ਨੂੰ ਇਹ ਲੱਗਣ ਲੱਗ ਗਿਆ ਵੀ ਜਿਹੜਾ ਵੀ ਸਾਨੂੰ ਟੱਕਰਾਂ ਮਾਰਨ ਦੀ ਕੀ ਲੋੜ, ਵੀ ਅਸੀਂ ਇਹਨੇ ਦੂਜੇ ਪਾਸੇ ਨੂੰ ਜਾਈਏ, ਸਾਨੂੰ ਛੇਤੀ ਪੈਸਾ ਮਿਲ ਜਾਵੇ ਕਿਤੇ ਨਾ ਕਿਤੇ ਤਰੀਕੇ। ਪਿੱਛੇ ਚਾਹੀਦੀ ਆਪਾਂ ਵੀ ਚਲੋ ਬੱਚੇ ਨੂੰ ਕਹੀਏ ਪੁੱਤ ਵੱਡਾ ਹੋ ਗਿਆ, ਪੜ੍ਹ ਲਿਖ ਲਾ, ਸੌਖੀ ਜ਼ਿੰਦਗੀ ਹੋ ਜਾਊਗੀ, ਤੇ ਦੂਸਰੀ ਸਿੱਖੀ ਆਪਾਂ ਦਿੱਤੀ ਨਹੀਂ ਉਹ ਬੱਚਿਆਂ ਦੇ ਸਾਰੇ। ਉਹ ਗੱਲ ਗੁਰਬਾਣੀ ਵਿੱਚ ਇਹ ਆ ਗਈ ਜੇ ਮਤਲਬ ਕੋਠੜੀਆਂ ਹੀਰੇ ਲਾਲ ਜੜੇ ਹੋਣ, ਜਿੰਨਾ ਮਰਜ਼ੀ ਹੋ ਜਾਵੇ, ਐਸ਼ ਆਰਾਮ ਵਿੱਚ ਤਾਂ ਆਪਾਂ ਪਰਮਾਤਮਾ ਲੱਭਿਆ ਨਹੀਂ ਜਾਣਾ, ਦੁੱਖ ਵਿੱਚ ਜ਼ਰੂਰ ਲੱਭਿਆ ਜਾ ਸਕਦਾ ਹੈ। ਮੈਨੂੰ ਚਲੋ ਜਿਹੜੀ ਸਾਡੀ ਉਮਰ ਹੋ ਗਈ ਆ, ਲੋਕੀ ਹੁਣ ਕੰਟੈਕਟ ਕਰਦੇ ਆ ਵੀ ਰਿਸ਼ਤਾ ਕਰਾਓ ਜੀ, ਦੱਸੋ ਜੀ ਤੁਹਾਨੂੰ ਉਹ ਬੰਦਾ ਜਾਣਦਾ ਜੀ, ਕੋਈ ਹੈ ਜੀ ਬੱਚਾ ਦੱਸੋ ਸਾਨੂੰ।
ਸਾਡੇ ਇੱਕ ਰਿਸ਼ਤੇਦਾਰ ਨੇ, ਉਹਨਾਂ ਸਾਨੂੰ ਫੋਨ ਆਇਆ ਮੈਨੂੰ ਤੇ ਕਹਿੰਦੇ ਬਈ ਤੂੰ ਉਹਨਾਂ ਨੂੰ ਜਾਣਦਾ? ਮੈਂ ਕਿਹਾ ਹਾਂ ਮੈਂ ਜਾਣਦਾ। ਕਹਿੰਦੇ ਉਹਨਾਂ ਦੀ ਪੋਤੀ ਆ ਤੇ ਉਹ ਉਹਦੇ ਵਾਸਤੇ ਰਿਸ਼ਤਾ ਲੱਭਦੇ, ਤੇ ਜਿਹਨਾਂ ਨੂੰ ਮੈਂ ਜਾਣਦਾ ਸੀ ਉਹਨਾਂ ਦਾ ਪਰਿਵਾਰ ਸਿੱਖੀ ਦੇ ਵਿੱਚ ਪਰਪੱਕ ਸੀ, ਤੇ ਉਹ ਕੈਨੇਡਾ ਆ ਗਏ। ਤੇ ਇਹ ਬਜ਼ੁਰਗ ਜਿਹਨਾਂ ਨੂੰ ਮੈਂ ਜਾਣਦਾ ਇਹ ਅਮਰੀਕਾ ਆ ਗਏ, ਇੱਥੇ ਡਾਕਟਰ ਸੀਗੇ, ਹੁਣ ਤਾਂ 90 ਸਾਲ ਦੀ ਉਮਰ ਹੋਣੀ ਉਹਨਾਂ ਦੀ। ਇੱਥੇ ਆ ਕੇ ਉਹਨਾਂ ਨੇ ਕੈਂਪ ਲਾਏ, ਗੁਰਮਤਿ ਕੈਂਪ ਲਾਉਣੇ ਸ਼ੁਰੂ ਕੀਤੇ। ਉਹਨਾਂ ਵਿੱਚ ਮੇਰੀ ਸਿੰਘਣੀ ਵੀ ਗਈ। ਤੇ ਮਤਲਬ ਇਹ ਨਹੀਂ ਸੀਗਾ ਵੀ ਸਿੱਖ ਇਕੱਲਾ ਮਤਲਬ ਆਪਣੀ ਜ਼ਿੰਦਗੀ ਨੂੰ ਜਿਉਣ ਵਾਲਾ ਸਿੱਖ ਸੀਗਾ ਚੰਗਾ, ਉਹ ਸਮਾਜ ਦੇ ਵਿੱਚ ਜਿਹੜਾ ਆਪਾਂ ਹੁਣ ਕਰਦੇ ਪਏ ਇੱਦਾਂ ਵੀ ਉਹ ਕਰਦਾ ਪਿਆ ਸੀ। ਤੇ ਉਹਦਾ ਗਾਂ ਬੇਟਾ ਉਹ ਵੀ ਡਾਕਟਰ ਬਣਿਆ, ਉਹਨੇ ਵੀ ਦਸਤਾਰ ਸਜਾਈ, ਦਾੜਾ ਸਾਬਤ ਸੂਰਤ ਹੈ, ਸ਼ਾਇਦ ਅੰਮ੍ਰਿਤਧਾਰੀ ਨਹੀਂ, ਮੈਨੂੰ ਨਹੀਂ ਪਤਾ, ਉਹਨੂੰ ਮੈਂ ਜਾਣਦਾ। ਤੇ ਹੁਣ ਕਹਿੰਦੇ ਜੀ ਉਹਨਾਂ ਦੀ ਜਿਹਨਾਂ ਨੂੰ ਮੈਂ ਜਾਣਦਾ ਡਾਕਟਰ ਸਾਹਿਬ ਹੁਣਾਂ ਨੂੰ, ਬਜ਼ੁਰਗ, ਉਹਨਾਂ ਦੀ ਪੋਤੀ ਹੈ, ਉਹਦੇ ਵਾਸਤੇ ਅਸੀਂ ਇੱਕ ਬੱਚਾ ਲੱਭਦੇ ਹਾਂ। ਤੇ ਉਹਦੀ ਉਮਰ 28-29 ਸਾਲ ਦੀ ਹੋਈ। ਉਹ ਬੜੀ ਸਕਸੈਸਫੁਲ ਹੈ, ਉਹਦਾ ਬਿਜ਼ਨਸ ਹੈ, ਉਹ ਆਪਣੀ ਮਾਂ ਨਾਲ ਹੈਲਪ ਕਰਦੀ ਹੈ, ਉਹ ਐਂ ਕਰਦੀ ਹੈ। ਤੇ ਉਹਨਾਂ ਦੀ ਇੱਕੋ ਸ਼ਰਤ ਹੈ। ਕੀ ਸ਼ਰਤ ਹੈ? ਉਹਨਾਂ ਦੀ ਸ਼ਰਤ ਇਹ ਹੈ ਵੀ ਬੱਚਾ ਜਿਹੜਾ ਵੀ ਉਹ ਪੱਗ ਬੰਨ੍ਹਦਾ ਹੋਵੇ ਤੇ ਉਹ ਸਿੱਖ ਹੋਵੇ। ਸ਼ਕਲ ਦੇਖੋ। ਤੇ ਮੇਰੇ ਮਨ 'ਚ ਖਿਆਲ ਆਇਆ ਆਪਣਾ ਜਿਹੜਾ ਨਾਮ, ਮੈਂ ਉਹਨਾਂ ਨਾਲ ਗੱਲ ਕੀਤੀ। ਮੈਂ ਕਿਹਾ ਵੀ ਆਪਣੇ ਹੈਗਾ ਬੱਚਾ ਇੱਕ, ਤੇ ਮੈਂ ਥੋੜੀ ਗੱਲ ਮਤਲਬ ਮੈਂ ਕਰਾ ਦਿੰਦਾ। ਤੇ ਜਦੋਂ ਮੈਂ ਗੱਲ ਸ਼ੁਰੂ ਕੀਤੀ ਤਾਂ ਮੈਨੂੰ ਬੱਚੇ ਨੂੰ, ਉਹਦੀ ਮਾਂ ਨੂੰ ਮੈਂ ਇਹ ਸਮਝਾਇਆ, ਮੈਂ ਕਿਹਾ ਵੀ ਇੱਦਾਂ ਦਾ ਮੈਨੂੰ ਪਤਾ, ਮੈਂ ਬੱਚੇ ਨੂੰ ਨਹੀਂ ਮੈਂ ਜਾਣਦਾ, ਤੇ ਤੁਸੀਂ ਕਮਿਊਨੀਕੇਸ਼ਨ ਸ਼ੁਰੂ ਕਰ। ਤੇ ਉਹ ਅੱਜ ਕੱਲ੍ਹ ਦੇ ਨੌਜਵਾਨ ਜਿਹੜੇ ਇਹਨਾਂ ਨੂੰ ਜ਼ਿਆਦਾ ਪਤਾ ਹੈ। ਤੇ ਮੈਂ ਮਾੜਾ ਜਿਹਾ ਇਸ਼ਾਰਾ ਜਿਹਾ ਕੀਤਾ, ਉਹਨੇ ਮੈਨੂੰ ਨਾਂ ਭੇਜਿਆ, ਆਪਣੀ ਫੋਨ ਨੰਬਰ ਭੇਜਿਆ, ਉਹਨੇ ਇੰਸਟਾਗ੍ਰਾਮ 'ਤੇ ਜਾ ਕੇ ਐਡਾ ਸਾਰਾ ਚਿੱਠਾ ਖੋਲ ਕੇ ਮੇਰੇ ਕੋਲ ਭੇਜਤਾ। ਮੈਨੂੰ ਕਹਿੰਦਾ ਅੰਕਲ ਤੂੰ ਇਹਨੂੰ ਕਹਿਣਾ ਮੈਂ ਵਿਆਹ ਕਰਾਂ। ਮੈਂ ਬੇਟਾ ਨੂੰ ਮੈਂ ਕੀ ਕਰਾਂ? ਮੈਨੂੰ ਤਾਂ ਇਹ ਸੀਗਾ ਵੀ ਇਹਦਾ ਪਰਿਵਾਰ ਸਾਰਾ ਪਿੱਛੋਂ ਸਿੱਖੀ ਦਾ, ਉਹ ਬਜ਼ੁਰਗ ਉਹਦੇ ਮਤਲਬ ਉਹਦਾ ਗਾਂ ਤਾਇਆ ਉਹਦਾ ਇੱਦਾਂ, ਤੇ ਇਹ ਤਾਂ ਗਾਂ ਉਹਨਾਂ ਦੀ ਪੋਤੀ ਹੈ। ਤੇ ਇਹ ਮੈਨੂੰ ਤਾਂ ਇਹਨਾਂ ਗੱਲਾਂ ਬਾਰੇ ਖਿਆਲ ਨਹੀਂ ਸੀਗਾ। ਮੈਂ ਕਿਹਾ ਤੂੰ ਐਂ ਕਰ ਵੀ ਤੂੰ ਕਮਿਊਨੀਕੇਸ਼ਨ ਤਾਂ ਕਰ, ਤੂੰ ਉਹਨੂੰ ਕੰਟੈਕਟ ਤਾਂ ਕਰ। ਉਹਨੇ ਕੰਟੈਕਟ ਕੀਤਾ ਤੇ ਕਹਿੰਦਾ ਬਈ ਉਹਨੇ ਮੈਨੂੰ ਸਕਰੀਨਸ਼ਾਟ ਭੇਜੀ। ਉਹ ਬੱਚੀ ਨੇ ਜਵਾਬ ਹੀ ਪਾ ਕੇ ਭੇਜਿਆ ਬਈ I cannot imagine myself being an Amritdhari in this life. ਮੈਂ ਆਪਣੇ ਰੋਮਾਂ ਦੀ ਬੇਅਦਬੀ ਕਰਦੀ, ਮੈਂ ਸ਼ਰਾਬ ਵੀ ਪੀਂਦੀ ਹਾਂ, ਤੇ ਮੈਂ ਹੋਰ 2-3 ਚੀਜ਼ਾਂ ਉਹਨੇ ਲਿਖੀਆਂ। ਹੁਣ ਤੁਸੀਂ ਹਿਸਾਬ ਲਾਓ ਬਈ ਇਹ ਪੋਤੀ ਉਹਦੀ ਹੈ ਜਿਹੜਾ ਆਮ ਦੂਜੇ ਲੋਕਾਂ ਦੇ ਬੱਚਿਆਂ ਨੂੰ ਸਿੱਖ ਬਣਾਉਣ ਲਈ ਕੈਂਪ ਲਾਉਂਦਾ ਰਿਹਾ ਅਮਰੀਕਾ 'ਚ ਆ ਕੇ। ਉਹਦੀਆਂ ਫੋਟੋਆਂ ਪਈਆਂ ਨੇ, ਕਿਤੇ ਬ੍ਰਾਜ਼ੀਲ 'ਚ ਬੈਠੀ ਹੈ, ਕਿਤੇ ਦਿੱਲੀ 'ਚ ਬੈਠੀ ਹੈ, ਕਿਤੇ ਹੋਰ ਬੈਠੀ ਹੈ, ਕਿਤੇ। ਮੈਂ ਹੁਣ ਮਤਲਬ ਗੱਲਾਂ ਕਰਾਂ, ਮੈਨੂੰ ਡਰ ਲੱਗਦਾ ਕੱਲ੍ਹ ਨੂੰ ਸਾਡੇ ਘਰ 'ਚ ਵੀ ਕਿਤੇ ਇੱਦਾਂ ਦਾ ਪੰਗਾ ਨਾ ਪਵੇ। ਗੱਲਾਂ ਕਰਨੀਆਂ ਸੌਖੀਆਂ ਬਹੁਤ ਹੁੰਦੀਆਂ ਨੇ, ਪਰ ਇਹ ਅਸਲੀਅਤ ਹੈ। ਬਾਬਾ ਜੀ ਤੁਸੀਂ ਇੱਕ ਸਿੰਘ ਦੀ ਗੱਲ ਕਰ ਰਹੇ ਆ, ਜਿਹੜੇ ਤਖਤਾਂ ਦੇ ਜਥੇਦਾਰ ਆ, ਉਹਨਾਂ ਦੇ ਗਾਂ ਬੱਚੇ ਪੋਤਰੇ ਉਹ ਵੀ ਇਹ ਲਾਈਨਾਂ ਤੇ ਆ। ਪੱਤ ਪੁਣਿਆਂ 'ਚ, ਸ਼ਰਾਬਾਂ 'ਚ ਆਪਦੇ ਠੇਕੇ ਹੋਣੇ। ਜਿਹੜੇ ਤਖਤਾਂ ਦੇ ਜਥੇਦਾਰ ਸਿੰਘ ਸਾਹਿਬ ਨੇ, ਉਹ ਜਾਂ ਵੱਡੇ ਵੱਡੇ ਕੌਮ ਦੇ ਸ਼ਹੀਦ ਪਰਿਵਾਰਾਂ ਦੇ ਗਾਂ ਬੱਚੇ, ਜਿਹਨੂੰ ਸਾਰਾ ਪੰਥ ਮੰਨਦਾ, ਉਹਨਾਂ ਦੇ ਗਾਂ ਬੱਚੇ ਵੀ ਇੱਦਾਂ ਇਸ ਰਸਤੇ ਤੁਰੇ ਹੋਏ ਆ। ਮਤਲਬ ਇਹ ਵਾਲੀ ਗੱਲ ਕਿਸੇ ਨਾਲ ਵੀ ਆਪਾਂ ਵਾਪਰ ਸਕਦੀ ਹੈ। ਆਪਾਂ ਕਿਹੜੀ ਬਾਗ ਦੀ ਮੂਲੀ ਆ। ਪਰ ਗੱਲ ਹਾਰ ਕੇ ਮੁੱਕਦੀ ਉੱਥੇ ਆ ਜਾਂਦੀ ਹੈ ਬਈ ਕਲਗੀਆਂ ਵਾਲਾ ਬਹੁਤ ਸਮਰੱਥ ਹੈ, ਪਰ ਸਾਡੇ ਕੁਝ ਨਿੱਜੀ ਫਰਜ਼ ਬਣਦੇ, ਅਸੀਂ ਉਹਨਾਂ ਦੀ ਅਹਿਮੀਅਤ ਨੂੰ ਸਮਝੀਏ। ਇਹ ਕੋਈ ਗੁੱਡਾ ਗੁੱਡੀ ਦਾ ਖੇਡ ਨਹੀਂ ਜਿੱਥੇ ਆਪਾਂ ਬੈਠੇ ਹਾਂ। ਇੱਕ ਬਹੁਤ ਸੰਜੀਦਗੀ ਦੇ ਨਾਲ ਇਹ ਵਿਚਾਰਨ ਵਾਲਾ ਮਸਲਾ ਹੈ। ਤੇ ਦੁਖਾਂਤ ਇਸ ਗੱਲ ਦਾ ਹੈ, 2 ਦੁਖਾਂਤ ਨੇ। ਇੱਕ ਦੁਖਾਂਤ ਇਹ ਹੈ ਜਦੋਂ ਇਹ ਕੈਂਪ ਵਾਸਤੇ ਅਸੀਂ ਕੱਢਿਆ ਨਾ, ਪਹਿਲਾਂ ਤਾਂ ਕੋਈ ਬੰਦਾ ਅਪਲਾਈ ਨਹੀਂ ਕਰਦਾ। ਕਿੰਨੀ ਰਜਿਸਟ੍ਰੇਸ਼ਨ ਹੋ ਗਈ? 2 ਹੋਏ। ਅੱਛਾ ਮੈਂ ਫੋਨ ਕਰਦਾ, ਮੈਂ ਪੁੱਛਦਾ, ਮੈਂ ਪੁੱਛਿਆ ਕਿੰਨੇ ਦੀ ਆਇਆ? 4 ਹੋ ਗਈ। ਜਦੋਂ ਇਹ ਲਾਸਟ ਟਾਈਮ ਆ ਜਾਂਦਾ, ਜਦੋਂ ਡੇਟ ਰੋਕਣ ਲੱਗਦੇ, ਉਹ ਸਾਰੇ ਕਹਿੰਦੇ ਸਾਡਾ ਵੀ ਕਰ ਦਿਓ ਜੀ, ਦੇਖੋ ਜੀ ਫਿਰ ਜੀ ਹੋਇਆ ਨਹੀਂ ਜੀ, ਕੁਛ ਤਾਂ ਕਰੋ ਜੀ, ਦੇਖੋ ਗੱਲ ਨਹੀਂ ਬਣਦੀ। ਇੱਕ ਦੁਖਾਂਤ ਇਹ ਹੈ। ਦੂਜਾ ਦੁਖਾਂਤ ਇਹ ਹੈ ਕਿ ਸਾਡੇ ਕੋਲੇ ਇਨਫ ਰਿਸੋਰਸਿਸ ਨਹੀਂ ਹੈਗੇ
ਤੇ ਇਨਫ ਸਾਡੀ ਸ਼ੁਭ ਨੀਅਤ ਨਹੀਂ ਹੈਗੀ ਬਈ ਅਸੀਂ ਸਕੂਲ ਦੇ ਇੱਕ ਹਫ਼ਤੇ ਨੂੰ ਕੈਂਸਲ ਕਰਕੇ ਉਹਨੂੰ ਕੱਟ ਕੇ ਅਸੀਂ ਆਪਣੇ ਬੱਚਿਆਂ ਨੂੰ ਰਾਉਂਡ ਦਾ ਈਅਰ ਕੈਂਪ ਇਦਾਂ ਲੱਗਦਾ ਜਿਵੇਂ ਤੁਸੀਂ ਗੁਰਮਤਿ ਅਕੈਡਮੀ ਚਲਾਉਂਦੇ। ਹੁਣ ਕਿੰਨੇ ਆਪਸ਼ਨਸ ਨੇ ਆਪਣੇ ਕੋਲ। ਅਸੀਂ ਇੱਥੇ ਸੈਕਰਾਮੈਂਟੋ ਤੋਂ ਸ਼ੁਰੂ ਕਰਨਾ ਚਾਹੁੰਦੇ ਹਾਂ, ਹੋਪਫੁਲੀ ਤੁਹਾਡੀ ਗਾਈਡੈਂਸ ਅਸੀਂ ਲਵਾਂਗੇ। ਅਸੀਂ ਚਾਹੁੰਦੇ ਸੀਗੇ ਭਾਈ ਸਾਹਿਬ ਨੇ ਬਈ ਤੁਹਾਨੂੰ ਨਹੀਂ ਪਤਾ ਕੈਲੀਫੋਰਨੀਆ 'ਚ ਰਹਿਣ ਵਾਲਿਆਂ ਨੂੰ ਕਿੰਨਾ ਕੁ ਇਸ ਗੱਲ ਦਾ ਪਤਾ ਕਿ ਨਹੀਂ ਪਤਾ, ਇੱਕ ਚੈਸਪੀ ਪ੍ਰੋਗਰਾਮ ਹੈ। ਚੈਸਪੀ ਪ੍ਰੋਗਰਾਮ ਹੈ ਵੀ ਤੁਸੀਂ ਬੱਚੇ ਨੂੰ 9ਵੀਂ ਤੋਂ ਬਾਅਦ ਉਹ ਇੱਕ ਟੈਸਟ ਲੈ ਕੇ ਤੇ ਉਹ ਹਾਈ ਸਕੂਲ ਦਾ ਉਹਨੂੰ ਡਿਪਲੋਮਾ ਮਿਲ ਜਾਂਦਾ। 10ਵੀਂ ਤੋਂ ਬਾਅਦ ਉਹਨੂੰ ਹਾਈ ਸਕੂਲ ਦਾ ਡਿਪਲੋਮਾ ਮਿਲ ਜਾਂਦਾ ਤੇ ਉਹ ਹਾਈ ਸਕੂਲ ਤਾਂ ਮਤਲਬ 10ਵੀਂ ਤੋਂ ਬਾਅਦ ਜਿਹੜੇ 2 ਸਾਲ ਨੇ ਉਹ ਕਾਲਜ ਜਾ ਕੇ ਦਾਖਲਾ ਲੈ ਸਕਦਾ। ਕੁਝ ਬੱਚਿਆਂ ਨੂੰ ਮੈਂ ਜਾਣਦਾ ਜਿਨ੍ਹਾਂ ਨੇ ਉਹ ਜਿਹੜਾ ਗੈਪ ਈਅਰ ਬਣਾ ਕੇ ਕੋਈ ਪੰਜਾਬ ਗਿਆ, ਕਿਸੇ ਨੇ ਇੱਥੇ ਕਲਾਸਾਂ ਲਾਈਆਂ, ਕਿਸੇ ਨੇ ਸੰਥਿਆ ਲੈ ਲਈ, ਇੱਕ ਵਾਰੀ ਲੈ ਲਈ ਫਿਰ ਦੂਜੀ ਵਾਰੀ ਲੈ ਲਈ ਵੀ ਇਹ ਗੈਪ ਈਅਰ ਜਿਹੜਾ ਮੈਂ ਇਸ ਕੰਮ ਲਈ ਯੂਜ਼ ਕਰਨਾ। ਹੁਣ ਜਿਹੜਾ ਗੈਪ ਈਅਰ ਹੈ ਉਸ ਵਾਸਤੇ ਉਸ ਬੱਚੇ ਨੂੰ ਵੀ ਤਿਆਰ ਕਰਨਾ ਪੈਣਾ। ਹੁਣ ਕਈਆਂ ਬੱਚਿਆਂ ਨੂੰ ਅਸੀਂ ਗੱਲ ਕੀਤੀ ਹੈ, ਮਾਪਿਆਂ ਨਾਲ ਗੱਲ ਕੀਤੀ ਹੈ, ਉਹ ਕਹਿੰਦੇ ਹਾਂਜੀ ਦੇਖਾਂਗੇ ਜੀ। ਡਰ ਲੱਗਦਾ ਕਿਉਂਕਿ ਇਹ ਗੱਲ ਨੋਰਮਲ ਨਹੀਂ ਹੈਗੀ। ਉਹ ਲੱਗਦਾ ਵੀ ਇਹ ਸਿੱਖੀ 'ਚ ਕਿਤੇ ਬਹੁਤਾ ਹੀ ਸੱਤ ਨਾ ਬਣ ਜਾਏ ਫਿਰ ਮੁੜ ਕੇ ਸ਼ਾਇਦ ਕਾਲਜ ਜਾਵੇ ਹੀ ਨਾ, ਫਿਰ ਵੀ ਕਰਾਂਗੇ। ਇੱਕ ਪਰਿਵਾਰ ਹੈ ਉਹ ਕਿਤੇ ਉਹਨਾਂ ਨੇ ਬੱਚੇ ਨੇ ਤਾਂ ਕਰ ਲਿਆ ਤੇ ਜਸਪੀ ਲੈ ਲਈ ਤੇ ਉਹਦੀ ਭੈਣ ਦਾ ਉਹਨੂੰ ਫੋਨ ਆਇਆ, ਕਹਿੰਦਾ ਮੈਨੂੰ ਕਹਿੰਦਾ ਵੀਰ ਜੀ ਵੀ ਇਹਨੇ ਤਾਂ ਆਪਣੀ ਸਾਰੀ ਕੈਮਿਸਟਰੀ ਤੇ ਸਾਰੀ ਮੈਥ ਭੁੱਲ ਜਾਣੀ ਇਹਨੇ ਤਾਂ, ਤੁਸੀਂ ਇਹਨੂੰ ਇੱਧਰ ਲਾਤਾ। ਉਹਨੇ ਕਿਹਾ ਨਹੀਂ ਭੈਣ ਤੂੰ ਚਿੰਤਾ ਨਾ ਕਰ ਵੀ ਉਹ ਨਾਲ 2 ਕਲਾਸਾਂ ਵੀ ਲਾ ਰਿਹਾ, ਉਹ ਆਪਣੇ ਸਪੋਰਟਸ ਵੀ ਨਾਲ ਕਰ ਰਿਹਾ, ਉਹ ਹਫ਼ਤੇ 'ਚ 2 ਕਲਾਸਾਂ ਲਾਉਂਦਾ, ਉਹ ਜਾਂਦਾ ਉੱਥੇ, ਉਹਦਾ ਮੈਂ ਥੋੜ੍ਹਾ ਨਹੀਂ ਕਦੇ ਨਾ। ਹੁਣ ਇਸ ਗੱਲ ਨੂੰ ਕਿੰਨੇ ਕੁ ਮਾਪੇ ਇਸ ਗੱਲ ਨੂੰ ਸੀਰੀਅਸਲੀ ਲੈਣਗੇ। ਸਾਡੇ ਵਾਸਤੇ ਸਾਡਾ ਬੱਚਾ ਜੀ ਗੱਤਕਾ ਖੇਡਣ ਲੱਗ ਪਿਆ, ਸਾਡਾ ਬੱਚਾ ਜੀ ਉੱਥੇ ਜਾ ਕੇ ਚੋਲਾ ਪਾਉਣ ਲੱਗ ਪਿਆ, ਸਾਡਾ ਬੱਚਾ ਉੱਥੇ ਦੀਵਾਨ ਜਾਂਦਾ ਪਿਆ, ਪਰ ਸਾਨੂੰ ਇਸ ਗੱਲ ਦਾ ਨਹੀਂ ਪਤਾ ਸਾਡਾ ਬੱਚਾ ਸੋਚਦਾ ਕਿ ਨਹੀਂ ਪਈ ਨੇ ਗੱਲਾਂ ਹੁਣ ਕਰਕੇ ਹਟੇ। ਤੁਸੀਂ ਮੋਰਮਨਸ ਬਾਰੇ ਸੁਣਿਆ ਜੀ? ਮੋਰਮਨਸ ਹਾਂ ਮੈਂ ਸੁਣਾ ਆਪਣੀ ਸਾਡੇ ਬੀਤੀ ਦੱਸਦਾ ਜੀ, ਸਾਡੇ ਘਰੇ 2 ਮੋਰਮਨਸ ਆਏ। ਇਹ ਬਾਦ ਆਪਣੇ ਯੂਟਾ 'ਚ ਇਹਨਾਂ ਦਾ ਮੇਨ ਕੇਂਦਰ ਹੈ। ਇਹ ਆਪਣੇ ਆਪ ਨੂੰ ਕ੍ਰਿਸਚਨ ਕਹਿੰਦੇ ਪਰ ਕ੍ਰਿਸਚਨ ਇਹਨਾਂ ਨੂੰ ਜਿਵੇਂ ਆਪਾਂ ਨਰਕਧਾਰੀ ਨੂੰ ਨਰਕਧਾਰੀ ਕਹਿੰਦੇ ਉਦਾਂ ਕ੍ਰਿਸਚਨ ਉਹਨੂੰ ਮੰਨਦੇ ਨਹੀਂ। ਹਾਂਜੀ ਤੇ ਉਹਨਾਂ ਦਾ ਬਹੁਤ ਵੱਡਾ ਯੂਨੀਵਰਸਿਟੀ ਜੋ ਵੱਡਾ ਹਾਂਜੀ ਇਹ ਸਾਰੀ ਦੁਨੀਆ 'ਚ ਫੈਲੇ ਹੋਏ ਆ। ਜਿਹੜਾ ਮਿਟ ਰੋਮਨੀ ਰਨ ਹੋਇਆ ਸੀ ਤੁਹਾਡਾ, ਉਹ ਇਹਨਾਂ ਦਾ ਬਹੁਤ ਵੱਡਾ ਹੈਗਾ ਮੈਂਬਰ ਹੈ ਨਾ। ਤੇ ਇਹ ਸਾਡੇ ਘਰੇ ਆਏ, ਮੇਰੀ ਉਮਰ ਉਦੋਂ 17-18 ਸਾਲ ਦੀ ਹੋਣੀ ਆ ਤੇ 2 ਮੁੰਡੇ ਸੀਗੇ, ਉਹਨਾਂ ਦੀ ਉਮਰ ਵੀ 18 ਤੇ 19 ਸਾਲ ਦੀ ਸੀਗੀ। ਉਹ ਘਰੇ ਆ ਕੇ ਬੈਠ ਕੇ ਲੌਂਗ ਸਟੋਰੀ ਸ਼ੋਰਟ ਉਹਨਾਂ ਮੈਨੂੰ ਸਾਰੀ ਆਪਣੀ ਕਹਾਣੀ ਦੱਸੀ। ਕਹਿੰਦੇ ਜਦੋਂ ਸਾਡਾ ਜਨਮ ਹੁੰਦਾ ਰਾਈਟ ਅਵੇ ਸਾਨੂੰ ਯੂਟਾ ਵਿੱਚ ਆਪਣੇ ਬੱਚੇ ਰਜਿਸਟਰ ਕਰਾਉਣੇ ਪੈਂਦੇ ਆ ਤੇ ਜਿਹੜੇ ਬੱਚੇ ਹੁੰਦੇ ਆ ਜਦੋਂ ਹਾਈ ਸਕੂਲ ਗ੍ਰੈਜੂਏਟ ਕਰਦੇ ਆ 2 ਸਾਲ ਲਈ ਸਭ ਕੁਝ ਛੱਡ ਕੇ ਹੈ ਨਾ, ਮਾਂ-ਬਾਪ ਦੇ ਖਰਚੇ ਤੇ, ਗੱਡੀ ਵੀ ਮਾਂ-ਬਾਪ ਦੀ, ਗੈਸ ਵੀ ਮਾਂ-ਬਾਪ ਦਾ, ਜਹਾਜ਼ ਦੀਆਂ ਟਿਕਟਾਂ ਵੀ ਮਾਂ-ਬਾਪ ਦੀਆਂ, ਤੇ ਉਹਨਾਂ ਨੇ ਜਾ ਕੇ ਕਿਤੇ ਮਰਜ਼ੀ ਤੁਹਾਡਾ ਚਰਚ ਯੂਟਾ ਦਾ ਚਰਚ ਕਿਤੇ ਮਰਜ਼ੀ ਦੁਨੀਆ 'ਚ ਭੇਜ ਸਕਦਾ। ਉਹ ਇੱਕ ਟੈਕਸਸ ਤੋਂ ਸੀਗਾ, ਇੱਕ ਕੈਲੀਫੋਰਨੀਆ ਸੀ, ਜਿਹੜਾ ਮੇਰੇ ਕੋਲ ਆਇਆ। ਜਿਹੜਾ ਮਿਟ ਰੋਮਨੀ ਆ ਤੁਹਾਡਾ, ਇਹ ਪੇਰਿਸ ਗਿਆ ਸੀਗਾ 2 ਸਾਲ ਲਾਉਣ ਪ੍ਰਚਾਰ ਕਰਨ ਲਈ। ਇਹਨਾਂ ਨੂੰ 6 ਮਹੀਨੇ ਪਹਿਲਾਂ ਯੂਟਾ ਸੱਦਿਆ ਜਾਂਦਾ, ਬਹੁਤ ਸਟਰੋਂਗ ਇਹਨਾਂ ਨੂੰ ਆਪਣੀ ਸਿੱਖਿਆ ਦਿੱਤੀ ਜਾਂਦੀ ਆ। ਫਿਰ ਇਹਨੇ ਜਾ ਕੇ ਘਰ ਘਰ ਜਾ ਕੇ ਇਹਨਾਂ ਨੇ ਪ੍ਰਚਾਰ ਕਰਨਾ ਕਿ ਜੀ ਇਹ ਸਾਡਾ ਗੋਸਪਲ ਆ, ਇਹ ਸਾਡੀ ਬਾਈਬਲ ਆ ਤੇ ਇਹ ਤੁਸੀਂ ਕਰੋ। ਤੇ ਕਹਿੰਦੇ ਕਿ ਸਾਨੂੰ ਇੰਨੀ ਵੀ ਖੁੱਲ੍ਹ ਹੈ ਨਹੀਂ ਕਿ ਸਾਲ ਵਿੱਚ ਅਸੀਂ ਸਿਰਫ 2 ਵਾਰੀ ਆਪਣੇ ਮਾਂ-ਬਾਪ ਨਾਲ ਗੱਲ ਕਰ ਸਕਦੇ, ਫੋਨ ਕਾਲ ਕਰ ਸਕਦੇ, ਸਿਰਫ 2 ਵਾਰੀ, ਇੱਕ ਈਸਟਰ ਤੇ ਇੱਕ ਕ੍ਰਿਸਮਸ ਤੇ। ਕਹਿੰਦੇ ਹੋਰ ਅਸੀਂ ਮਾਂ-ਬਾਪ ਨਾਲ ਆਪਣੀ ਗੱਲ ਵੀ ਨਹੀਂ ਕਰ ਸਕਦੇ, ਬਸ ਪ੍ਰਚਾਰ ਕਰਨਾ ਬੀਬੀਆਂ ਨੇ ਵੀ ਤੇ ਇਹਨਾਂ ਦੇ ਤੇ ਪ੍ਰਚਾਰ ਕਰਨਾ ਤੁਰ ਕੇ ਜਾਂ ਸਾਈਕਲ ਤੇ? ਹਾਂ ਹਾਂਜੀ ਗੱਡੀ ਵੀ ਲੈਣੀ, ਗੱਡੀ ਵੀ ਲੈਣੀ ਤੇ ਜਿਹੜਾ ਜਿੱਥੇ ਰਹਿਣਾ ਉੱਥੇ ਥੋੜਾ ਰੈਂਟ ਆਪਦਾ ਤੇ ਖਾਣਾ ਵੀ ਹੋਰ ਕਿਸੇ ਤੋਂ ਲੈ ਕੇ। ਮੈਨੂੰ ਕਿਹਾ ਘਰੇ ਆਏ, ਮੈਂ ਕਿਹਾ ਪਾਣੀ ਪੀ ਲਓ, ਕਹਿੰਦੇ ਨਹੀਂ ਅਸੀਂ ਆਪਦਾ ਸਾਨੂੰ ਆਪਦਾ ਖਾਣਾ ਪੈਂਦਾ। ਤੇ ਜੋ ਇਹਨਾਂ ਨੇ ਕਿੱਥੇ ਗਾਂਹ ਜਾਣਾ 3 ਮਹੀਨੇ ਇੱਥੇ ਲਾ ਤੇ ਗਾਂਹ ਹੋਰ ਕਿਤੇ ਸਿਟੀ ਜਾਣਾ, ਉੱਥੇ ਇਹਨਾਂ ਨੂੰ ਜਾਣਾ ਪੈਣਾ। ਫਿਰ ਮੈਂ ਨਾਲ ਦੇਖ ਕੇ ਮੈਂ ਆਪ ਸੋਚਿਆ, ਮੈਂ ਕਿ ਇੰਨਾ ਕੁਛ ਕਰ ਰਹੇ ਆ, ਇੰਨਾ ਤੁਹਾਨੂੰ ਫਾਲ ਰਿਹਾ ਇਹਨਾਂ ਦਾ, ਤੇ ਘੱਟੋ ਘੱਟ ਮੈਂ ਤਾਂ ਕੁਛ ਕਰਾਂ। ਫਿਰ ਮੈਂ ਮਾਰੇ ਕਿਰਪਾ ਨਾਲ 2 ਸਾਲ ਇੰਡੀਆ ਜਾ ਕੇ ਵਿਦਿਆ ਲਈ ਟਕਸਾਲ 'ਚ, ਉਹ that was my prayer ਨਾ ਕਿ ਆਹ ਦੇਖੋ ਕੀ ਕਰ ਰਹੇ ਆ। ਤੇ ਮੈਂ ਉਹਨਾਂ ਨਾਲ ਗੱਲ ਕੀਤੀ, ਉਹਨਾਂ ਕੋਲ ਵੈਰੀ ਬੇਸਿਕ ਨੌਲੇਜ ਸੀ। ਹੁਣ ਸਰ ਉਹਨਾਂ ਨੇ ਆਪਣੀ ਬਾਈਬਲ ਪੈਰਾਂ 'ਚ ਰੱਖ ਦਿੱਤੀ ਥੱਲੇ ਕੁਰਸੀ ਤੇ ਬੈਠ ਕੇ।
ਫਿਰ ਮੈਂ ਉਹਨਾਂ ਨੂੰ ਦਰਬਾਰ ਸਾਹਿਬ ਤੋਂ ਟੀਵੀ ਤੇ ਲਾ ਕੇ ਵਿਖਾਇਆ ਕਿ ਅਸੀਂ ਕਿੱਦਾਂ ਮਹਾਰਾਜ ਦਾ ਸਰੂਪ ਤਖਤ ਸਾਹਿਬ ਤੋਂ ਦਰਬਾਰ ਸਾਹਿਬ ਲਿਆਉਂਦੇ ਤੇ ਤੁਸੀਂ ਕਹਿੰਦੇ ਇਟਸ ਦ ਵਰਡ ਆਫ ਗॉड ਦੇ ਪਾਰਨ ਪਿਆ ਤੁਹਾਡੇ। ਫਿਰ ਮੈਂ ਅਸਲ ਵਿੱਚ ਮੈਂ ਟਾਈ ਪਾ ਕੇ ਸੂਟ ਪਾ ਕੇ ਉਹਨਾਂ ਨਾਲ ਜਾ ਕੇ ਵਿਚਰਿਆ ਇੱਕ ਹਫ਼ਤਾ। ਅੱਛਾ ਉਹਨੇ ਚਰਚ ਵੀ ਗਿਆ। ਮੈਂ ਕਿਹਾ ਮੈਂ ਸਿੱਖਾਂ ਕਿ ਕਿੱਦਾਂ ਇਹ ਘਰ ਘਰ ਜਾਂਦੇ, ਮੈਨੂੰ ਇਹ ਨੌਲੇਜ ਮਿਲੇ ਕਿ ਕਿੱਦਾਂ ਕਿਸੇ ਦੇ ਡੋਰ ਤੇ ਖੜਕਾਈਦਾ ਤੇ ਕਿਵੇਂ ਗੱਲਬਾਤ ਕਰੀਦੀ ਆ। ਮੈਂ ਉਹਨਾਂ ਨੂੰ ਟ੍ਰਿਕ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਗਾਇਸ ਆਮ ਇਨਫਲੂਐਂਸਡ ਬਾਈ ਯੂ ਗਾਇਸ, ਮੈਂ ਤੁਹਾਡੇ ਵਾਂਗੂ ਬਣਨਾ ਚਾਹੁੰਦਾ। ਮੈਂ ਟਾਈ ਪਾ ਕੇ ਤੇ ਮੈਂ ਗਿਆ। ਫਿਰ ਮੈਂ ਜਦੋਂ ਮੈਂ ਚਰਚ ਉਹ ਵੀ ਮਨਮਰਜ਼ੀ ਦੇ ਕੱਪੜੇ ਨਹੀਂ ਪਾ ਸਕਦੇ। ਹਾਂਜੀ ਚਿੱਟੀ ਸ਼ਰਟ ਤੇ ਕਾਲੀ ਪੈਂਟ ਹਾਂਜੀ ਤੇ ਕਾਲੀ ਟਾਈ, ਦੈਟਸ ਇਟ। ਤੇ ਫਿਰ ਕੀ ਹੋਇਆ ਕਿ ਜਦੋਂ ਮੈਂ ਉਹਨਾਂ ਦੇ ਚਰਚ ਗਿਆ ਐਤਵਾਰ ਨੂੰ, ਉਹਨਾਂ ਦਾ ਸੰਡੇ ਸਕੂਲ ਹੁੰਦਾ, ਤੇ ਉਹ ਗਿਆ ਤੇ ਸਾਰੇ ਜਿਵੇਂ ਸਿਆਣੇ ਉਮਰ ਦੇ ਬਜ਼ੁਰਗ ਬੈਠੇ ਸੀਗੇ ਤੇ ਉਹ ਦੋ ਜਵਾਨ ਮੁੰਡੇ ਸੀਗੇ 18 ਤੇ 19 ਸਾਲ ਦੇ, ਤੇ ਬਜ਼ੁਰਗ ਇੰਨੀ ਧਿਆਨ ਨਾਲ ਸੁਣ ਰਹੇ ਸੀਗੇ, ਬਹੁਤ ਧਿਆਨ ਨਾਲ। ਤੇ ਮੈਂ ਇੱਕ ਬਜ਼ੁਰਗ ਨੂੰ ਪੁੱਛਿਆ, ਉਹਦੀ ਹੋ ਗਈ 70 ਸਾਲ ਦੀ ਉਮਰ, ਮੈਂ ਕਿਹਾ ਤੁਸੀਂ ਇੰਨੇ ਧਿਆਨ ਨਾਲ ਫੋਕਸ ਨਾਲ ਕਿਉਂ ਵੇਖ ਰਹੇ ਆ, ਇਹਨਾਂ ਨੂੰ ਸੁਣ ਰਹੇ ਆ? ਕਹਿੰਦੇ ਸਾਨੂੰ ਪਤਾ ਨਹੀਂ ਕਿ ਕਿਦੋਂ ਜੀਸਸ ਦਾ ਸਪਿਰਿਟ ਇਹਨਾਂ ਵਿੱਚੋਂ ਬੋਲ ਪਵੇ। ਹਾਂ ਇਹ ਮੈਨੂੰ ਉਹਨਾਂ ਨੇ ਜਵਾਬ ਦਿੱਤਾ। ਮੈਂ ਹੈਰਾਨ, ਇੰਨੀ ਉਹਨਾਂ ਦੇ ਸਾਡੇ ਕੋਈ ਬੱਚਾ ਬੋਲਦਾ ਹੋਵੇ ਤੇ ਅਸੀਂ ਗੱਲਾਂ ਬਾਤਾਂ ਕਰਨ ਲੱਗ ਜਾਂਦੇ, ਕੋਈ ਇੰਟਰਸਟ ਹੀ ਨਹੀਂ ਦਿੰਦਾ ਕਿ ਬੱਚਾ ਵੀ ਬੋਲ ਰਿਹਾ। ਉਹਨਾਂ ਨੇ ਮੈਨੂੰ ਇਹ ਜਵਾਬ ਦਿੱਤਾ, ਮੈਂ ਹੈਰਾਨ ਹੋ ਗਿਆ। ਹਾਂ, ਮੈਂ ਇੱਕ ਹਫ਼ਤਾ ਉਹਨਾਂ ਨਾਲ ਇਦਾਂ ਵਿੱਚ, ਫਿਰ ਮੇਰੇ ਅੰਦਰੋਂ ਇੰਸਪੀਰੇਸ਼ਨ ਹੋਈ। ਸਾਨੂੰ ਦੂਜੇ ਧਰਮਾਂ ਤੋਂ ਵੇਖਣਾ ਪਰ ਉਹ ਕਿੰਨਾ ਜ਼ੋਰ ਆ ਰਿਹਾ, ਕਿੰਨਾ ਸਾਰਾ ਕਮਿਊਨਿਟੀ ਦਾ ਜ਼ੋਰ ਲੱਗਿਆ ਹੋਇਆ ਕਿਸੇ ਆਪਣਾ ਧਰਮ ਫਲਾਉਣਾ, ਤੇ ਉਹ ਹੈ ਉਹਨਾਂ ਦੇ ਧਰਮ 'ਚ ਕੁਛ ਨਹੀਂ, ਕੋਈ ਸੱਚ ਨਹੀਂ, ਕੋਈ ਕੁਛ ਨਹੀਂ, ਪਰ ਉਹਨਾਂ ਦੇ ਇੰਨੇ ਲਾਈਕ ਬਹੁਤ ਵੱਡੀ ਕਮਿਊਨਿਟੀ ਉਹਨਾਂ ਦੀ। ਅਸੀਂ ਇੱਥੋਂ ਗੱਲ ਸ਼ੁਰੂ ਕੀਤੀ ਸੀ, ਇੱਥੇ ਗੱਲ